ਟੈਕ ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੜ੍ਹਾਂਗੇ ਸਪੈਸ਼ਲ ਦਾ ਦੂਜਾ ਭਾਗ ਵੈਲੋਸਿਟੀਆਂ ਅਤੇ ਫੋਰ ਵੈਕਟਰ। ਇਸ ਦੇ ਵਿੱਚ ਅਸੀਂ ਇਹ ਵਾਲੇ ਟੌਪਿਕ ਪੜ੍ਹਾਂਗੇ, ਵੈਲੋਸਿਟੀਆਂ ਜੋੜਨਾ। ਉਸ ਤੋਂ ਬਾਅਦ ਇੱਕ ਇਹਦੇ ਵਿੱਚ ਵੈਲੋਸਿਟੀਆਂ ਜੋੜਨ ਲਈ ਮੈਗੀ ਦੀ ਉਦਾਹਰਨ ਹੈ ਇਹਦੇ ਵਿੱਚ, ਅਤੇ ਇੱਕ ਇਸ ਤੋਂ ਬਾਅਦ ਲਾਈਟ ਕੋਨਾ ਅਤੇ ਫੋਰ ਵੈਕਟਰ। ਅਤੇ ਇਸ ਦੇ ਵਿੱਚ ਅਗਲਾ ਟੌਪਿਕ ਪੜ੍ਹਾਂਗੇ ਪ੍ਰਕਾਸ਼ ਕਿਰਨਾਂ ਕਿਵੇਂ ਚੱਲਦੀਆਂ ਹਨ, ਅਤੇ ਇਸ ਦਾ ਅਗਲਾ ਭਾਗ ਫੋਰ ਵੈਕਟਰਾਂ ਦੇ ਨਾਲ ਜਾਣ ਪਛਾਣ। ਤਾਂ ਆਓ ਸ਼ੁਰੂਆਤ ਕਰਦੇ ਹਾਂ ਵੈਲੋਸਿਟੀ ਅਤੇ ਫੋਰ ਵੈਕਟਰ। ਅੱਜ ਦਾ ਇਹ ਲੈਕਚਰ ਕਾਫੀ ਸੌਖਾ ਹੀ ਹੈ ਅਤੇ ਥੋੜ੍ਹਾ ਇਸ ਵਿੱਚ ਬੇਸਿਕ ਬਾਰੇ ਦੱਸਿਆ ਗਿਆ ਫੋਰ ਵੈਕਟਰਾਂ ਬਾਰੇ। ਤਾਂ ਆਓ ਸ਼ੁਰੂਆਤ ਕਰਦੇ ਹਾਂ। ਇਹ ਸੱਚ ਹੈ, ਜਦੋਂ ਚੀਜ਼ਾਂ ਸਾਪੇਖਿਕ ਵੈਲੋਸਿਟੀ 'ਤੇ ਚੱਲਦੀਆਂ ਤਾਂ ਉਹ ਘੱਟੋ ਘੱਟ ਬਾਕੀ ਫਰੇਮ ਦੇ ਦ੍ਰਿਸ਼ਟੀਕੋਣ ਤੋਂ ਸਮਤਲ ਹੋ ਜਾਂਦੀਆਂ ਹਨ। ਤਾਂ ਵਾਸਤਵ ਵਿੱਚ ਜਦੋਂ ਉਹ ਰੋਸ਼ਨੀ ਦੀ ਗਤੀ ਦੇ ਨੇੜੇ ਆਉਂਦੇ ਹਨ ਤਾਂ ਉਹ ਗਤੀ ਦੀ ਦਿਸ਼ਾ ਦੇ ਨਾਲ ਬੇਅੰਤ ਪਤਲੇ ਪਾਪੜਾਂ ਤੱਕ ਸੁੰਗੜਦੇ ਹਨ। ਹਾਲਾਂਕਿ ਉਹ ਆਪਣੇ ਆਪ ਨੂੰ ਠੀਕ ਠਾਕ ਦਿਖਾਈ ਦਿੰਦੇ ਅਤੇ ਮਹਿਸੂਸ ਕਰਦੇ ਹਨ। ਤਾਂ ਕਿ ਉਹ ਰੋਸ਼ਨੀ ਨਾਲੋਂ ਤੇਜ਼ ਚੱਲ ਕੇ ਅਲੋਪ ਹੋ ਜਾਣ ਵਾਲੇ ਬਿੰਦੂ ਤੋਂ ਬਿੰਦੂ ਤੱਕ ਵੀ ਸੁੰਗੜ ਸਕਦੇ ਹਾਂ? ਤਾਂ ਖੈਰ ਨਹੀਂ, ਸਧਾਰਨ ਕਾਰਨ ਕਰਕੇ ਕਿ ਕੋਈ ਵੀ ਭੌਤਿਕ ਵਸਤੂ ਹੈ ਜਿਹੜੀ ਇਹ ਰੋਸ਼ਨੀ ਨਾਲੋਂ ਤੇਜ਼ ਨਹੀਂ ਚੱਲ ਸਕਦੀ। ਪਰ ਇਹ ਇੱਕ ਵਿਰੋਧਾਭਾਸ ਪੈਦਾ ਕਰਦਾ, ਜਿਵੇਂ ਰੇਲਵੇ ਸਟੇਸ਼ਨ 'ਤੇ ਰੈਸਟ ਉੱਤੇ ਆਰਟ, ਜਿਵੇਂ ਇੱਕ ਵੈਸੇ ਇਸ ਕਿਤਾਬ ਦੇ ਲੇਖਕ ਦਾ ਨਾਮ ਵੀ ਆਰਟ ਹੈ, ਆਰਟ ਫ੍ਰੀਡਮੈਨ। ਇੱਕ ਲੈਨੀ ਨਾਮ ਵੀ ਆਉਂਦਾ ਇਸ ਵਿੱਚ, ਜਿਹੜਾ ਇਹਦੇ ਦੂਜੇ ਲੇਖਕ ਦਾ ਨਾਮ ਹੈ, ਜਿਵੇਂ ਇੱਕ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਸ਼ਾਰਟ ਫਾਰਮ 'ਚ ਲੈਨੀ ਰੱਖਿਆ ਵਾ। ਰੇਲਵੇ ਸਟੇਸ਼ਨ 'ਤੇ ਰੈਸਟ ਉੱਤੇ ਆਰਟ 'ਤੇ ਵਿਚਾਰ ਕਰੋ ਕਿ ਇੱਕ ਅਬਜ਼ਰਵਰ ਹੈ ਆਰਟ ਜਿਹੜਾ ਕਿ ਰੈਸਟ 'ਤੇ ਹੈ। ਤਾਂ ਲੈਨੀ ਵਾਲੀ ਰੇਲ ਗੱਡੀ ਰੋਸ਼ਨੀ ਦੀ ਰਫ਼ਤਾਰ ਦੇ 90% 'ਤੇ ਉਸ ਤੋਂ ਅੱਗੇ ਲੰਘਦੀ ਹੈ, ਯਾਨੀ ਕਿ ਇਹ ਅਬਜ਼ਰਵਰ ਜਿਹੜਾ ਰੈਸਟ 'ਤੇ ਉਹ ਆਰਟ ਹੈ, ਅਤੇ ਲੈਨੀ ਹੈ ਜਿਹੜਾ ਅਬਜ਼ਰਵਰ ਇਹ ਰੋਸ਼ਨੀ ਦੀ ਰਫ਼ਤਾਰ ਤੋਂ 90% ਜਿਹੜੀ ਜਿਸ ਦੀ ਰਫ਼ਤਾਰ ਹੈ, ਇਸ ਰਫ਼ਤਾਰ ਨਾਲ ਉਸਦੇ ਰੈਸਟ ਵਾਲਾ ਜਿਹੜਾ ਅਬਜ਼ਰਵਰ ਹੈ ਆਰਟ ਉਸ ਤੋਂ ਅੱਗੇ ਲੰਘਦਾ। ਤਾਂ ਉਸ ਦੇ ਵਿੱਚ ਫਿਰ ਅੱਗੇ ਇਹਦੇ 'ਚ ਇੱਕ ਤਸਵੀਰ ਵੀ ਬਣਾਈ ਗਈ, ਅੱਗੇ ਤਸਵੀਰ ਥੋੜ੍ਹੀ ਦੇਰ ਬਾਅਦ ਦਿਖਾਉਂਦਾ ਮੈਂ। ਤਾਂ ਇਹਨਾਂ ਦਾ ਸਾਪੇਖਿਕ ਵੈਲੋਸਿਟੀ ਜਿਹੜਾ 0.9 ਸੀ ਹੁੰਦਾ, ਯਾਨੀ ਕਿ ਲਾਈਟ ਦੇ ਰਿਲੇਟਿਵ, ਜਿਵੇਂ ਇਹ ਜਾਂ ਉਸਦੀ ਰੈਸਟ ਵਾਲੇ ਤੋਂ ਰਿਲੇਟਿਵ ਜਿਹੜੀ ਵੈਲੋਸਿਟੀ ਹੈ ਉਹ 0.9 ਸੀ ਹੈ। ਸੀ ਜਿਵੇਂ ਪ੍ਰਕਾਸ਼ ਦੀ ਗਤੀ ਹੈ, ਉਸਦੀ 90% ਹੈ। ਤਾਂ ਲੈਨੀ ਦੇ ਨਾਲ ਉਸੇ ਰੇਲ ਕਾਰ ਦੇ ਵਿੱਚ ਮੈਗੀ ਲੈਨੀ ਦੇ ਮੁਕਾਬਲੇ 0.9 ਸੀ ਦੇ ਵੇਗ ਦੇ ਨਾਲ ਵੈਲੋਸਿਟੀ ਦੇ ਨਾਲ ਗਲੀ ਦੇ ਨਾਲ ਆਪਣੀ ਸਾਈਕਲ ਚਲਾ ਰਹੀ ਹੈ। ਤਾਂ ਹੁਣ ਜਿਹੜਾ ਲੈਨੀ ਦੀ ਵਾਲੀ ਜਿਹੜੀ ਰੇਲ ਗੱਡੀ ਹੈ, ਉਸ ਦੇ ਵਿੱਚ ਮੈਗੀ ਹੈ ਜੋ ਕਿ ਉਹ ਲੈਨੀ ਦੇ ਮੁਕਾਬਲੇ, ਜਿਹੜਾ ਕਿ ਲੈਨੀ ਦੀ ਜਿਹੜੀ ਗੱਡੀ ਹੈ ਉਸ ਦੇ ਮੁਕਾਬਲੇ 0.9 ਸੀ ਦੀ ਵੈਲੋਸਿਟੀ ਦੇ ਨਾਲ ਅੱਗੇ ਜਾ ਰਹੀ ਹੈ। ਅਤੇ ਕੀ ਇਹ ਸਪਸ਼ਟ ਨਹੀਂ ਹੈ ਕਿ ਉਹ ਆਰਟ ਦੇ ਮੁਕਾਬਲੇ ਰੋਸ਼ਨੀ ਨਾਲੋਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ? ਇਸ ਦੇ ਬਾਰੇ ਪਹਿਲਾਂ ਮੈਂ ਤਸਵੀਰ ਵੀ ਦਿਖਾਉਂਦਾ ਤੁਹਾਨੂੰ, ਅਤੇ ਆਓ ਤਸਵੀਰ 'ਤੇ ਚੱਲਦੇ ਹਾਂ। ਤਸਵੀਰ ਇੱਥੇ ਤੁਸੀਂ ਦੇਖ ਸਕਦੇ ਹਾਂ ਕਿ ਇੱਕ ਇਸ ਦੇ ਵਿੱਚ ਪਹਿਲਾਂ ਇਹ ਸਟੇਸ਼ਨ ਹੈ ਜਿੱਥੇ ਆਰਟ ਰੁਕਿਆ ਵਾ, ਆਰਟ ਦੀ ਫਰੇਮ 0 ਹੈ, ਜਿਵੇਂ ਉਹ 'ਤੇ ਹੈ, ਅਤੇ ਇਸ ਦੇ ਜਿਹੜੇ ਕੋਆਰਡੀਨੇਟ ਐਕਸ ਅਤੇ ਟੀ ਹੈ। ਦੂਜਾ ਇਸ ਵਿੱਚ ਇੱਕ ਰੇਲ ਗੱਡੀ ਜਾ ਰਹੀ ਹੈ, ਇਹ ਵਾਲੀ ਫਰੇਮ ਲੈਨੀ ਵਾਲੀ, ਜਿਹੜਾ ਕਿ ਆਰਟ ਦੇ ਰਿਲੇਟਿਵ 0.9 ਸੀ ਦੀ ਵੈਲੋਸਿਟੀ ਦੇ ਨਾਲ ਜਾ ਰਹੀ। ਇਸ ਦੇ ਕੋਆਰਡੀਨੇਟ ਐਕਸ ਪ੍ਰਾਈਮ ਅਤੇ ਟੀ ਪ੍ਰਾਈਮ ਨੇ, ਇਹ ਰੇਲ ਗੱਡੀ ਉਸਦੀ, ਅਤੇ ਇਸ ਦੀ ਵੈਲੋਸਿਟੀ ਜਿਹੜੀ ਇਹ ਵੀ ਹੈ ਲੈਨੀ ਦੀ, ਜਿਵੇਂ ਵੀ ਅਸੀਂ ਆਮ ਵੈਲੋਸਿਟੀ ਲਈ ਯੂਜ਼ ਕਰਦੇ ਹਾਂ। ਅਤੇ ਇਸ ਦੇ ਰੇਲ ਗੱਡੀ ਦੇ ਵਿੱਚ ਇੱਕ ਸਾਈਕਲ ਚੱਲ ਰਿਹਾ, ਜਿਹੜਾ ਕਿ ਇਸੇ ਦੇ ਮੁਕਾਬਲੇ ਯੂ ਵੈਲੋਸਿਟੀ ਨਾਲ, ਜਿਹੜੀ ਕਿ ਹੋਰ ਅੱਗੇ 90% ਜਿਹੜੀ ਲਾਈਟ ਦੀ ਵੈਲੋਸਿਟੀ ਤੋਂ 90% ਸਪੀਡ 'ਤੇ ਇਸ ਦੇ ਵਿੱਚ ਜਾ ਰਹੀ ਹੈ, ਇਹ ਮੈਗੀ ਜਾ ਰਹੀ ਹੈ। ਅਤੇ ਇਸ ਦਾ ਜਿਹੜੇ ਕੋਆਰਡੀਨੇਟ ਨੇ ਇਹ ਐਕਸ ਡਬਲ ਪ੍ਰਾਈਮ ਟੀ ਡਬਲ ਪ੍ਰਾਈਮ ਨੇ, ਅਤੇ ਯਾਨੀ ਕਿ ਜਿਹੜਾ ਵੀ ਵੈਲੋਸਿਟੀ ਇਸ ਰੈਸਟ ਦੇ ਫਰੇਮ 'ਤੇ ਰਿਲੇਟਿਵ ਹੈ, ਯੂ ਵਾਲੀ ਵੀ ਦੇ ਰਿਲੇਟਿਵ ਹੈ। ਤਾਂ ਫਿਰ ਇੱਕ ਡਬਲਿਊ ਹੈ ਜਿਹੜੀ, ਯਾਨੀ ਕਿ ਰੈਸਟ ਦੇ ਮੁਕਾਬਲੇ ਜਿਹੜੀ ਇਹ ਮੈਗੀ ਵਾਲੀ ਫਰੇਮ ਹੈ, ਇਸ ਦੀ ਵੈਲੋਸਿਟੀ ਕਿੰਨੀ ਹੋਏਗੀ? ਇਹ ਯੂ ਪਲੱਸ ਵੀ ਹੋਏਗੀ? ਨਹੀਂ, ਇਹ ਥੋੜ੍ਹਾ ਹੋਰ ਹਿਸਾਬ ਰਹੇਗਾ। ਇਹ ਉਸ ਤਰ੍ਹਾਂ ਦੀ ਜਿਹੜੀ ਕੈਲਕੂਲੇਸ਼ਨ ਨਹੀਂ ਹੈ ਜਿਸ ਤਰ੍ਹਾਂ ਹੀ ਤੁਸੀਂ ਸੋਚ ਰਹੇ ਹੈ, ਇਹ ਥੋੜ੍ਹੀ ਜਿਹੀ ਡਿਫਰੈਂਟ ਹੈ। ਆਓ ਇਸ ਦੇ ਬਾਰੇ ਆਪਾਂ ਪੜ੍ਹਦੇ ਹਾਂ ਕਿ ਇਹ ਕਿੰਨੀ ਕੁ ਡਿਫਰੈਂਟ ਹੈ। ਤਸਵੀਰ ਮੈਂ ਥੋੜ੍ਹੀ ਜਿਹੀ ਦੇਰ ਹੋਰ ਛਾਪ ਕੇ ਰੱਖਾਂਗਾ, ਅਤੇ ਇਸ ਦੇ ਨਾਲ ਅੱਗੇ ਪੜ੍ਹਦੇ ਹਾਂ।
ਕਿ ਕੀ ਇਹ ਸਪਸ਼ਟ ਨਹੀਂ ਹੈ ਕਿ ਉਹ ਇਹਨਾਂ ਦੀ ਜਿਹੜੀ ਸਪੇਖਿਕ ਵੈਲੋਸਿਟੀ ਆ ਉਹ 0.9 ਸੀ ਹੈ। ਤਾਂ ਲੈਨੀ ਦੇ ਨਾਲ ਉਸੇ ਕਾਰ ਵਿੱਚ ਮੈਗੀ ਲੈਨੀ ਦੇ ਮੁਕਾਬਲੇ 0.9 ਸੀ ਦੇ ਵੇਗ ਦੇ ਨਾਲ ਗਲੀ ਦੇ ਨਾਲ ਆਪਣੀ ਸਾਈਕਲ ਚਲਾ ਰਹੀ ਹੈ। ਅਤੇ ਕੀ ਇਹ ਸਪਸ਼ਟ ਨਹੀਂ ਹੈ ਕਿ ਉਹ ਆਰਟ ਦੇ ਮੁਕਾਬਲੇ ਰੋਸ਼ਨੀ ਨਾਲੋਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਆਰਟ ਦੇ ਮੁਕਾਬਲੇ ਰੋਸ਼ਨੀ ਤੋਂ ਵੀ ਤੇਜ਼ ਕੀ ਉਸਦੀ ਗਤੀ ਹੈ, ਕਿਉਂਕਿ ਅਗਰ ਤੁਸੀਂ ਇਹ ਤਸਵੀਰ ਨੂੰ ਧਿਆਨ ਨਾਲ ਦੇਖੋ ਤਾਂ ਇਸ ਦੇ ਵਿੱਚ ਇਹਦੀ ਗਤੀ ਅਗਰ 0.9 ਹੈ, ਇਹਦੀ ਇਸ ਦੇ ਰਿਲੇਟਿਵ 0.9 ਇਹਨਾਂ ਦਾ ਦੋਹਾਂ ਦੀ ਮਿਲਾ ਕੇ ਤਾਂ 1.8 ਹੋਣੀ ਚਾਹੀਦੀ ਹੈ। ਯਾਨੀ ਕਿ ਰੋਸ਼ਨੀ ਤੋਂ ਤਕਰੀਬਨ 180% 'ਤੇ, ਯਾਨੀ ਕਿ ਤੇਜ਼ ਉਸ ਤੋਂ ਵੀ ਜਿਹੜੀ ਇਸ ਦੀ ਵੈਲੋਸਿਟੀ ਹੈ ਸਾਈਕਲ ਦੀ। ਇਹ ਅਜਿਹਾ ਮਾਮਲਾ ਵੈਸੇ ਨਹੀਂ ਹੈ, ਤਾਂ ਇਸ ਨੂੰ ਪੜ੍ਹ ਕੇ ਪਤਾ ਲੱਗੇਗਾ ਕਿ ਕਿਵੇਂ ਇਹਨਾਂ ਦੀਆਂ ਕੈਲਕੂਲੇਸ਼ਨਾਂ ਕੀਤੀਆਂ ਜਾਂਦੀਆਂ। ਨਿਊਟੋਨੀਅਨ ਭੌਤਿਕ ਵਿਗਿਆਨ ਦੇ ਵਿੱਚ ਅਸੀਂ ਆਰਟ ਦੇ ਰਿਲੇਟਿਵ ਉਸ ਦੀ ਵੈਲੋਸਿਟੀ ਦੀ ਗਣਨਾ ਕਰਨ ਦੇ ਲਈ ਮੈਗੀ ਦੀ ਵੈਲੋਸਿਟੀ ਨੂੰ ਲੈਨੀ ਦੇ ਵਿੱਚ ਸਿੰਪਲੀ ਜੋੜ ਦਿੰਦੇ ਹਾਂ ਵੀ 0.9 ਉਹਦੀ ਹੈ, 0.9 ਉਹਦੀ ਹੈ, ਦੋਵਾਂ ਦੀ ਮਿਲ ਕੇ ਦੋਵਾਂ ਦੀ ਮਿਲ ਕੇ 1.8 ਹੋ ਜਾਂਦੀ ਹੈ। ਤਾਂ ਅਸੀਂ ਰੋਸ਼ਨੀ ਦੀ ਗਤੀ ਤੋਂ ਲਗਭਗ ਦੁੱਗਣੀ ਵੈਲੋਸਿਟੀ 1.8 ਸੀ ਦੇ ਨਾਲ ਉਸ ਤੋਂ ਲੰਘਦੇ ਆਰਟ ਨੂੰ ਪਾਵਾਂਗੇ। ਨਿਊਟੋਨੀਅਨ ਭੌਤਿਕ ਵਿਗਿਆਨ ਹੈ ਜਿਹੜੀ, ਜਿਸ ਦੇ ਵਿੱਚ ਰਿਲੇਟਿਵਿਸਟਿਕ ਜਿਹੜਾ ਫੈਕਟਰ ਆ ਉਹ ਨਹੀਂ ਇਸ ਦੇ ਵਿੱਚ ਲਿਆ ਗਿਆ ਹੁੰਦਾ ਨਿਊਟੋਨੀਅਨ ਵਿੱਚ। ਤਾਂ ਸਪਸ਼ਟ ਹੈ ਕਿ ਇੱਥੇ ਕੁਛ ਗਲਤ ਹੈ, ਤਾਂ ਕਰਕੇ ਇਹ ਜਿਹੜਾ ਗਲਤ ਹੈ ਉਸ ਦੇ ਬਾਰੇ ਹੁਣ ਅਸੀਂ ਗੱਲ ਕਰਾਂਗੇ। ਤਾਂ ਪਹਿਲਾਂ ਇਸ ਵਿੱਚ ਅਸੀਂ ਚੈਪਟਰ ਪੜ੍ਹ ਰਹੇ ਹਾਂ ਵੈਲੋਸਿਟੀਆਂ ਨੂੰ ਜੋੜਨਾ। ਤਾਂ ਮੈਂ ਥੋੜ੍ਹਾ ਇਸ ਵਿੱਚ ਵੱਡੀ ਸਕਰੀਨ 'ਤੇ ਲੈ ਚੱਲਦਾ, ਇਹ ਤੁਸੀਂ ਤਸਵੀਰ ਚੰਗੀ ਤਰ੍ਹਾਂ ਦੇਖ ਲਈ ਹੈ। ਸਿਰਫ ਵੀ ਅਤੇ ਯੂ ਅਤੇ ਡਬਲਿਊ ਨੇ। ਵੀ ਆਰਟ ਦੀ ਹੈ ਜੋ ਰੁਕਿਆ ਹੋਇਆ, ਯੂ ਹੈ ਜਿਹੜੀ ਇਹ ਲੈਨੀ ਦੀ ਹੈ, ਅਤੇ ਮੈਗੀ ਵਾਲੀ ਹੈ ਜਿਹੜੀ ਇਹ ਡਬਲਿਊ ਹੈ। ਡਬਲਿਊ ਇਸ ਦੇ ਸਪੇਖਿਕ ਹੈ, ਆਰਟ ਦੇ ਸਪੇਖਿਕ, ਲੈਨੀ ਦੇ ਸਪੇਖਿਕ ਇਹਦੀ ਯੂ ਹੈ। ਤਾਂ ਇਸ ਦੀਆਂ ਦੋ ਵੈਲੋਸਿਟੀਆਂ ਹੋਣਗੀਆਂ ਨਾ, ਇੱਕ ਰੈਸਟ ਵਾਲੇ ਦੇ ਅਗੇਂਸਟ ਅਤੇ ਇੱਕ ਇਸ ਦੇ ਅਗੇਂਸਟ। ਰੈਸਟ ਵਾਲੇ ਦੇ ਅਗੇਂਸਟ ਇਸ ਦੀ ਡਬਲਿਊ ਹੈ, ਅਤੇ ਯੂ ਹੈ ਜਿਹੜੀ ਇਸ ਦੇ ਅਗੇਂਸਟ ਹੈ ਆਰਟ ਦੇ ਜਿਹੜਾ ਯੂ ਲੈਨੀ ਦੇ ਅਗੇਂਸਟ ਹੈ ਜੋ ਐਕਸ ਪ੍ਰਾਈਮ ਦੇ ਅਗੇਂਸਟ ਹੈ। ਤਾਂ ਹੁਣ ਵੱਡੀ ਸਕਰੀਨ 'ਤੇ ਚੱਲਦੇ ਹਾਂ ਅਤੇ ਥੋੜ੍ਹਾ ਇਸ ਵਿੱਚ ਥਿਊਰੀ ਪੜ੍ਹਦੇ ਹਾਂ ਇਸ ਦੀ। ਤਾਂ ਇਸ 'ਚ ਵੈਲੋਸਿਟੀਆਂ ਨੂੰ ਕਿਵੇਂ ਜੋੜਿਆ ਜਾਂਦਾ ਇਸ ਬਾਰੇ ਜਾਣਕਾਰੀ ਲਵਾਂਗੇ। ਤਾਂ ਇਹ ਸਮਝਣ ਦੇ ਲਈ ਕਿ ਕੀ ਗਲਤ ਹੋਇਆ ਇੱਥੇ ਕਿ 1.8 ਸੀ ਉਸਦੀ ਕਿਉਂ ਨਹੀਂ ਹੈਗੀ ਜਿਹੜੀ ਡਬਲਿਊ ਹੈ, ਤਾਂ ਸਾਨੂੰ ਇਸ ਗੱਲ ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨਾ ਪਏਗਾ ਕਿ ਲੋਰੈਂਟਜ਼ ਪਰਿਵਰਤਨ ਕਿਵੇਂ ਜੋੜੇ ਜਾਂਦੇ ਆ। ਤਾਂ ਸਾਡੇ ਸੈਟਅਪ ਦੇ ਵਿੱਚ ਹੁਣ 3 ਨਿਰੀਖਕ ਸ਼ਾਮਲ ਆ, 3 ਅਬਜ਼ਰਵਰ ਆ। ਇੱਕ ਆਰਟ ਹੈ ਜਿਹੜਾ ਰੈਸਟ 'ਤੇ ਹੈ, ਵੈਲੋਸਿਟੀ ਵੀ ਦੇ ਨਾਲ ਆਰਟ ਦੇ ਮੁਕਾਬਲੇ ਲੈਨੀ ਗਤੀਸ਼ੀਲ ਹੈ, ਅਤੇ ਮੈਗੀ ਹੈ ਜੋ ਇਹ ਵੈਲੋਸਿਟੀ ਯੂ ਦੇ ਨਾਲ ਲੈਨੀ ਦੇ ਸਪੇਖਿਕ ਗਤੀਸ਼ੀਲ ਹੈ, ਅਤੇ ਡਬਲਿਊ ਇਹ ਆਰਟ ਦੇ ਸਪੇਖਿਕ ਡਬਲਿਊ ਹੈ ਇਸ ਦੀ ਜਿਹੜੀ ਅਜੇ ਡਬਲਿਊ ਦੀ ਗੱਲ ਇੱਥੇ ਆਏਗੀ। ਤਾਂ ਅਸੀਂ C=1 ਦੇ ਨਾਲ ਸਪੇਖਿਕ ਇਕਾਈਆਂ ਦੇ ਵਿੱਚ ਕੰਮ ਕਰਾਂਗੇ, ਅਤੇ ਮੰਨ ਲਵਾਂਗੇ ਕਿ ਵੀ ਅਤੇ ਯੂ ਦੋਵੇਂ ਪੋਜ਼ੀਟਿਵ ਹੈ ਅਤੇ 1 ਤੋਂ ਘੱਟ ਹੈ। ਯਾਨੀ ਕਿ ਸਪੀਡ ਲਾਈਟ ਦੀ ਸਪੀਡ ਤੋਂ ਇਹਨਾਂ ਦੀ ਵੈਲੋਸਿਟੀ ਘੱਟ ਹੈ ਵੀ ਅਤੇ ਯੂ ਦੀ। ਅਤੇ ਅਸੀਂ ਜਿਹੜੀਆਂ ਇਕਾਈਆਂ ਨੇ ਉਹ ਰਿਲੇਟਿਵ ਯੂਨਿਟਾਂ ਦੀ ਵਰਤੋਂ ਕਰਾਂਗੇ, ਜਿਵੇਂ ਅਸੀਂ ਰਿਲੇਟਿਵ ਯੂਨਿਟਾਂ ਬਾਰੇ ਪਹਿਲੇ ਲੈਕਚਰਾਂ 'ਚ ਪੜ੍ਹਿਆ। ਅਗਰ ਤੁਸੀਂ ਉਹ ਨਹੀਂ ਪੜ੍ਹੇ ਤਾਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ, ਪਿਛਲੇ 2 ਲੈਕਚਰ ਨੇ। ਅਤੇ ਸਾਡਾ ਟੀਚਾ ਇਹ ਨਿਰਧਾਰਿਤ ਕਰਨਾ ਹੈ ਕਿ ਮੈਗੀ ਆਰਟ ਦੇ ਸੰਬੰਧ ਵਿੱਚ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਹੀ, ਯਾਨੀ ਕਿ ਜਿਹੜੀ ਡਬਲਿਊ ਹੈ। ਅਤੇ ਚਿੱਤਰ 2.1 ਦੇ ਵਿੱਚ ਇਹ ਸੈਟਅਪ ਦਿਖਾਇਆ ਗਿਆ। ਦੁਬਾਰਾ ਚਿੱਤਰ ਜਿਹੜਾ 1 ਵਾਲਾ ਇਸ 'ਤੇ ਫੇਰ ਮੈਂ ਨਜ਼ਰ ਮਰਾ ਦਿੰਦਾ ਤੁਹਾਡੀ, ਅਤੇ ਇਸ ਦੇ ਵਿੱਚ ਇਹ ਡਬਲਿਊ ਹੈ ਜਿਹੜਾ ਇਹ ਅਸੀਂ ਪਤਾ ਕਰਨਾ ਹੈ। ਵੀ ਅਤੇ ਯੂ ਸਾਨੂੰ ਦਿੱਤੇ ਹੋਏ ਨੇ। ਥੋੜ੍ਹੀ ਦੇਰ ਇਹ ਤਸਵੀਰ ਹੋਰ ਛਾਪ ਕੇ ਰੱਖਦੇ ਹਾਂ। ਇਸ ਤੋਂ ਬਾਅਦ ਅੱਗੇ ਰੈਫਰੈਂਸ ਦੇ 3 ਫਰੇਮ ਅਤੇ 3 ਕੋਆਰਡੀਨੇਟਾਂ ਦੇ 3 ਸੈੱਟ ਹੈ ਇੱਥੇ ਸਾਡੇ ਕੋਲ, ਆਰਟ ਦਾ, ਲੈਨੀ ਦਾ ਅਤੇ ਮੈਗੀ ਦਾ। ਅਤੇ ਹੁਣ ਅਸੀਂ ਇਹਨਾਂ ਨੂੰ ਜੋੜਨ ਦੇ ਲਈ ਜਿਹੜੇ ਪਹਿਲਾਂ ਫਾਰਮੂਲੇ ਸਿੱਖੇ ਸੀ ਉਹਨਾਂ ਦੀ ਵਰਤੋਂ ਕਰਾਂਗੇ। ਤਾਂ ਮੰਨ ਲਓ ਐਕਸ ਅਤੇ ਟੀ ਰੇਲ ਸਟੇਸ਼ਨ 'ਤੇ ਜਿਹੜਾ ਰੈਸਟ ਦੇ ਉੱਤੇ ਫਰੇਮ ਹੈ, ਆਰਟ ਦਾ ਫਰੇਮ ਹੈ, ਉਸਦੇ ਕੋਆਰਡੀਨੇਟ ਨੇ ਇਹ ਐਕਸ ਅਤੇ ਟੀ, ਅਤੇ ਐਕਸ ਪ੍ਰਾਈਮ ਅਤੇ ਟੀ ਪ੍ਰਾਈਮ ਇਹ ਲੈਨੀ ਦੇ ਫਰੇਮ ਨੇ। ਇਹਨਾਂ ਨੂੰ ਲੈਨੀ ਦੇ ਫਰੇਮ ਦੇ ਵਿੱਚ ਕੋਆਰਡੀਨੇਟ ਮੰਨ ਸਕਦੇ ਹਾਂ ਜੋ ਟ੍ਰੇਨ ਦੇ ਵਿੱਚ ਆਰਾਮ ਦੇ ਉੱਤੇ ਹੈ। ਉਹ ਜਿਹੜਾ ਆਰਟ ਹੈ ਇਹ ਸਟੇਸ਼ਨ ਦੇ ਉੱਤੇ ਆਰਾਮ 'ਤੇ ਹੈ, ਅਤੇ ਅੰਤ ਦੇ ਵਿੱਚ ਇੱਕ ਤੀਜਾ ਕੋਆਰਡੀਨੇਟ ਸਿਸਟਮ ਹੈ ਸਾਡੇ ਕੋਲ, ਐਕਸ ਡਬਲ ਪ੍ਰਾਈਮ ਟੀ ਡਬਲ ਪ੍ਰਾਈਮ। ਇਹ ਮੈਗੀ ਦੇ ਕੋਆਰਡੀਨੇਟ ਨੇ ਜੋ ਸਾਈਕਲ 'ਤੇ ਹੈ, ਜਿਹੜੇ ਕਿ ਗਤੀਸ਼ੀਲ ਨੇ, ਲੇਕਿਨ ਸਾਈਕਲ ਦੇ ਵਿੱਚ ਰੈਸਟ 'ਤੇ ਹੈ, ਲੇਕਿਨ ਇਹ ਲੈਨੀ ਦੇ ਅਗੇਂਸਟ ਇਸ ਦੀ ਗਤੀ ਹੈ, ਅਤੇ ਇਸ ਦੀ ਆਰਟ ਦੇ ਅਗੇਂਸਟ ਵੀ ਇਸ ਦੀ ਗਤੀ ਹੈਗੀ ਹੈ। ਇਹ ਡਬਲ ਪ੍ਰਾਈਮ ਨੇ, ਇਸ ਦੀ ਸਪੀਡ ਹੋਰ ਵੀ ਡਬਲ ਹੈ ਇਸ ਤੋਂ।
ਤਾਂ ਫਰੇਮਾਂ ਦਾ ਹਰੇਕ ਜੋੜਾ ਢੁਕਵੀਂ ਵੈਲੋਸਿਟੀ ਦੇ ਨਾਲ ਲੋਰੈਂਟਸ ਪਰਿਵਰਤਨ ਦੁਆਰਾ ਸੰਬੰਧਿਤ ਹੈ ਇੱਥੇ। ਤੇ ਉਦਾਹਰਨ ਦੇ ਲਈ ਲੈਨੀ ਅਤੇ ਆਰਟ ਦੇ ਨਿਰਦੇਸ਼ਾਂਕ ਇਸ ਰਾਹੀਂ ਸੰਬੰਧਿਤ ਹੁੰਦੇ ਆ। ਤਾਂ ਲੈਨੀ ਤੇ ਆਰਟ ਦੇ ਜਿਹੜੇ ਕੋਆਰਡੀਨੇਟ ਨੇ ਉਹਨਾਂ ਦੇ ਲਈ ਅਸੀਂ ਇਹ ਫਾਰਮੂਲਾ ਜਿਵੇਂ ਪਹਿਲਾਂ ਪੜ੍ਹਿਆ ਐਕਸ ਪ੍ਰਾਈਮ ਇਜ਼ ਇਕੁਅਲ ਟੂ ਐਕਸ ਮਾਈਨਸ ਵੀ ਟੀ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਅੰਡਰ ਰੂਟ 2.1 ਤੇ ਦੂਜਾ ਟੀ ਪ੍ਰਾਈਮ ਵਾਲਾ ਜਿਹੜਾ ਜਿਵੇਂ ਟੀ ਪ੍ਰਾਈਮ ਵਾਲਾ ਲੈਨੀ ਦਾ ਕੋਆਰਡੀਨੇਟ ਹੈ, ਇਹ ਆਰਟ ਦੇ ਟੀ ਤੇ ਐਕਸ ਨਾਲੋਂ ਇਸ ਤਰ੍ਹਾਂ ਸੰਬੰਧਿਤ ਹੈ ਟੀ ਮਾਈਨਸ ਵੀ ਐਕਸ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਅੰਡਰ ਰੂਟ। ਇਹ 2.2 ਨੰਬਰ ਫਾਰਮੂਲਾ ਅਸੀਂ ਪਹਿਲਾਂ ਵੀ ਪੜ੍ਹਿਆ ਇਹ ਦੁਬਾਰਾ ਇੱਥੇ ਅਸੀਂ ਲਿਖਤਾ। ਤਾਂ ਇਹ ਲੈਨੀ ਦੇ ਕੋਆਰਡੀਨੇਟ ਨੇ ਜਿਹੜੇ ਇਸ ਤਰ੍ਹਾਂ ਨੇ। ਦੂਜਾ ਇਸ ਦੇ ਵਿੱਚ ਅੱਗੇ ਅਸੀਂ ਦੇਖਦੇ ਹਾਂ ਕਿ ਅੱਗੇ ਇਹਨਾਂ ਨੂੰ ਫਿਰ ਅਗਲੀ ਜਿਹੜੀ ਦੂਜੇ ਉਸਦੇ ਕੋਆਰਡੀਨੇਟ ਨੇ, ਇਹ ਕੋਆਰਡੀਨੇਟ ਅਸੀਂ ਇੱਥੇ ਲਿਖਤੇ ਨੇ। ਅਸੀਂ ਇਹਨਾਂ ਸੰਬੰਧਾਂ ਨੂੰ ਉਲਟਾਉਣਾ ਵੀ ਜਾਣਦੇ ਹਾਂ, ਯਾਨੀ ਕਿ ਅਗਰ ਉਸਦੇ ਵੈਲੋਸਿਟੀ ਨੂੰ ਅਗਰ ਅਸੀਂ ਅਪੋਜ਼ਿਟ ਕਰਨਾ ਹੋਵੇ ਤਾਂ ਉਹਦੇ ਜਿਵੇਂ ਉਹ ਦੂਜੀ ਜਿਹੜੀ ਉਸਦੀ ਐਕਸ ਪ੍ਰਾਈਮ ਅਤੇ ਟੀ ਪ੍ਰਾਈਮ ਦੇ ਰੂਪ ਦੇ ਵਿੱਚ ਐਕਸ ਤੇ ਟੀ ਨੂੰ ਹੱਲ ਕਰਨਾ ਹੁੰਦਾ, ਜਿਵੇਂ ਉਵੇਂ ਅਸੀਂ ਕਰ ਸਕਦੇ ਹਾਂ ਕਿ ਐਕਸ ਪ੍ਰਾਈਮ ਤੇ ਟੀ ਪ੍ਰਾਈਮ ਨੇ ਜਿਹੜੇ ਉਹ ਮੈਂ ਤੁਹਾਨੂੰ ਯਾਦ ਕਰਵਾਵਾਂਗਾ ਕਿ ਇਹ ਨਤੀਜਾ ਇਹ ਹੁੰਦਾ ਹੈ ਕਿ ਇਹਦੇ ਵਿੱਚ ਐਕਸ ਹੈ ਜਿਹੜਾ ਇਹ ਅਗਰ ਇੱਥੇ ਅਸੀਂ ਐਕਸ ਪ੍ਰਾਈਮ ਨੂੰ ਐਕਸ ਤੇ ਟੀ ਦੀਆਂ ਟਰਮਾਂ 'ਚ ਲਿਖਿਆ, ਇੱਥੇ ਐਕਸ ਨੂੰ ਅਗਰ ਐਕਸ ਪ੍ਰਾਈਮ ਅਤੇ ਟੀ ਪ੍ਰਾਈਮ ਦੀਆਂ ਟਰਮਾਂ 'ਚ ਲਿਖਣਾ ਤਾਂ ਵੈਲੋਸਿਟੀ ਨੈਗੇਟਿਵ ਲੈਣੀ ਪਏਗੀ। ਇੱਥੇ ਮਾਈਨਸ ਵੀ ਹੈ ਵੈਲੋਸਿਟੀ, ਇੱਥੇ ਪੋਜ਼ੀਟਿਵ ਵੀ ਲੈਣੀ ਪਏਗੀ, ਇਸ ਤੋਂ ਮਾਈਨਸ ਲੈਣੀ ਪਏਗੀ ਜਿਹੜੀ ਕਿ ਐਕਸ ਪ੍ਰਾਈਮ ਪਲੱਸ ਵੀ ਟੀ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਅੰਡਰ ਰੂਟ ਇੱਦਾਂ ਬਣੇਗੀ। ਇਸੇ ਤਰ੍ਹਾਂ ਟੀ ਦੇ ਕੋਆਰਡੀਨੇਟ ਦੇ ਵਿੱਚ ਵੀ ਟੀ ਪ੍ਰਾਈਮ ਪਲੱਸ ਵੀ ਐਕਸ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਅੰਡਰ ਰੂਟ ਇਹ ਟੀ ਬਣੇਗਾ। ਇਹ ਟੀ ਹੈ ਜਿਹੜਾ ਇਹ ਆਰਟ ਦਾ, ਯਾਨੀ ਕਿ ਆਰਟ ਦੇ ਕੋਆਰਡੀਨੇਟ ਨੇ ਜਿਹੜੇ ਇਸ ਨਾਲ ਇਸ ਤਰ੍ਹਾਂ ਸੰਬੰਧਿਤ ਹੈ, ਅਤੇ ਇੱਧਰ ਲੈਨੀ ਦੇ ਕੋਆਰਡੀਨੇਟ ਨੇ ਜਿਹੜੇ ਆਰਟ ਵਾਲੇ ਕੋਆਰਡੀਨੇਟਰ ਨਾਲ ਇਸ ਤਰੀਕੇ ਨਾਲ ਸੰਬੰਧਿਤ ਹੈ। ਇਹਨਾਂ ਨੂੰ ਉਲਟਾਉਣਾ ਹੋਵੇ ਤਾਂ ਵੈਲੋਸਿਟੀ ਵੀ ਨੈਗੇਟਿਵ ਲੈਣੀ ਪਏਗੀ। ਇਹ ਤੁਸੀਂ ਸਮਝ ਸਕਦੇ ਹੋ ਕਿ ਅਗਰ ਇੱਕ ਚੀਜ਼ ਕਿਸੇ ਦੇ ਅਗੇਂਸਟ ਵੈਲੋਸਿਟੀ ਵੀ ਨਾਲ ਜਾ ਰਹੀ ਹੈ ਤਾਂ ਉਹ ਦੂਜੇ ਦੇ ਅਗੇਂਸਟ ਉਹ ਜਿਵੇਂ ਆਪਾਂ ਅੱਗੇ ਨੂੰ ਜਾ ਰਹੇ ਹੁੰਦੇ ਹਾਂ ਗੱਡੀ ਦੇ ਵਿੱਚ ਅਤੇ ਸਾਡੀ ਵੈਲੋਸਿਟੀ ਅਗਰ ਅੱਗੇ ਨੂੰ ਹੈ, ਸਾਨੂੰ ਪਤਾ ਲੱਗਦਾ ਕਿ ਦਰਖਤ ਨੇ ਜਿਹੜੇ ਉਹ ਪਿੱਛੇ ਨੂੰ ਭੱਜ ਰਹੇ ਆ, ਉਹਨਾਂ ਦੀ ਵੈਲੋਸਿਟੀ ਨੈਗੇਟਿਵ ਹੁੰਦੀ ਸਾਡੇ ਤੋਂ, ਇਸ ਲਈ ਇੱਥੇ ਨੈਗੇਟਿਵ ਵੀ ਲੈਣੀ ਪੈਂਦੀ ਸਾਨੂੰ। ਅਤੇ ਨੈਗੇਟਿਵ ਵੀ ਇੱਥੇ ਪਹਿਲਾਂ ਹੀ ਆਲਰੇਡੀ ਨੈਗੇਟਿਵ ਹੈ ਫਾਰਮੂਲੇ ਦੇ ਵਿੱਚ, ਤਾਂ ਇੱਥੇ ਪੋਜ਼ੀਟਿਵ ਆ ਜਾਂਦਾ, ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਹਾਂ। ਇਸ ਤੋਂ ਅੱਗੇ ਪੜ੍ਹਦੇ ਹਾਂ। ਮੈਂ ਸਕਰੀਨ ਇਹਦੇ ਵਿੱਚ ਵੱਡੀ ਉਹ ਲਗਾ ਦਿੰਦਾ ਕਿਉਂਕਿ ਇੱਥੇ ਫੋਟੋ ਦੀ ਸਾਨੂੰ ਜ਼ਿਆਦਾ ਜ਼ਰੂਰਤ ਨਹੀਂ, ਸਾਨੂੰ ਫਾਰਮੂਲਿਆਂ ਦੀ ਜ਼ਰੂਰਤ ਹੈ। ਫਾਰਮੂਲੇ ਹੀ ਸਿੱਖਣਾ ਇੱਕ ਚੰਗੀ ਆਦਤ ਹੈ। ਹਾਂ, ਇਸਦੇ 'ਚ ਸਾਡਾ ਤੀਜਾ ਨਿਰੀਖਕ ਹੈ ਜਿਹੜਾ ਹੁਣ ਮੈਗੀ, ਹੁਣ ਇਸ ਦੀ ਗੱਲ ਹੋ ਰਹੀ ਹੈ, ਇੱਥੇ ਟਾਈਟਲ ਵੀ ਸਾਡਾ ਚੇਂਜ ਹੋ ਗਿਆ, ਵੈਲੋਸਿਟੀ ਜੋੜਨ ਵਿੱਚ ਮੈਗੀ ਇਹਦਾ ਨਾਮ ਆ ਗਿਆ। ਤੀਜਾ ਅਬਜ਼ਰਵਰ ਜਿਹੜਾ ਮੈਗੀ ਹੈ, ਤਾਂ ਮੈਗੀ ਬਾਰੇ ਅਸੀਂ ਜੋ ਜਾਣਦੇ ਹਾਂ ਉਹ ਇਹ ਹੈ ਕਿ ਉਹ ਲੈਨੀ ਦੇ ਰਿਲੇਟਿਵ ਵੈਲੋਸਿਟੀ ਯੂ ਦੇ ਨਾਲ ਅੱਗੇ ਵਧ ਰਿਹਾ ਹੈ, ਅਤੇ ਅਸੀਂ ਇਸ ਨੂੰ ਲੈਨੀ ਅਤੇ ਮੈਗੀ ਦੇ ਕੋਆਰਡੀਨੇਟਾਂ ਨੂੰ ਜੋੜਨ ਵਾਲੇ ਲੋਰੈਂਟਸ ਟਰਾਂਸਫੋਰਮੇਸ਼ਨ ਜਿਹੜੀ ਇਸ ਵਾਰੀ ਵੈਲੋਸਿਟੀ ਯੂ ਰਾਹੀਂ ਪ੍ਰਗਟ ਕਰਾਂਗੇ ਕਿ ਐਕਸ ਡਬਲ ਪ੍ਰਾਈਮ ਹੈ ਜਿਹੜਾ, ਜਿਵੇਂ ਇੱਥੇ ਅਸੀਂ ਦੂਜਿਆਂ ਨੂੰ ਇੱਥੇ ਉੱਪਰ ਲਿਖਿਆ ਜਿਵੇਂ ਲੈਨੀ ਤੇ ਆਰਟ ਵਾਲਿਆਂ ਨੂੰ, ਇੱਥੇ ਐਕਸ ਡਬਲ ਪ੍ਰਾਈਮ ਹੈ ਜਿਹੜਾ ਐਕਸ ਪ੍ਰਾਈਮ ਨਾਲੋਂ ਇਹ ਐਕਸ ਪ੍ਰਾਈਮ ਮਾਈਨਸ ਯੂ ਟੀ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਯੂ ਸਕੇਅਰ ਦੇ ਬਰਾਬਰ ਹੋਏਗਾ, ਕਿਉਂਕਿ ਵੈਲੋਸਿਟੀ ਇੱਥੇ ਯੂ ਹੈ ਉਸਦੀ ਲੈਨੀ ਦੀ, ਅਤੇ ਉਹ ਮੈਗੀ ਦੀ ਵੈਲੋਸਿਟੀ ਜਿਹੜੀ ਉਹ ਇਹਦੇ ਵਿੱਚ ਐਕਸ ਪ੍ਰਾਈਮ ਮਾਈਨਸ ਮੈਗੀ ਦੀ ਇਹ ਲੈਨੀ ਦੇ ਅਗੇਂਸਟ ਵੈਲੋਸਿਟੀ ਹੈ ਯੂ, ਤਾਂ ਕਰਕੇ ਇਹ ਐਕਸ ਪ੍ਰਾਈਮ ਮਾਈਨਸ ਯੂ ਟੀ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਯੂ ਸਕੇਅਰ ਬਣੇਗੀ, ਵੀ ਦੀ ਜਗ੍ਹਾ ਅਸੀਂ ਯੂ ਯੂਜ਼ ਕਰਾਂਗੇ। ਇਸੇ ਤਰ੍ਹਾਂ ਟੀ ਡਬਲ ਪ੍ਰਾਈਮ ਦੇ ਲਈ ਇਹ ਟੀ ਸਿੰਗਲ ਪ੍ਰਾਈਮ ਤੋਂ ਇਸ ਤਰ੍ਹਾਂ ਇਸ ਰਿਲੇਸ਼ਨ ਦੇ ਨਾਲ ਸੰਬੰਧਿਤ ਹੋਏਗੀ, ਟੀ ਪ੍ਰਾਈਮ ਮਾਈਨਸ ਯੂ ਐਕਸ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਯੂ ਸਕੇਅਰ। 2.6 ਨੰਬਰ ਇਕੁਏਸ਼ਨ ਹੈ, ਇਹ 2.5 ਨੰਬਰ ਇਕੁਏਸ਼ਨ ਹੈ। ਅਤੇ ਸਾਡਾ ਟੀਚਾ ਆਰਟਸ ਅਤੇ ਮੈਗੀ ਦੇ ਕੋਆਰਡੀਨੇਟ ਦੇ ਨਾਲ ਸੰਬੰਧਿਤ ਪਰਿਵਰਤਨ ਨੂੰ ਲੱਭਣਾ ਹੈ ਅਤੇ ਉਸ ਪਰਿਵਰਤਨ ਤੋਂ ਉਹਨਾਂ ਦੀ ਰਿਲੇਟਿਵ ਵੈਲੋਸਿਟੀ ਨੂੰ ਪੜ੍ਹਨਾ ਹੈ। ਤਾਂ ਦੂਜੇ ਸ਼ਬਦਾਂ ਵਿੱਚ ਅਸੀਂ ਲੈਨੀ ਨੂੰ ਹਟਾਉਣਾ ਚਾਹੁੰਦੇ ਹਾਂ ਇਸ ਵਿੱਚੋਂ, ਕਿਉਂਕਿ ਅਸੀਂ ਆਰਟ ਦੇ ਅਗੇਂਸਟ ਹੀ ਲੱਭਣਾ ਉਸਨੂੰ, ਮੈਗੀ ਦੇ ਜਿਹੜੇ ਕੋਆਰਡੀਨੇਟਾਂ ਨੂੰ, ਤਾਂ ਉਸ ਵਿੱਚ ਉਹ ਲੈਨੀ ਜੋ ਗੱਭੇ ਵਾਲਾ ਸਿਸਟਮ ਹੈ ਉਹ ਅਸੀਂ ਚੁੱਕਣਾ ਚਾਹੁੰਦੇ ਹਾਂ ਇਸ ਵਿੱਚੋਂ। ਤਾਂ ਆਓ ਇਕੁਏਸ਼ਨ 2.5 ਦੇ ਨਾਲ ਸ਼ੁਰੂ ਕਰਦੇ ਹਾਂ, ਇਸ ਇਕੁਏਸ਼ਨ ਦੇ ਨਾਲ ਜਿਹੜੀ ਐਕਸ ਡਬਲ ਪ੍ਰਾਈਮ ਇਜ਼ ਇਕੁਅਲ ਟੂ ਐਕਸ ਪ੍ਰਾਈਮ ਮਾਈਨਸ ਯੂ ਟੀ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਯੂ ਸਕੇਅਰ ਵਾਲੀ ਇਕੁਏਸ਼ਨ ਹੈ। ਇਸ ਦੇ ਨਾਲ ਅਸੀਂ ਅੱਗੇ ਸਾਰੀ ਕਾਰਵਾਈ ਕਰਾਂਗੇ। ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਭਰਾਂਗੇ, ਅਸੀਂ ਇਸ ਇਕੁਏਸ਼ਨ 2.1 ਹੈ ਵਾਲੀ ਜੋ ਸਾਡੀ,
ਅਤੇ 2.2 ਅਸੀਂ ਇਹ ਵਾਲੀ ਜੋ ਇਕੁਏਸ਼ਨ ਹੈ ਸਭ ਤੋਂ ਪਹਿਲਾਂ ਜਿਹੜੀ ਆਰਟ ਤੇ ਲੈਣੀ ਵਾਲੇ ਸੰਬੰਧ ਨੇ ਇਸ ਵਿੱਚ ਇਹ ਵਰਤਦੇ ਹੋਏ ਸੱਜੇ ਪਾਸੇ ਐਕਸ ਪ੍ਰਾਈਮ ਅਤੇ ਟੀ ਪ੍ਰਾਈਮ ਲਈ ਬਦਲ ਭਰੋ। ਤਾਂ ਇਹਦੇ ਵਿੱਚ ਐਕਸ ਪ੍ਰਾਈਮ ਦੀ ਜਗ੍ਹਾ ਅਸੀਂ ਆਹ ਭਰਾਂਗੇ 2.1 ਵਾਲੇ ਐਕਸ ਮਾਈਨਸ ਵੀ ਟੀ, ਕਿਉਂਕਿ ਐਕਸ ਪ੍ਰਾਈਮ ਇਸ ਵਿੱਚੋਂ ਖਤਮ ਹੋ ਜਾਏਗਾ, ਸਿਰਫ ਐਕਸ ਤੇ ਟੀ ਵਾਲੇ ਕੋਆਰਡੀਨੇਟ ਆਪਣੇ ਆਪ ਆ ਜਾਣਗੇ। ਤਾਂ ਅਸੀਂ ਇਸ ਦੇ ਵਿੱਚ ਜਦੋਂ ਭਰਾਂਗੇ ਤਾਂ ਦੇਖੋ ਇੱਥੇ ਕਾਫੀ ਲੰਬੀ ਚੌੜੀ ਇਕੁਏਸ਼ਨ ਬਣ ਜਾਣੀ ਹੈ। ਐਕਸ ਪ੍ਰਾਈਮ ਦੀ ਜਗ੍ਹਾ ਇਹ ਪੂਰੀ ਇਕੁਏਸ਼ਨ ਇੱਥੇ ਐਕਸ ਪ੍ਰਾਈਮ ਜਿਵੇਂ ਐਕਸ ਮਾਈਨਸ ਵੀ ਟੀ ਡਿਵਾਈਡ ਬਾਈ 1 ਮਾਈਨਸ ਵੀ ਸਕੇਅਰ ਇੱਥੇ ਆ ਜਾਏਗਾ। ਇਹ ਸਾਰਾ ਇਹ ਐਕਸ ਪ੍ਰਾਈਮ ਹੈ ਤੇ ਇਸ ਤੋਂ ਬਾਅਦ ਯੂ ਟੀ ਪ੍ਰਾਈਮ ਹੈ, ਯੂ ਐਜ਼ ਇਟ ਇਜ਼ ਰਹੇਗਾ। ਟੀ ਪ੍ਰਾਈਮ ਦੀ ਜਗ੍ਹਾ ਅਸੀਂ ਆਹ ਭਰਾਂਗੇ 2.2 ਨੰਬਰ ਇਕੁਏਸ਼ਨ, ਇਹ ਹੈਗੀ ਆ ਟੀ ਮਾਈਨਸ ਵੀ ਐਕਸ ਡਿਵਾਈਡ ਬਾਈ 1 ਮਾਈਨਸ ਵੀ ਸਕੇਅਰ ਡਿਵਾਈਡ ਬਾਈ 1 ਮਾਈਨਸ ਯੂ ਸਕੇਅਰ ਇਹ ਹੈ ਇੱਥੇ ਆਲਰੇਡੀ, ਬਾਕੀ ਚੀਜ਼ਾਂ ਨੂੰ ਨਹੀਂ ਛੇੜਨਾ, ਸਿਰਫ ਐਕਸ ਪ੍ਰਾਈਮ ਅਤੇ ਟੀ ਪ੍ਰਾਈਮ ਦੀ ਵੈਲਿਊ ਅਸੀਂ ਇੱਥੇ ਦੋਵਾਂ ਦੀ ਭਰੀ ਹੈ। ਤੇ ਇੱਧਰ ਐਕਸ ਡਬਲ ਪ੍ਰਾਈਮ ਹੈ ਜਿਹੜਾ ਅਸੀਂ ਲੱਭਣਾ, ਤੇ ਇੱਥੇ ਡਿਨੋਮੀਨੇਟਰ ਨੂੰ ਹੁਣ ਅਸੀਂ ਅਗਰ ਮਿਲਾ ਦਿੰਦੇ ਇਹਦੇ ਵਿੱਚ, ਜਿਵੇਂ ਇਹਨੂੰ ਥੱਲੇ ਲਿਆਉਂਦੇ 1 ਮਾਈਨਸ ਵੀ ਸਕੇਅਰ ਦੋਨਾਂ ਵਿੱਚ ਹੈ ਡਿਨੋਮੀਨੇਟਰ 1 ਮਾਈਨਸ ਵੀ ਸਕੇਅਰ, ਤਾਂ 1 ਮਾਈਨਸ ਵੀ ਸਕੇਅਰ ਤੇ 1 ਮਾਈਨਸ ਯੂ ਸਕੇਅਰ ਇੱਥੇ ਥੱਲੇ ਲਿਖਿਆ ਜਾਂਦਾ। ਉੱਪਰਲੇ ਪਾਸੇ ਆ ਜਾਂਦਾ ਸਾਡੇ ਕੋਲ ਐਕਸ ਮਾਈਨਸ ਵੀ ਟੀ ਮਾਈਨਸ ਯੂ ਟੀ, ਯੂ ਦੇ ਨਾਲ ਅੱਗੇ ਟੀ ਮਾਈਨਸ ਵੀ ਐਕਸ ਦੀ ਗੁਣਾ, ਐਵੇਂ ਐਜ਼ ਇਟ ਇਜ਼ ਲਿਖਦੇ ਹਾਂ ਇਸਨੂੰ। 2.7 ਨੰਬਰ ਇਕੁਏਸ਼ਨ ਹੈ ਇਹ। ਹੁਣ ਅਸੀਂ ਮੁੱਖ ਨੁਕਤੇ ਤੇ ਆਉਂਦੇ ਹਾਂ। ਆਰਟਸ ਦੇ ਮੁਕਾਬਲੇ ਆਰਟ ਦੇ ਫਰੇਮ ਦੇ ਵਿੱਚ ਮੈਗੀ ਦੀ ਵੈਲੋਸਿਟੀ ਨੂੰ ਨਿਰਧਾਰਿਤ ਕਰਨਾ ਹੈ ਹੁਣ ਅਸੀਂ, ਤਾਂ ਇਸ ਨੂੰ ਅਗਲੇ ਸਲਾਈਡ ਤੇ ਅਸੀਂ ਲੈ ਚੱਲਦੇ ਹਾਂ। ਤਾਂ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਕੁਏਸ਼ਨ 2.7 ਵਿੱਚ ਇੱਕ ਲੋਰੈਂਸ ਟਰਾਂਸਫਰਮੇਸ਼ਨ ਦਾ ਰੂਪ ਹੈ। ਇਹ ਅਸਲ 'ਚ ਹੁੰਦਾ ਹੈ, ਪਰ ਖੁਸ਼ਕਿਸਮਤੀ ਨਾਲ ਅਸੀਂ ਇਸ ਪਲ ਲਈ ਮੁੱਦੇ ਤੋਂ ਬਚ ਸਕਦੇ ਹਾਂ। ਤਾਂ ਧਿਆਨ ਦਿਓ ਕਿ ਮੈਗੀ ਦੀ ਵਿਸ਼ਵ ਰੇਖਾ ਸਮੀਕਰਨ ਐਕਸ ਡਬਲ ਪ੍ਰਾਈਮ ਇਜ਼ ਇਕੁਅਲ ਟੂ 0 ਦੁਆਰਾ ਦਿੱਤੀ ਜਾਂਦੀ ਹੈ, ਯਾਨੀ ਕਿ ਮੈਗੀ ਦੀ ਜਿਹੜੀ ਆਪਣੀ ਵਰਲਡ ਲਾਈਨ ਹੈ ਉਸ ਦੇ ਵਿੱਚ ਉਸਦਾ ਆਪਣਾ ਕੋਆਰਡੀਨੇਟ ਐਕਸ ਡਬਲ ਪ੍ਰਾਈਮ 0 ਹੁੰਦਾ ਜਦੋਂ, ਉਦੋਂ ਅਸੀਂ ਉਸਦੀ ਜਿਹੜੀ ਵਰਲਡ ਲਾਈਨ ਹੈ ਉਹ ਐਕਸ ਡਬਲ ਪ੍ਰਾਈਮ 0 ਦੁਆਰਾ ਦਿੱਤੀ ਜਾਂਦੀ ਹੈ। ਤਾਂ ਇਸ ਦੇ ਸਹੀ ਹੋਣ ਦੇ ਲਈ ਸਾਨੂੰ ਸਿਰਫ ਇਸ ਇਕੁਏਸ਼ਨ 'ਚ 2.7 ਦੇ ਵਿੱਚ ਨਿਊਮਰੇਟਰ ਜਿਹੜਾ ਉੱਪਰਲਾ, ਜਿਵੇਂ ਐਕਸ ਡਬਲ ਪ੍ਰਾਈਮ ਨੂੰ ਅਸੀਂ 0 ਭਰੀਏ ਤਾਂ ਇਸਦਾ ਨਿਊਮਰੇਟਰ ਸਾਨੂੰ 0 ਕਰਨਾ ਪਏਗਾ। ਤਾਂ ਨਿਊਮਰੇਟਰ ਨੂੰ 0 ਸੈੱਟ ਕਰਨ ਦੀ ਸਾਨੂੰ ਸਿਰਫ ਲੋੜ ਹੁੰਦੀ ਹੈ। ਤਾਂ ਚਲੋ ਨਿਊਮਰੇਟਰ ਦੇ ਵਿੱਚ ਰਕਮਾਂ ਨੂੰ ਮਿਲਾ ਦਈਏ। ਤਾਂ ਨਿਊਮਰੇਟਰ 'ਚ ਰਕਮਾਂ ਨੇ ਐਕਸ ਮਾਈਨਸ ਵੀ ਟੀ ਮਾਈਨਸ ਯੂ ਮਲਟੀਪਲਾਈਡ ਬਾਈ ਟੀ ਮਾਈਨਸ ਵੀ ਐਕਸ, ਇਸ ਨੂੰ ਅਸੀਂ 0 ਦੇ ਬਰਾਬਰ ਕਰਨਾ ਅਤੇ ਇਸ ਨੂੰ ਅੱਗੇ ਹੋਰ ਖੋਲ੍ਹ ਦਿੰਦੇ ਹਾਂ। ਐਕਸ ਮਾਈਨਸ ਵੀ ਟੀ ਦੇ ਵਿੱਚ ਇੱਥੇ ਇੱਕ ਇੱਧਰ ਯੂ ਟੀ ਪਲੱਸ ਵੀ ਐਕਸ ਹੈ, ਤਾਂ ਇਹਦੇ 'ਚ ਯੂ ਅਤੇ ਵੀ ਦੀ ਗੁਣਾ ਵੀ ਹੈ, ਯੂ ਵੀ ਦੇ ਨਾਲ ਵੀ ਐਕਸ ਹੈ, ਇੱਕ ਤਾਂ ਐਕਸ ਇਕੱਲਾ ਇੱਥੇ, ਦੂਜਾ ਇੱਥੋਂ ਮਾਈਨਸ ਯੂ ਟੀ ਅਤੇ ਪਲੱਸ ਵੀ ਐਕਸ, ਤਾਂ ਮਾਈਨਸ ਯੂ ਟੀ ਇਹ ਲਿਖਿਆ ਗਿਆ, ਪਲੱਸ ਵੀ ਐਕਸ ਇੱਥੇ ਲਿਖ ਕੇ ਇਸ ਦੇ ਨਾਲ ਵੀ ਐਕਸ ਦੇ ਨਾਲ ਯੂ ਦੀ ਗੁਣਾ, ਯਾਨੀ ਕਿ ਪਲੱਸ ਵੀ ਐਕਸ ਇੱਥੇ ਲਿਖਤਾ ਸੀ, ਇਹ ਮਾਈਨਸ ਯੂ ਟੀ ਇਹ ਲਾਸਟ ਵਿੱਚ ਲਿਖਤਾ, ਅਤੇ ਇੱਥੇ ਇੱਕ ਵੀ ਟੀ ਆਲਰੇਡੀ ਲਿਖਿਆ ਵਾ ਹੀ ਹੈ, ਮਾਈਨਸ ਵੀ ਟੀ ਆਲਰੇਡੀ ਲਿਖਿਆ ਵਾ ਹੀ ਹੈ, ਅਤੇ ਇਹ ਰਕਮ ਆ ਗਈ। ਬੜਾ ਸੌਖਾ ਹੀ ਹੈ। ਇਸ ਦੇ ਵਿੱਚ ਇਸ ਤੋਂ ਬਾਅਦ ਅਸੀਂ ਐਕਸ ਨੂੰ ਇਕੱਲਾ ਕੱਢ ਲੈਂਦੇ ਹਾਂ ਇੱਥੇ, ਅਤੇ ਇਹ ਆ ਗਿਆ 1 ਪਲੱਸ ਯੂ ਵੀ ਆ ਗਿਆ, ਐਕਸ ਦੇ ਨਾਲ ਗੁਣਾ ਹੈ। ਇੱਧਰ ਵੀ ਟੀ ਅਤੇ ਯੂ ਟੀ ਦੇ ਵਿੱਚੋਂ ਟੀ ਨੂੰ ਇਕੱਲਾ ਕੱਢ ਲੈਣ 'ਤੇ ਵੀ ਪਲੱਸ ਯੂ ਆ ਜਾਂਦਾ। ਤਾਂ ਇਹ ਇਕੁਏਸ਼ਨ ਸਾਡੇ ਕੋਲ ਆ ਜਾਂਦੀ ਹੈ, ਅਤੇ ਇਸ ਦੀ ਵੈਲਿਊ ਹੈ ਜੋ ਨਿਊਮਰੇਟਰ ਦੀ, ਅਤੇ ਇਸਦੇ ਵਿੱਚ ਇਹ ਆ ਜਾਂਦਾ ਸਾਡੇ ਕੋਲ 1 ਪਲੱਸ ਯੂ ਵੀ ਐਕਸ ਮਾਈਨਸ ਵੀ ਪਲੱਸ ਯੂ ਮਲਟੀਪਲਾਈਡ ਬਾਈ ਟੀ ਇਜ਼ ਇਕੁਅਲ ਟੂ 0, ਅਤੇ ਇਸ ਨੂੰ ਜੋ ਇਹ ਨਤੀਜਾ ਦਿੰਦਾ ਇੱਥੋਂ ਜਿਹੜਾ ਐਕਸ ਦੀ ਵੈਲਿਊ ਅਸੀਂ ਇੱਥੋਂ ਦੇਖ ਸਕਦੇ ਹਾਂ ਕਿ ਅਸੀਂ ਇੱਧਰ ਵੀ ਪਲੱਸ ਯੂ ਨੂੰ ਇੱਧਰ ਇੱਥੇ ਹੀ ਰੱਖਦੇ ਹਾਂ, ਵੀ ਪਲੱਸ ਯੂ ਅਤੇ ਟੀ ਨੂੰ ਇੱਥੇ ਹੀ ਰੱਖਦੇ ਹਾਂ। ਇੱਧਰ ਵਾਲਾ ਜੋ ਐਕਸ ਜਾਂ ਇਸ ਨੂੰ ਉੱਧਰ ਲੈ ਜਾਂਦੇ ਹਾਂ ਰਾਈਟ ਸਾਈਡ, ਵੀ ਪਲੱਸ ਯੂ ਟੀ ਨੂੰ, ਅਤੇ ਇਹ ਪਲੱਸ ਵੀ ਪਲੱਸ ਯੂ ਟੀ ਬਣ ਜਾਏਗਾ, ਪਲੱਸ ਵੀ ਪਲੱਸ ਯੂ ਟੀ, ਯੂ ਦੇ ਨਾਲ ਟੀ ਦੀ ਮਲਟੀਪਲੀਕੇਸ਼ਨ ਹੈ ਅਲੱਗ ਇਸ ਨੂੰ, ਅਤੇ ਇੱਧਰ 1 ਪਲੱਸ ਯੂ ਵੀ ਦੇ ਨਾਲ ਇੱਧਰ ਡਿਨੋਮੀਨੇਟਰ 'ਚ ਲੈ ਜਾਂਦੇ ਇਸ ਨੂੰ, ਕਿਉਂਕਿ ਐਕਸ ਨਾਲ ਮਲਟੀਪਲਾਈਡ ਆ, ਅਤੇ ਇਹ ਇੰਨੀ ਵੈਲਿਊ ਸਾਨੂੰ ਮਿਲ ਜਾਂਦੀ ਹੈ। ਐਕਸ ਇਜ਼ ਇਕੁਅਲ ਟੂ ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ ਯੂ ਵੀ ਮਲਟੀਪਲਾਈਡ ਬਾਈ ਟੀ। ਇਹ ਜਿਵੇਂ ਆਪਾਂ ਇੱਕ ਇਕੁਏਸ਼ਨ ਲਿਖਦੇ ਹਾਂ ਐਕਸ ਇਜ਼ ਇਕੁਅਲ ਟੂ ਵੀ ਟੀ, ਤਾਂ ਇਹ ਸਾਰੀ ਵੈਲੋਸਿਟੀ ਉਹ ਇੱਕ ਤਰ੍ਹਾਂ ਦੀ, ਤਾਂ ਵੈਲੋਸਿਟੀ ਦੇ ਨਾਲ ਟੀ ਦੀ ਗੁਣਾ ਹੈ, ਯਾਨੀ ਕਿ ਇੱਕ ਸਿੰਪਲ ਇਕੁਏਸ਼ਨ ਹੈ। ਇੱਥੋਂ ਦੇਖ ਸਕਦੇ ਹਾਂ ਅਸੀਂ ਇਹ 2.8 ਨੰਬਰ ਇਕੁਏਸ਼ਨ ਹੈ। ਆਓ ਇਸ ਨੂੰ ਅਗਲੇ ਸਲਾਈਡ 'ਤੇ ਲਿਖਦੇ ਹਾਂ ਚੰਗੀ ਤਰ੍ਹਾਂ, ਅਤੇ ਫਿਰ ਇਸ ਦੇ ਬਾਰੇ ਗੱਲ ਕਰਦੇ ਹਾਂ ਕਿ ਕੀ ਮਾਮਲਾ। ਇਹ ਲਿਖਤੀ ਹੈ ਐਕਸ ਇਜ਼ ਇਕੁਅਲ ਟੂ ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ ਯੂ ਵੀ ਮਲਟੀਪਲਾਈਡ ਬਾਏ ਟੀ, ਅਤੇ 2.8 ਨੰਬਰ ਇਕੁਏਸ਼ਨ ਹੈ। ਅਤੇ ਹੁਣ ਇਹ ਸਪਸ਼ਟ ਹੋਣਾ ਚਾਹੀਦਾ ਕਿ ਜਿਹੜੀ ਇਕੁਏਸ਼ਨ ਹੈ 2.8 ਇਹ ਵੈਲੋਸਿਟੀ ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ ਯੂ ਵੀ ਦੇ ਨਾਲ ਚੱਲਦੀ ਵਿਸ਼ਵ ਰੇਖਾ ਦੇ ਲਈ ਸਮੀਕਰਨ ਹੈ ਇਹ। ਤਾਂ ਇਹ ਕੀ ਹੈ, ਇਸ ਤਰ੍ਹਾਂ ਦੀ ਵਰਲਡ ਲਾਈਨ ਦੀ ਸਮੀਕਰਨ ਹੈ ਜਿਸ ਵਿੱਚ ਇੱਧਰ ਜਿਹੜਾ
ਪੋਜੀਸ਼ਨ ਹੈ ਜੋ ਇਹ ਟਾਈਮ ਦੇ ਨਾਲ ਵੈਲੋਸਿਟੀ ਦੀ ਗੁਣਾ ਹੋ ਕੇ ਜਿਵੇਂ ਬਣਦੀ ਹੈ, ਤਾਂ ਇਹ ਵੈਲੋਸਿਟੀ ਓ ਹੈ ਪੂਰੀ ਇੱਕ ਤਰ੍ਹਾਂ ਦੀ। ਅਤੇ ਇਸ ਤਰ੍ਹਾਂ ਜਿਹੜੀ ਆਰਟਸ ਦੇ ਫਰੇਮ ਦੇ ਵਿੱਚ ਮੈਗੀ ਦੀ ਵੈਲੋਸਿਟੀ ਨੂੰ ਡਬਲਿਊ ਕਹਿੰਦੇ ਹੋਏ ਅਸੀਂ ਖੋਜਦੇ ਹਾਂ ਕਿ ਅਗਰ ਮੈਗੀ ਦੀ ਵੈਲੋਸਿਟੀ ਆਰਟ ਦੀ ਫਰੇਮ ਵਿੱਚ ਡਬਲਿਊ ਹੈ, ਤਾਂ ਅਸੀਂ ਉਸਨੂੰ ਇਹ ਖੋਜਾਂਗੇ ਕਿ ਡਬਲਿਊ ਜਿਹੜਾ ਇਹ ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ ਯੂ ਵੀ, ਇਹ ਹੀ ਵੈਲੋਸਿਟੀ ਹੈ ਜਿਹੜੀ ਮੈਗੀ ਦੀ ਹੈ। 2.9 ਨੰਬਰ ਇਕੁਏਸ਼ਨ ਹੈ ਇਹ। ਅਤੇ ਹੁਣ ਇਹ ਦੇਖਣਾ ਕਾਫੀ ਆਸਾਨ ਹੈ ਕਿ ਆਰਟਸ ਦੇ ਫਰੇਮ ਦੇ ਵਿੱਚ ਮੈਗੀ ਦੇ ਫਰੇਮ ਸੱਚਮੁੱਚ ਲਾਰੈਂਸ ਟਰਾਂਸਫਰਮੇਸ਼ਨ ਦੁਆਰਾ ਸੰਬੰਧਿਤ ਹੈ। ਹੁਣ ਇਹ ਦੇਖਣਾ ਬਹੁਤ ਸੌਖਾ ਹੈ ਕਿ ਇਹ ਲਾਰੈਂਸ ਟਰਾਂਸਫਰਮੇਸ਼ਨ ਹੀ ਇੱਕ ਤਰ੍ਹਾਂ ਦੀ, ਅਤੇ ਇਸ ਨੂੰ ਅਸੀਂ ਅਗਲੇ ਸਲਾਈਡ ਦੇ ਉੱਤੇ ਲਿਖਦੇ ਹਾਂ। ਇਹ ਲਿਖਤੀ ਹੈ ਡਬਲਿਊ ਇਜ਼ ਇਕੁਅਲ ਟੂ ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ ਵੀ ਯੂ ਵੀ। ਤੇ ਮੈਂ ਇਸ ਨੂੰ ਦਿਖਾਉਣ ਦੇ ਲਈ ਇੱਕ ਅਭਿਆਸ ਦੇ ਵਜੋਂ ਛੱਡਾਂਗਾ ਕਿ ਐਕਸ ਡਬਲ ਪ੍ਰਾਈਮ ਹੈ ਜਿਹੜਾ, ਇਹ ਇਸ ਦੇ ਬਰਾਬਰ ਹੈ ਐਕਸ ਪ੍ਰਾਈਮ ਮਾਈਨਸ ਵੀ ਟੀ ਡਿਵਾਈਡ ਬਾਏ ਅੰਡਰ ਰੂਟ 1 ਮਾਈਨਸ ਡਬਲਿਊ ਸਕੇਅਰ। 2.10 ਨੰਬਰ ਇਕੁਏਸ਼ਨ ਹੈ। ਤੁਸੀਂ ਇਹ ਕਰਕੇ ਦੇਖ ਸਕਦੇ ਹੋ ਕਿ ਐਕਸ ਡਬਲ ਪ੍ਰਾਈਮ ਹੈ ਜਿਹੜਾ ਉਹ ਇਸ ਦੇ ਬਰਾਬਰ ਹੈ, ਯਾਨੀ ਕਿ ਇੱਥੇ ਡਬਲਿਊ ਦੀ ਜਗ੍ਹਾ ਤੁਸੀਂ ਇਹ ਭਰ ਕੇ ਸਾਰੀ ਕੈਲਕੂਲੇਸ਼ਨ ਨੂੰ ਦੇਖ ਕੇ ਕਰ ਸਕਦੇ ਹਾਂ। ਅਤੇ ਟੀ ਡਬਲ ਪ੍ਰਾਈਮ ਹੈ ਜਿਹੜਾ ਇਹ ਟੀ ਪ੍ਰਾਈਮ ਮਾਈਨਸ ਵੀ ਐਕਸ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਡਬਲਿਊ ਸਕੇਅਰ ਹੈ। ਇਹ ਇੱਕ ਐਕਸਰਸਾਈਜ਼ ਹੈ। 2.11 ਨੰਬਰ ਇਕੁਏਸ਼ਨ ਹੈ ਅਤੇ 2.10 ਇਹਦੇ ਲਈ ਹੈ, ਪੋਜੀਸ਼ਨ ਲਈ ਹੈ। ਇਹ ਪੋਜੀਸ਼ਨ ਕੋਆਰਡੀਨੇਟਾਂ ਲਈ ਹੈ ਜਾਂ ਸਪੇਸ ਦੇ ਕੋਆਰਡੀਨੇਟਾਂ ਲਈ ਹੈ, ਅਤੇ ਟਾਈਮ ਦੇ ਕੋਆਰਡੀਨੇਟ ਵਾਲੀ ਜਿਹੜੀ ਡਬਲ ਪ੍ਰਾਈਮ ਵਾਲੇ ਇਹ ਦੂਜੇ ਕੋਆਰਡੀਨੇਟ ਨੇ, ਇਹ ਟੀ ਪ੍ਰਾਈਮ ਮਾਈਨਸ ਡਬਲਿਊ ਐਕਸ ਪ੍ਰਾਈਮ ਡਿਵਾਈਡ ਬਾਏ 1 ਮਾਈਨਸ ਡਬਲਿਊ ਸਕੇਅਰ। ਇਹ ਲਾਰੈਂਸ ਟਰਾਂਸਫਰਮੇਸ਼ਨ ਵਾਲੀ ਹੀ ਇੱਕ ਤਰ੍ਹਾਂ ਦੇ ਸੰਬੰਧ ਹੈ। ਤਾਂ ਸੰਖੇਪ ਕਰਨ ਦੇ ਲਈ, ਜੇਕਰ ਲੈਨੀ ਆਰਟ ਦੇ ਸਪੇਖਿਕ ਵੈਲੋਸਿਟੀ ਵੀ ਦੇ ਨਾਲ ਚੱਲਦੀ ਹੈ, ਵੀ ਇਹਦਾ ਮਤਲਬ ਇੱਥੇ ਵੈਲੋਸਿਟੀ ਹੈ, ਇਹ ਅਗਰ ਲੈਨੀ ਹੈ ਜੋ ਇਹ ਆਰਟ ਦੇ ਸਪੇਖਿਕ ਅਗਰ ਵੀ ਦੇ ਨਾਲ ਚੱਲਦੀ ਹੈ, ਅਤੇ ਮੈਗੀ ਹੈ ਜੋ ਇਹ ਲੈਨੀ ਦੇ ਰਿਲੇਟਿਵ ਵੈਲੋਸਿਟੀ ਯੂ ਦੇ ਨਾਲ ਚੱਲਦੀ ਜਾਂ ਚੱਲਦਾ, ਇੱਥੇ ਥੋੜ੍ਹਾ ਮੇਲ ਫੀਮੇਲ ਵਿੱਚ ਪਤਾ ਨਹੀਂ ਲੱਗਦਾ ਕਿ ਕਦੇ ਇਹ ਲੈਨੀ, ਵੈਸੇ ਇਹਦੇ ਵਿੱਚ ਮੇਲ ਨਾਮ ਹੈ। ਤਾਂ ਮੈਗੀ ਲੈਨੀ ਦੇ ਸੰਬੰਧ ਦੇ ਵਿੱਚ ਵੈਲੋਸਿਟੀ ਯੂ ਨਾਲ ਚੱਲਦਾ, ਤਾਂ ਮੈਗੀ ਆਰਟਸ ਦੇ ਰਿਲੇਟਿਵ ਇਸ ਵੈਲੋਸਿਟੀ ਨਾਲ ਚੱਲੇਗਾ ਡਬਲਿਊ ਨਾਲ, ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ ਯੂ ਵੀ। ਇਕੁਏਸ਼ਨ ਨੰਬਰ 2.12, ਇਹ 2.9 ਵਾਲੀ ਹੀ ਇਕੁਏਸ਼ਨ ਹੈ। ਇੱਥੇ ਦੁਬਾਰਾ ਇਸਦਾ ਨੰਬਰ ਚੇਂਜ ਕਰਕੇ ਲਿਖਤਾ, ਅਤੇ ਯਾਨੀ ਕਿ ਮੈਗੀ ਦੀ ਜਿਹੜੀ ਇਹ ਆਰਟ ਦੇ ਸਪੇਖਿਕ ਇਹ ਵੈਲੋਸਿਟੀ ਇਸ ਤਰੀਕੇ ਨਾਲ ਜੋੜੀ ਜਾਏਗੀ, ਉਹ ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ ਯੂ ਵੀ। ਇਸ ਦੀ ਆਪਾਂ ਅੱਗੇ ਉਦਾਹਰਨ ਵੀ ਪੜ੍ਹਾਂਗੇ, ਜਲਦੀ ਹੀ ਇਸ ਦਾ ਵਿਸ਼ਲੇਸ਼ਣ ਕਰਾਂਗੇ। ਪਰ ਪਹਿਲਾਂ ਇੱਕ ਅਯਾਮੀ ਇਕਸਾਰਤਾ ਨੂੰ ਲਾਗੂ ਕਰਕੇ ਰਿਵਾਇਤੀ ਇਕਾਈਆਂ ਇਕੁਏਸ਼ਨ 2.12 ਵਿੱਚ ਲਿਖੋ, ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿੱਚ ਡਾਇਮੈਂਸ਼ਨਾਂ ਬਰਾਬਰ ਨਹੀਂ ਹੈਗੀਆਂ। ਵੀ ਪਲੱਸ ਯੂ ਤਾਂ ਵੈਲੋਸਿਟੀ ਦੀ ਡਾਇਮੈਂਸ਼ਨ ਹੈ, ਵੈਲੋਸਿਟੀ ਪਲੱਸ ਵੈਲੋਸਿਟੀ, ਠੀਕ ਹੈ, ਵੈਲੋਸਿਟੀ ਦੀ ਡਾਇਮੈਂਸ਼ਨ ਹੈ। ਲੇਕਿਨ ਇੱਥੇ ਡਾਇਮੈਂਸ਼ਨ 1 ਹੈ ਜਿਹੜਾ ਕਿ ਡਾਇਮੈਂਸ਼ਨ ਲੈਸ ਹੈ। ਇੱਥੇ ਤਾਂ ਬਲਕਿ ਵੈਲੋਸਿਟੀ ਸਕੇਅਰ ਹੈ, ਤਾਂ ਕਰਕੇ ਇਹ ਕਾਫੀ ਡਿਫਰੈਂਸ ਹੈ ਇਸ ਵਿੱਚ। ਵੈਲੋਸਿਟੀ ਡਿਵਾਈਡ ਬਾਏ ਇਹ ਇੱਧਰ ਡਬਲਿਊ ਵੀ ਵੈਲੋਸਿਟੀ ਹੋਣੀ ਚਾਹੀਦੀ ਹੈ, ਤਾਂ ਇਹਦੇ ਵਿੱਚ ਪਹਿਲਾਂ ਡਾਇਮੈਂਸ਼ਨ ਦਾ ਜਿਹੜੀਆਂ ਉਹ ਬਰਾਬਰ ਕਰਨੀਆਂ ਪੈਣਗੀਆਂ ਸਾਨੂੰ। ਅਤੇ ਡਾਇਮੈਂਸ਼ਨ ਬਰਾਬਰ ਕਰਨ ਲਈ ਅਸੀਂ ਉਹੀ ਇਸਦੇ ਵਿੱਚ ਦੇਖਾਂਗੇ ਕਿੰਨਾ ਫਰਕ ਹੈ, ਉਹਨਾਂ ਉਸਨੂੰ ਸੀ ਨਾਲ ਡਿਵਾਈਡ ਜਾਂ ਮਲਟੀਪਲਾਈ ਕਰ ਦਿੰਦੇ ਹਾਂ। ਤਾਂ ਨਿਊਮਰੇਟਰ 'ਚ ਵੀ ਅਤੇ ਯੂ ਹੈ ਜਿਹੜੇ ਯੂ ਪਲੱਸ ਵੀ ਹੈ, ਇਹ ਅਯਾਮੀ ਤੌਰ 'ਤੇ ਸਹੀ ਹੈ, ਇਹਨਾਂ ਦੀਆਂ ਡਾਇਮੈਂਸ਼ਨਾਂ ਠੀਕ ਹੈ, ਵੈਲੋਸਿਟੀ ਵਾਲੀਆਂ ਡਾਇਮੈਂਸ਼ਨਾਂ। ਲੇਕਿਨ ਜਿਹੜਾ ਡਿਨੋਮੀਨੇਟਰ ਹੈ 1 ਪਲੱਸ ਯੂ ਵੀ, ਇਹ ਸਮੀਕਰਨ ਠੀਕ ਨਹੀਂ ਹੈ, ਕਿਉਂਕਿ ਇੱਕ ਜਿਹੜਾ ਹੁੰਦਾ ਡਾਇਮੈਂਸ਼ਨ ਲੈਸ ਹੈ, ਇੱਕ ਵੈਲੋਸਿਟੀ ਹੈ ਜੋ, ਅਤੇ ਯੂ ਅਤੇ ਵੀ ਦੋਹੇ ਵੈਲੋਸਿਟੀਆਂ, ਅਤੇ ਉਹ ਇਹਨਾਂ ਦੀ ਬਲਕਿ ਉਲਟਾ ਮਲਟੀਪਲਾਈਡ ਹੈ। ਤਾਂ ਕਰਕੇ ਅਸੀਂ ਯੂ ਅਤੇ ਵੀ ਨੂੰ ਯੂ ਡਿਵਾਈਡ ਬਾਏ ਸੀ ਅਤੇ ਵੀ ਡਿਵਾਈਡ ਬਾਏ ਸੀ ਦੇ ਨਾਲ ਬਦਲ ਕੇ ਮਾਪਾਂ ਨੂੰ ਆਸਾਨੀ ਦੇ ਨਾਲ ਬਹਾਲ ਕਰ ਸਕਦੇ ਹਾਂ। ਯਾਨੀ ਕਿ ਯੂ ਨੂੰ ਵੀ ਡਾਇਮੈਂਸ਼ਨ ਲੈਸ ਕਰਨਾ ਪਏਗਾ ਸਾਨੂੰ, ਕਿਉਂਕਿ ਸਾਨੂੰ ਵੈਲੋਸਿਟੀ ਵਾਲੀ ਡਾਇਮੈਂਸ਼ਨ ਚਾਹੀਦੀ ਹੈ ਡਬਲਿਊ, ਅਤੇ ਵੈਲੋਸਿਟੀ ਵਾਲੀ ਡਾਇਮੈਂਸ਼ਨ ਉੱਪਰ ਆਲਰੇਡੀ ਨਿਊਮਰੇਟਰ 'ਚ ਹੈਗੀ, ਥੱਲੇ ਡਿਨੋਮੀਨੇਟਰ 'ਚ ਸਾਨੂੰ ਕੋਈ ਡਾਇਮੈਂਸ਼ਨ ਨਹੀਂ ਚਾਹੀਦੀ। 1 ਆਲਰੇਡੀ ਕੋਈ ਡਾਇਮੈਂਸ਼ਨ ਨਹੀਂ ਹੈ, ਠੀਕ ਹੈ, 1 ਨੂੰ ਛੱਡਣ ਦੀ ਲੋੜ ਨਹੀਂ। ਲੇਕਿਨ ਯੂ ਅਤੇ ਵੀ ਨੇ ਜਿਹੜੇ, ਇਹ ਵੈਲੋਸਿਟੀਆਂ ਨੇ, ਅਤੇ ਵੈਲੋਸਿਟੀਆਂ ਨੂੰ ਅੱਗੇ ਸੀ ਨਾਲ ਡਿਵਾਈਡ ਕਰ ਦਿੰਦੇ ਹਾਂ ਅਸੀਂ, ਅਤੇ ਇਹ ਵੈਲੋਸਿਟੀ ਡਿਵਾਈਡ ਬਾਏ ਵੈਲੋਸਿਟੀ ਇਹ ਵੀ ਡਾਇਮੈਂਸ਼ਨ ਲੈਸ ਹੋ ਜਾਂਦੀ ਹੈ, ਅਤੇ ਵੀ ਡਿਵਾਈਡ ਬਾਏ ਸੀ ਇਹ ਵੀ ਡਾਇਮੈਂਸ਼ਨ ਲੈਸ ਹੋ ਜਾਂਦੀ ਹੈ। ਅਤੇ 1 ਇੰਟੂ 1 ਫਿਰ 1 ਬਣ ਜਾਂਦਾ, ਅਤੇ 1 ਪਲੱਸ 1 ਉਹ ਆਪਣੇ ਆਪ ਹੀ ਉਹ ਡਾਇਮੈਂਸ਼ਨ ਲੈਸ ਹੀ ਰਹਿੰਦਾ। ਅਤੇ ਅਸੀਂ ਵੀ ਯੂ ਅਤੇ ਵੀ ਨੂੰ ਯੂ ਵਟਾ ਸੀ ਡਿਵਾਈਡ ਬਾਏ ਵੀ ਵਟਾ ਸੀ ਇਸ ਦੇ ਨਾਲ ਬਦਲ ਕੇ ਇਹਨਾਂ ਆਪਾਂ ਨੂੰ ਆਸਾਨੀ ਦੇ ਨਾਲ ਠੀਕ ਕਰ ਸਕਦੇ ਹਾਂ। ਤਾਂ ਇਹ ਵੈਲੋਸਿਟੀ ਦੇ ਜੋੜ ਦੇ ਲਈ ਰਿਲੇਟਿਵ ਨਿਯਮ ਮਿਲ ਗਿਆ ਸਾਨੂੰ ਕਿ ਡਬਲਿਊ ਆ ਜਿਹੜਾ ਇਹ ਵੀ ਪਲੱਸ ਯੂ ਡਿਵਾਈਡ ਬਾਏ 1 ਪਲੱਸ, ਜਿਵੇਂ ਯੂ ਨੂੰ ਅਸੀਂ ਸੀ ਨਾਲ ਡਿਵਾਈਡ ਕੀਤਾ, ਵੀ ਨੂੰ ਵੀ ਸੀ ਨਾਲ ਡਿਵਾਈਡ ਕੀਤਾ, ਤਾਂ ਇਹ ਬਣ ਗਿਆ ਯੂ ਵੀ ਡਿਵਾਈਡ ਬਾਏ ਸੀ ਸਕੇਅਰ। ਇਸ ਤਰ੍ਹਾਂ ਨਾਲ ਇਹ ਜਿਹੜੇ ਹੁਣ ਡਾਇਮੈਂਸ਼ਨ ਵਾਲੀ ਇਹ ਬਰਾਬਰ ਹੋ ਗਈ ਹੈ ਇਕੁਏਸ਼ਨ, ਅਤੇ ਇਸ ਦਾ ਨਾਮ 2.13 ਅਸੀਂ ਦਿੰਦੇ ਹਾਂ।
ਅਗਰ ਅਸੀਂ 1 ਲੈਂਦੇ ਹਾਂ ਫਿਰ ਇਹਦੀ ਜ਼ਰੂਰਤ ਨਹੀਂ ਪੈਂਦੀ ਡਿਮੈਂਸ਼ਨਸ ਦੀ ਸਾਨੂੰ, ਇਹ ਫਿਰ 1 ਪਲੱਸ ਯੂ ਵੀ ਹੀ ਲਿਖ ਸਕਦੇ ਹਾਂ ਇਸ ਨੂੰ। ਤੇ ਆਓ ਨਤੀਜੇ ਦੀ ਤੁਲਨਾ ਨਿਊਟੋਨੀਅਨ ਉਮੀਦਾਂ ਦੇ ਨਾਲ ਕਰੀਏ ਕਿ ਨਿਊਟੋਨੀਅਨ ਜਿਹੜੀ ਵੈਲੋਸਿਟੀ ਹੈ ਉਸ ਦੇ ਹਿਸਾਬ ਨਾਲ ਕਿੰਨਾ ਇਸ ਵਿੱਚ ਫ਼ਰਕ ਹੈ। ਤਾਂ ਇਸ ਦੇ ਲਈ ਅਸੀਂ ਇੱਕ ਉਦਾਹਰਣ ਵੀ ਲਵਾਂਗੇ। ਤਾਂ ਨਿਊਟਨ ਨੇ ਕਿਹਾ ਹੋਵੇਗਾ ਕਿ 8 ਦੇ ਸਪੇਖਿਕ ਮੈਗੀ ਦੀ ਵੈਲੋਸਿਟੀ ਨੂੰ ਲੱਭਣ ਦੇ ਲਈ ਸਾਨੂੰ ਸਿਰਫ ਯੂ ਅਤੇ ਵੀ ਨੂੰ ਜੋੜਨਾ ਹੈ, ਜਿਵੇਂ ਉੱਪਰ ਜੋੜਿਆ ਵਾ ਨਿਊਮਰੇਟਰ ਦੇ ਵਿੱਚ। ਇਹ ਅਸਲ ਵਿੱਚ ਅਸੀਂ ਬਰਾਬਰ 2.13 ਵਿੱਚ ਨਿਊਮਰੇਟਰ ਦੇ ਵਿੱਚ ਤਾਂ ਕਰਦੇ ਹੀ ਹਾਂ, ਵੀ ਪਲੱਸ ਯੂ ਜਿਵੇਂ ਜੋੜਿਆ ਵਾ ਨਿਊਟਨ ਦੇ ਹਿਸਾਬ ਨਾਲ। ਤੇ ਪਰ ਰਿਲੇਟਿਵਿਟੀ ਨੂੰ ਡਿਨੋਮੀਨੇਟਰ ਦੇ ਰੂਪ ਦੇ ਵਿੱਚ ਇੱਕ ਸੁਧਾਰ 1 ਪਲੱਸ ਯੂ ਵੀ ਡਿਵਾਈਡ ਬਾਈ ਸੀ ਸਕੇਅਰ ਦੀ ਲੋੜ ਹੁੰਦੀ ਹੈ, ਤੇ ਇੱਕ ਸੁਧਾਰ ਕੀਤਾ ਜਾਂਦਾ ਇਸ ਦੇ ਵਿੱਚ ਰਿਲੇਟਿਵਿਟੀ ਦੇ ਮੁਤਾਬਕ 1 ਪਲੱਸ ਯੂ ਵੀ ਡਿਵਾਈਡ ਬਾਈ ਸੀ ਸਕੇਅਰ ਨਾਲ ਇਸ ਨੂੰ ਡਿਵਾਈਡ ਕੀਤਾ ਜਾਂਦਾ ਹੈ। ਇਸ ਸੁਧਾਰ ਦੀ ਇਸ ਨੂੰ ਲੋੜ ਹੁੰਦੀ ਹੈ 1 ਪਲੱਸ ਯੂ ਵੀ ਡਿਵਾਈਡ ਬਾਈ ਸੀ ਸਕੇਅਰ ਵਾਲੇ ਸੁਧਾਰ ਦੀ ਲੋੜ ਹੁੰਦੀ ਹੈ। ਤੇ ਆਓ ਕੁਝ ਸੰਖਿਆਤਮਕ ਉਦਾਹਰਨਾਂ ਤੇ ਹੁਣ ਅਸੀਂ ਗੌਰ ਕਰਦੇ ਹਾਂ, ਫਿਰ ਤੁਹਾਨੂੰ ਸਪਸ਼ਟ ਹੋਗਾ ਕਿ ਇਹ ਮਾਜਰਾ ਚੱਲ ਰਿਹਾ। ਤੇ ਪਹਿਲਾਂ ਅਸੀਂ ਉਸ ਕੇਸ ਤੇ ਵਿਚਾਰ ਕਰਾਂਗੇ ਜਿੱਥੇ ਯੂ ਅਤੇ ਵੀ ਪ੍ਰਕਾਸ਼ ਦੀ ਗਤੀ ਦੇ ਮੁਕਾਬਲੇ ਛੋਟੇ ਹੁੰਦੇ ਆ। ਪਹਿਲਾਂ ਤਾਂ ਯੂ ਤੇ ਵੀ ਨੂੰ ਅਸੀਂ ਲਾਈਟ ਦੇ ਸਪੇਖਿਕ ਥੋੜ੍ਹਾ ਛੋਟਾ ਲਵਾਂਗੇ, ਘੱਟ ਲਵਾਂਗੇ। ਤਾਂ ਸਰਲਤਾ ਦੇ ਲਈ ਅਸੀਂ ਇਕੁਏਸ਼ਨ 2.9 ਦੀ ਵਰਤੋਂ ਕਰਾਂਗੇ। ਇਹ 2.9 ਵਾਲੀ ਇਕੁਏਸ਼ਨ ਇੱਥੇ ਇਹ ਲਿਖੀ ਗਈ ਹੈ ਚਿੱਟੇ ਰੰਗ 'ਚ, ਵੀ ਪਲੱਸ ਯੂ ਡਿਵਾਈਡ ਬਾਈ 1 ਪਲੱਸ ਯੂ ਵੀ ਨਾਲ ਡਿਵਾਈਡ ਕੀਤਾ ਵਾ। ਤੇ ਇਸ ਦੀ ਵਰਤੋਂ ਕਰਾਂਗੇ ਜਿੱਥੇ ਵੈਲੋਸਿਟੀ ਜਿਹੜੀ ਹੈ ਡਾਇਮੈਂਸ਼ਨਲੈਸ ਹੀ ਹੈ, ਯਾਨੀ ਕਿ ਵੈਲੋਸਿਟੀ ਦੀ ਥੱਲੇ ਡਾਇਮੈਂਸ਼ਨਲੈਸ ਹੈ, 1 ਜਿਵੇਂ ਡਾਇਮੈਂਸ਼ਨਲੈਸ ਹੈ, ਯੂ ਵੀ ਡਾਇਮੈਂਸ਼ਨਲੈਸ ਹੈ, ਤੇ ਵੀ ਪਲੱਸ ਯੂ ਵੀ ਡਾਇਮੈਂਸ਼ਨਲੈਸ ਹੈ, ਯਾਨੀ ਕਿ ਸੀ ਹੈ ਜਿਹੜੀ ਉਹ 1 ਲਈ ਵੀ ਹੈ। ਤਾਂ ਸਾਨੂੰ ਦੂਜੀ ਯੂਨਿਟ ਵੀ ਸੀ ਦੇ ਰਿਲੇਟਿਵ ਉਸ ਤਰ੍ਹਾਂ ਲੈਣੀ ਪਏਗੀ 1 ਵਾਂਗੂ, ਯਾਨੀ ਕਿ ਉਹ ਸੀ ਨਾਲ ਡਿਵਾਈਡ ਕਰਕੇ ਹੀ ਲੈਣੀ ਪਏਗੀ। ਤਾਂ ਬਸ ਯਾਦ ਰੱਖੋ ਕਿ ਯੂ ਅਤੇ ਵੀ ਪ੍ਰਕਾਸ਼ ਦੀ ਗਤੀ ਦੀਆਂ ਇਕਾਈਆਂ ਦੇ ਵਿੱਚ ਮਾਪੀਆਂ ਵੈਲੋਸਿਟੀਆਂ, ਸਿਰਫ ਇਹ ਯੂ ਅਤੇ ਵੀ ਜਿਹੜੀ ਲਾਈਟ ਸਪੀਡ 'ਚ ਅਸੀਂ ਇਹਨਾਂ ਨੂੰ ਨਾਪਣਾ, ਫਿਰ ਇਹ ਆਪਣੇ ਆਪ ਸਾਡਾ ਜਿਹੜਾ ਰਿਜ਼ਲਟ ਆ ਉਹ ਸਹੀ ਰਹੇਗਾ। ਤਾਂ ਮੰਨ ਲਓ ਕਿ ਯੂ ਹੈ ਜਿਹੜਾ ਇਹ 0.01 ਯਾਨੀ ਕਿ ਲਾਈਟ ਦੀ ਗਤੀ ਤੋਂ 100 ਗੁਣਾ ਘੱਟ ਹੈ, ਤੇ ਪ੍ਰਕਾਸ਼ ਦੀ ਗਤੀ ਦਾ 1% ਹੈ, ਜਿਵੇਂ 1% ਹੈ, ਤੇ ਵੀ ਇੰਨਾ ਹੀ ਹੈ, ਵੀ 1% ਹੀ ਹੈ ਲਾਈਟ ਦੀ ਸਪੀਡ ਦਾ। ਤਾਂ ਕਰਕੇ ਇਹਨਾਂ ਦੋਹਾਂ ਮੁੱਲਾਂ ਨੂੰ ਇਕੁਏਸ਼ਨ 2.9 ਦੇ ਵਿੱਚ ਅਸੀਂ ਭਰਾਂਗੇ ਤੇ ਸਾਨੂੰ ਇਹ ਮਿਲੇਗਾ। ਪਹਿਲਾਂ ਯੂ ਪਲੱਸ ਵੀ ਦੋਹਾਂ ਨੂੰ ਉੱਪਰ ਜੋੜਨਾ 0.01 ਪਲੱਸ 0.01, ਥੱਲੇ 1 ਪਲੱਸ ਦੋਹਾਂ ਨੂੰ ਗੁਣਾ ਕਰਨਾ 0.01 ਗੁਣਾ 0.01, ਇਹ ਉੱਪਰ ਆ ਜਾਏਗਾ 0.02, ਥੱਲੇ ਆ ਜਾਏਗਾ, ਇਸ ਨੂੰ ਇਸ ਨਾਲ ਗੁਣਾ ਕਰਾਂਗੇ ਤਾਂ 1 ਦੇ ਵਿੱਚ ਜੋੜਾਂਗੇ ਤਾਂ 1.0001 ਆਏਗਾ ਇਹ। ਤੇ ਇਸ ਨੂੰ ਇਸ ਦੇ ਨਾਲ ਡਿਵਾਈਡ ਕਰਾਂਗੇ 0.02 ਨੂੰ 1.001 ਦੇ ਨਾਲ ਡਿਵਾਈਡ ਕਰਾਂਗੇ ਤਾਂ ਸਾਨੂੰ ਜਿਹੜਾ ਆਨਸਰ ਹੈ ਉਹ ਮਿਲੇਗਾ 0.019998। ਤਾਂ ਇੰਨਾ ਸਾਨੂੰ ਆਨਸਰ ਮਿਲੇਗਾ ਕਿ ਇਹ 0.02 ਹੋਣੀ ਚਾਹੀਦੀ ਹੈ ਇਹ, ਲੇਕਿਨ ਇਹ 2 ਤੋਂ ਥੋੜ੍ਹੀ ਜਿਹੀ ਘੱਟ ਹੈ, ਕਿਉਂਕਿ 0.01 ਤੇ 0.01 ਨਿਊਟਨ ਦੇ ਹਿਸਾਬ ਨਾਲ ਇਹ ਜਿਹੜਾ ਜਵਾਬ ਹੈ 0.02 ਹੋਣਾ ਚਾਹੀਦਾ, ਪਰ ਜਿਹੜਾ ਰਿਲੇਟਿਵ ਜਵਾਬ ਹੈ ਇਹ ਥੋੜ੍ਹਾ ਜਿਹਾ ਘੱਟ ਹੈ, 0.019998 ਦੇ ਬਰਾਬਰ ਹੈ। ਤੇ ਆਮ ਤੌਰ ਤੇ ਯੂ ਅਤੇ ਵੀ ਜਿੰਨਾ ਛੋਟਾ ਹੋਏਗਾ, ਜਿੰਨਾ ਇਹ ਹੋਰ ਘੱਟ ਹੋਏਗਾ, ਤਾਂ ਰਿਲੇਟਿਵ ਅਤੇ ਨਿਊਟੋਨੀਅਨ ਨਤੀਜਾ ਜਿਹੜਾ ਓਨਾ ਹੀ ਬਰਾਬਰ ਜਿਹਾ ਹੀ ਬਣ ਜਾਣਾ। ਅਗਰ ਯੂ ਤੇ ਵੀ ਜਿੰਨਾ ਅਸੀਂ ਬਹੁਤ ਘੱਟ ਲਵਾਂਗੇ ਵੈਲੋਸਿਟੀ ਜਿਹੜੀ, ਤਾਂ ਓਨਾ ਹੀ ਇਹ 1.999 ਇਹ ਤਕਰੀਬਨ 1.2 ਦੇ ਬਰਾਬਰ ਹੀ ਬਣ ਜਾਣਾ ਆਲਮੋਸਟ, ਜਿੰਨੀ ਵੀ ਘੱਟ ਹੋਏਗੀ। ਤੁਸੀਂ ਇਸ ਦੇ ਲਈ ਕਰਕੇ ਦੇਖ ਸਕਦੇ ਹੋ ਹੋਰ ਛੋਟੀ ਰਕਮ ਲੈ ਕੇ। ਤੇ ਹੁਣ ਇੱਕ ਇਸ ਤੋਂ ਅੱਗੇ ਇੱਕ ਹੋਰ ਉਦਾਹਰਣ ਲਵਾਂਗੇ ਇਸ ਦੇ ਵਿੱਚ, ਪਰ ਹੁਣ ਅਸੀਂ ਅਸਲੀ ਵਿਰੋਧਾਭਾਸ ਦੇ ਵੱਲ ਮੁੜਦੇ ਹਾਂ ਕਿ ਜੇਕਰ ਲੈਨੀ ਦੀ ਰੇਲ ਗੱਡੀ 8 ਦੇ ਸਪੇਖਿਕ 20.09 ਯਾਨੀ ਕਿ ਵੀ ਹੈ ਜਿਹੜੀ, ਅਗਰ ਇਹ ਲਾਈਟ ਦੇ 90% ਦੇ ਬਰਾਬਰ ਹੋਵੇ, ਉਹਦੇ 'ਚ ਤਾਂ 100 ਗੁਣਾ ਘੱਟ ਸੀਗੀ, 1% ਸੀਗੀ, ਇੱਥੇ 90% ਹੈ ਲਾਈਟ ਤੋਂ। ਤਾਂ ਇਸ ਦੇ ਨਾਲ ਚੱਲਦੀ ਹੈ, ਅਤੇ ਮੈਗੀ ਉਹ ਵੀ 90.9 ਦੇ ਹਿਸਾਬ ਨਾਲ ਚੱਲਦੀ ਹੈ, 0.9 ਹੈ ਉਸਦੀ ਵੀ ਵੈਲੋਸਿਟੀ ਯੂ ਹੈ ਜੋ ਵੀ। ਤਾਂ ਕੀ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਮੈਗੀ 8 ਦੇ ਸਪੇਖਿਕ ਰੋਸ਼ਨੀ ਨਾਲੋਂ ਤੇਜ਼ੀ ਨਾਲ ਅੱਗੇ ਵੱਧ ਰਿਹਾ? ਤਾਂ ਇੱਥੇ ਦੇਖੋ ਕਿ ਅਗਰ ਇਹ ਲਾਈਟ ਦੀ ਸਪੀਡ ਤੋਂ ਅੱਧੀ ਹੋਵੇ ਤਾਂ ਦੋਹੇ ਜੁੜ ਕੇ ਤਾਂ ਯੂ ਪਲੱਸ ਵੀ ਪੂਰੀ ਲਾਈਟ ਦੀ ਸਪੀਡ ਬਣ ਜਾਣੀ ਚਾਹੀਦੀ ਹੈ, ਜਾਂ ਫਿਰ ਇਹ ਜਿਵੇਂ 90% ਇਹ ਵੀ 90% ਹੈ, ਤਾਂ ਮਿਲ ਕੇ 1.8% ਹੋਣੀ ਚਾਹੀਦੀ ਹੈ, 1.8 ਨਹੀਂ 180% ਹੋਣੀ ਚਾਹੀਦੀ ਹੈ, 90% ਤਾਂ ਉਹ ਤਾਂ ਲਾਈਟ ਦੀ ਸਪੀਡ ਤੋਂ ਤੇਜ਼ ਹੋਣੀ ਚਾਹੀਦੀ ਹੈ। ਤਾਂ ਇਹ ਇੱਥੇ ਇਕੁਏਸ਼ਨ ਸਾਨੂੰ ਦੱਸੇਗੀ ਕੀ ਹੁੰਦਾ। ਵੀ ਅਤੇ ਯੂ ਦੇ ਲਈ ਉਚਿਤ ਮੁੱਲਾਂ ਨੂੰ ਭਰਦੇ ਹੋਏ ਤਾਂ ਅਸੀਂ ਇਹ ਇਸ ਇਕੁਏਸ਼ਨ 'ਚ 2.9 ਦੇ ਵਿੱਚ ਇਹੀ ਜਦੋਂ ਭਰਾਂਗੇ ਇਹਨਾਂ ਦੀ ਵੈਲਿਊ 0.9 ਪਲੱਸ 0.9 ਉੱਪਰ ਆ ਜਾਏਗਾ 1.8, ਥੱਲੇ ਆ ਜਾਏਗਾ 1 ਪਲੱਸ 0.9 ਗੁਣਾ 0.9, ਤਾਂ ਉੱਪਰ 1.8 ਆ ਗਿਆ, ਥੱਲੇ ਦੇਖੋ ਇਹ ਕਿੰਨਾ ਆ ਗਿਆ
9.9 ਨੂੰ 9.9 ਦੇ ਨਾਲ ਗੁਣਾ ਕਰਦੇ ਹਾਂ 0.81 ਆ ਜਾਂਦਾ, ਤੇ 1 'ਚ ਜੋੜਦੇ ਹਾਂ 1.81, ਉੱਪਰ ਆਉਂਦਾ 1.80। ਤਾਂ ਇੱਥੇ ਸਾਨੂੰ ਪਤਾ ਲੱਗਦਾ ਕਿ ਜਿਹੜਾ ਡਿਨੋਮੀਨੇਟਰ ਹੈ, ਪੜ੍ਹ ਹੀ ਲੈਂਦੇ ਹਾਂ ਆਪਾਂ ਇਸ ਵਿੱਚ, ਡਿਨੋਮੀਨੇਟਰ ਹੈ ਜੋ ਇਹ 1.8 ਤੋਂ ਥੋੜ੍ਹਾ ਜਿਹਾ ਵੱਡਾ, ਥੱਲੇ ਵਾਲਾ ਡਿਨੋਮੀਨੇਟਰ ਨਿਊਮਰੇਟਰ ਤੋਂ ਵੱਡਾ। ਇਸਦਾ ਮਤਲਬ ਇਹ ਟੋਟਲ ਵੈਲਿਊ ਇਸਦੀ 1 ਤੋਂ ਘੱਟ ਰਹੇਗੀ, ਯਾਨੀ ਕਿ ਹਜੇ ਵੀ ਇਹ 1.8 ਨਹੀਂ ਰਹੇਗੀ। ਵੈਲੋਸਿਟੀ ਹੈ ਜਿਹੜੀ ਇਹ 1 ਤੋਂ ਹਜੇ ਵੀ ਘੱਟ ਹੀ ਰਹੇਗੀ, ਯਾਨੀ ਕਿ ਲਾਈਟ ਦੀ ਸਪੀਡ ਤੋਂ ਘੱਟ ਰਹੇਗੀ। ਦੂਜੇ ਸ਼ਬਦਾਂ ਵਿੱਚ ਅਸੀਂ ਆਰਟ ਦੇ ਫਰੇਮ ਦੇ ਵਿੱਚ ਮੈਗੀ ਨੂੰ ਪ੍ਰਕਾਸ਼ ਦੀ ਗਤੀ ਤੋਂ ਤੇਜ਼ ਬਣਾਉਣ ਵਿੱਚ ਸਫਲ ਨਹੀਂ ਹੋਏ ਹਾਂ, ਯਾਨੀ ਕਿ ਇਹ ਦੋਵੇਂ ਵੈਲੋਸਿਟੀਆਂ ਜੁੜ ਕੇ 1.25 ਦੇ ਆਸ-ਪਾਸ ਹੋਣੀ ਚਾਹੀਦੀਆਂ, ਲੇਕਿਨ ਉਹ 1 ਤੋਂ ਵੀ ਘੱਟ ਰਹਿੰਦੀਆਂ। ਤਾਂ ਜਦੋਂ ਅਸੀਂ ਇਸ ਮੁੱਦੇ ਤੇ ਹੁੰਦੇ ਹਾਂ, ਆਓ ਇਸ ਦੇ ਬਾਰੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕਰੀਏ ਕਿ ਜੇਕਰ U ਅਤੇ V ਦੋਵੇਂ ਰੋਸ਼ਨੀ ਦੀ ਗਤੀ ਦੇ ਬਰਾਬਰ ਹੋਣ ਤਾਂ ਕੀ ਹੋਏਗਾ। ਇੱਥੇ ਤਾਂ ਅਸੀਂ ਇੱਕ ਤਾਂ ਰੋਸ਼ਨੀ ਦੀ ਸਪੀਡ ਤੋਂ ਬਹੁਤ ਘੱਟ ਲੈ ਲਈ, 100 ਗੁਣਾ ਘੱਟ ਲੈ ਲਈ। ਇੱਕ ਲੈ ਕੇ ਦੇਖੀ ਅਸੀਂ ਰੋਸ਼ਨੀ ਦੀ ਸਪੀਡ ਤੋਂ 90% ਦੇ ਆਸ-ਪਾਸ, ਜਾਣੀ ਕਿ ਥੋੜ੍ਹੀ ਜਿਹੀ ਬਰਾਬਰ ਹੀ ਲੈ ਲਈ ਉਸਦੇ। ਇੱਥੇ ਅਸੀਂ ਅਗਰ ਬਿਲਕੁਲ ਹੀ ਬਰਾਬਰ ਲੈ ਲਈਏ U ਅਤੇ V ਨੂੰ, ਫਿਰ ਦੇਖੋ ਕੀ ਹੋਏਗਾ। ਤਾਂ ਅਸੀਂ ਬਸ ਫਿਰ ਇਹ ਪਾਵਾਂਗੇ ਕਿ ਜਿਹੜਾ W ਹੈ ਫਿਰ ਇਹ ਬਣ ਜਾਏਗਾ, ਉੱਪਰ 1.1 ਆ ਜਾਏਗਾ U + V, ਤੇ ਅਗਰ ਇਹ ਲਾਈਟ ਦੀ ਸਪੀਡ ਦੇ ਬਰਾਬਰ ਹੈ 1 ਹੈ, 1 + 1 ਥੱਲੇ 1 + 1 × 1, ਯਾਨੀ ਕਿ ਉੱਪਰ 2 ਆ ਗਿਆ, ਥੱਲੇ ਵੀ 2 ਆ ਜਾਏਗਾ, ਤੇ ਇਹ 1 ਹੀ ਆ ਜਾਏਗਾ, ਯਾਨੀ ਕਿ ਲਾਈਟ ਦੀ ਸਪੀਡ ਦੇ ਬਰਾਬਰ ਹੀ ਤਾਂ ਵੀ ਜਿਹੜੀ ਸਪੀਡ ਹੈ ਦੋਹਾਂ ਸਪੀਡਾਂ ਨੂੰ ਮਿਲਾ ਕੇ ਡਬਲ ਨਹੀਂ ਹੋਏਗੀ, ਉਹ 1 ਹੀ ਰਹੇਗੀ। ਤਾਂ ਭਾਵੇਂ ਲੈਨੀ ਕਿਸੇ ਤਰ੍ਹਾਂ ਆਰਟ ਦੇ ਰਿਲੇਟਿਵ ਪ੍ਰਕਾਸ਼ ਦੀ ਗਤੀ ਦੇ ਨਾਲ ਅੱਗੇ ਵੱਧ ਸਕਦਾ, ਅਤੇ ਮੈਗੀ ਲੈਨੀ ਦੇ ਸਪੇਖਿਕ ਪ੍ਰਕਾਸ਼ ਦੀ ਗਤੀ ਦੇ ਨਾਲ ਅੱਗੇ ਵੱਧ ਸਕਦਾ, ਫਿਰ ਵੀ ਉਹ ਆਰਟ ਦੇ ਸਪੇਖਿਕ ਪ੍ਰਕਾਸ਼ ਨਾਲੋਂ ਤੇਜ਼ ਨਹੀਂ ਚੱਲ ਸਕਦਾ, ਯਾਨੀ ਕਿ ਉਹ ਉਹਨਾਂ ਤੋਂ ਦੋਵਾਂ ਤੋਂ ਜਿੰਨੀ ਮਰਜ਼ੀ ਸਪੀਡ ਚਾਹੇ ਪ੍ਰਕਾਸ਼ ਦੀ ਗਤੀ ਦੇ ਬਰਾਬਰ ਅੱਗੇ ਵਧੇ, ਲੇਕਿਨ ਫਿਰ ਵੀ ਉਹ ਪ੍ਰਕਾਸ਼ ਦੀ ਗਤੀ ਤੋਂ ਜਿਹੜਾ ਰੈਸਟ 'ਤੇ ਹੈ ਜੋ ਓਬਜ਼ਰਵਰ, ਉਸ ਦੇ ਅਗੇਂਸਟ ਉਹ ਅਤੇ ਦੂਜੇ ਤੋਂ ਤਾਂ ਪਹਿਲਾਂ ਹੀ ਉਹ ਹੋ ਹੀ ਨਹੀਂ ਸਕਦਾ, ਕਿਉਂਕਿ ਲਾਈਟ ਦੀ ਸਪੀਡ ਤੋਂ ਜਾ ਹੀ ਨਹੀਂ ਸਕਦਾ। ਅਗਰ ਅਸੀਂ ਜੋੜ ਕੇ ਵੀ ਦੇਖਦੇ ਹਾਂ ਵੈਲੋਸਿਟੀਆਂ ਨੂੰ, ਤਾਂ ਵੀ ਉਹ ਲਾਈਟ ਦੀ ਸਪੀਡ ਨੂੰ ਟੱਪ ਨਹੀਂ ਪਾਉਂਦੀ ਹੈਗੀ, ਕਿਸੇ ਵੀ ਜਿਹੜਾ ਓਬਜ਼ਰਵਰ ਦੀ ਜਿਹੜੀ ਸਪੀਡ ਹੈ। ਤਾਂ ਇਹ ਇੱਕ ਬਹੁਤ ਅਜੀਬ ਜਿਹੀ ਗੱਲ ਹੈ ਕਿ ਵੈਲੋਸਿਟੀਆਂ ਉਸ ਤਰ੍ਹਾਂ ਨਾਲ ਨਹੀਂ ਜੁੜਦੀਆਂ ਜਿਸ ਤਰ੍ਹਾਂ ਨਾਲ ਅਸੀਂ ਆਮ ਮੈਥ ਵਿੱਚ ਜੋੜਦੇ ਹਾਂ। ਅਤੇ ਅਗਲਾ ਚੈਪਟਰ ਸਾਡਾ ਲਾਈਟ ਕੋਨਾ ਅਤੇ 4 ਵੈਕਟਰ। ਇਸ ਦੇ ਬਾਰੇ ਜਿਵੇਂ ਸੈਕਸ਼ਨ 1.5 ਦੇ ਵਿੱਚ ਅਸੀਂ ਦੇਖਿਆ ਪਿਛਲੇ ਲੈਕਚਰ ਦੇ ਵਿੱਚ ਕਿ ਪ੍ਰੋਪਰ ਟਾਈਮ ਹੈ ਜਿਹੜਾ τ² = T² - X² + Y² + Z², ਅਤੇ ਇਹਦਾ ਜਿਹੜਾ ਬਦਲਵਾਂ ਚਿੰਨ੍ਹ ਹੈ, ਜਿਹੜਾ ਐਸ ਵਾਲਾ ਰੀਜਨ ਦੇ ਸਪੇਖਿਕ ਸਪੇਸ ਟਾਈਮ ਇੰਟਰਵਲ ਕਹਿੰਦੇ ਹਾਂ ਇਸਨੂੰ, S², ਇਹ ਇਸਦਾ ਉਲਟਾ ਹੈ, ਮਾਈਨਸ ਹੈ ਇਸਦਾ, ਇਹ -T² + X² + Y² + Z²। ਇਸ ਵਿੱਚ ਟੀ ਦੋਨਾਂ ਦੇ ਚਿੰਨ੍ਹ ਉਲਟਾਤੇ ਜਾਂਦੇ, ਇਹਦਾ ਪਲੱਸ ਹੈ, ਇਹਨਾਂ ਦਾ ਸਪੇਸ ਵਾਲਿਆਂ ਦਾ ਮਾਈਨਸ ਹੈ ਸਾਰਿਆਂ ਦਾ। ਇੱਥੇ ਟਾਈਮ ਵਾਲੇ ਦਾ ਮਾਈਨਸ ਹੈ, ਸਪੇਸ ਵਾਲਿਆਂ ਦਾ ਪੋਜ਼ੀਟਿਵ ਹੈ। ਇਹ ਸਪੇਸ ਟਾਈਮ ਇੰਟਰਵਲ ਹੈ ਜਿਹੜਾ, ਇਹ ਇਸ ਦੇ ਲਈ ਫਾਰਮੂਲਾ S²। ਇਹ 4 AME ਸਪੇਸ ਟਾਈਮ ਦੇ ਅੰਦਰ ਸਰਵ ਸਧਾਰਨ ਲੋਰੈਂਟਸ ਟਰਾਂਸਫਰਮੇਸ਼ਨਾਂ ਦੇ ਅਧੀਨ ਇਨਵੇਰੀਐਂਟ ਮਾਤਰਾਵਾਂ ਹੁੰਦੀਆਂ। ਇੱਥੇ ਕਾਫੀ ਸਾਰੇ ਦੇਖੋ ਅੰਗਰੇਜ਼ੀ ਸ਼ਬਦ ਆ ਗਏ, ਮੈਂ ਅੰਗਰੇਜ਼ੀ ਸ਼ਬਦ ਯੂਜ਼ ਕਰਦਾ, ਪੰਜਾਬੀ ਸ਼ਬਦ ਮੈਂ ਜਾਣਬੁੱਝ ਕੇ ਨਹੀਂ ਯੂਜ਼ ਕਰਦਾ। ਇਸ ਦੇ ਬਾਰੇ ਫਿਰ ਕਦੇ ਗੱਲ ਕਰਾਂਗੇ ਕਿ ਸਪੇਸ ਟਾਈਮ ਦੇ ਅੰਦਰ ਸਰਵ ਸਧਾਰਨ ਜਨਰਲਾਈਜ਼ ਜਿਹੜੇ ਲੋਰੈਂਟਸ ਪ੍ਰਵਰਤਨ ਨੇ, ਇਹਨਾਂ ਦੇ ਕਾਰਨ ਜਿਹੜੇ ਇਹ ਮਾਤਰਾਵਾਂ ਇਹ ਇਨਵੇਰੀਐਂਟ ਰਹਿੰਦੀਆਂ, ਚੇਂਜ ਨਹੀਂ ਹੁੰਦੀਆਂ। ਇਹ 4 AME ਸਪੇਸ ਟਾਈਮ ਦੇ ਅੰਦਰ ਇਹ τ² ਤੇ S² ਚੇਂਜ ਨਹੀਂ ਹੁੰਦੇ, ਇਨਵੇਰੀਐਂਟ ਰਹਿੰਦੇ ਆ। ਤਾਂ ਦੂਜੇ ਸ਼ਬਦਾਂ ਦੇ ਵਿੱਚ ਇਹ ਮਾਤਰਾਵਾਂ ਲੋਰੈਂਟਸ ਬੂਸਟਾਂ ਅਤੇ ਨਿਰਦੇਸ਼ਾਂਕ ਰੋਟੇਸ਼ਨਾਂ ਦੇ ਕਿਸੇ ਵੀ ਮੇਲ ਦੇ ਅਧੀਨ ਇਨਵੇਰੀਐਂਟ ਰਹਿੰਦੇ ਆ, ਯਾਨੀ ਕਿ ਬਦਲਦੇ ਨਹੀਂ, ਸਥਿਰ ਰਹਿੰਦੇ ਆ। ਅਤੇ ਅਸੀਂ ਕਦੇ ਟਾਓ ਨੂੰ ਸੰਖੇਪ ਰੂਪ ਦੇ ਵਿੱਚ ਇਸ ਤਰੀਕੇ ਨਾਲ ਵੀ ਲਿਖਾਂਗੇ, τ² = T² - X²। ਤਾਂ ਇਸ ਤਰੀਕੇ ਨਾਲ ਵੀ ਇਸ ਨੂੰ ਲਿਖ ਸਕਦੇ ਹਾਂ ਅਸੀਂ, X², ਜਿਵੇਂ ਸਪੇਸ ਟਾਈਮ ਨੂੰ ਦਰਸਾਉਂਦਾ। ਅਤੇ ਇਕੁਏਸ਼ਨ 2.14, ਅਤੇ ਇਹ ਸ਼ਾਇਦ ਰਿਲੇਟਿਵਿਟੀ ਬਾਰੇ ਸਭ ਤੋਂ ਜ਼ਿਆਦਾ ਕੇਂਦਰੀ ਤੱਤ ਹੈ, ਇਹ τ² = T² - X²। ਹੁਣ ਅਗਲਾ ਚੈਪਟਰ ਪੜ੍ਹ ਰਹੇ ਹਾਂ ਅਸੀਂ, ਲਾਈਟ ਦੀਆਂ ਕਿਰਨਾਂ ਕਿਵੇਂ ਚੱਲਦੀਆਂ। ਤਾਂ ਲੈਕਚਰ ਪਹਿਲਾ ਸੀਗਾ ਜਿਹੜਾ ਸਾਡਾ ਪਿਛਲੇ ਦੋਨਾਂ ਨਾਲ ਜੁੜ ਕੇ, ਇਸ ਦੇ ਵਿੱਚ ਅਸੀਂ ਸਪੇਸ ਟਾਈਮ ਖੇਤਰਾਂ ਅਤੇ ਪ੍ਰਕਾਸ਼ ਕਿਰਨਾਂ ਦੀਆਂ ਟਰਜੈਕਟਰੀਆਂ ਦੇ ਬਾਰੇ ਚਰਚਾ ਕੀਤੀ ਸੀ। ਤਾਂ ਇਹਦੇ ਵਿੱਚ ਇੱਕ ਫੋਟੋ ਚਿੱਤਰ 2.2, ਇਸ 'ਤੇ ਥੋੜ੍ਹਾ ਹੋਰ ਵਿਸਥਾਰ ਨਾਲ ਇਸ ਨੂੰ ਦਰਸਾਉਂਦਾ, ਔਰ ਇਸ ਦੇ ਅਗਲੇ ਉਹਦੇ ਫੋਟੋ 'ਤੇ ਚੱਲਦੇ ਹਾਂ। ਇਹ ਸਾਡੀ ਪਹਿਲੀ ਲੱਗੀ ਹੋਈ ਹੈ ਫੋਟੋ, ਇਸ ਦੇ ਵਿੱਚ ਅਸੀਂ ਦੂਜੀ ਚੇਂਜ ਕਰਦੇ ਹਾਂ। ਇਹ ਦੂਜੀ ਵਿੱਚ ਇਹ ਲਾਈਟ ਕੋਨ ਹੈ ਸਾਡੇ ਕੋਲ,
ਇਹ ਇੱਕ ਐਕਸ ਐਕਸਿਸ ਹੈ, ਇਸਦਾ 0 ਓਰੀਜਨ ਹੈ। ਇੱਧਰ ਨੂੰ ਵਾਈ ਐਕਸਿਸ ਹੈ, ਇੱਧਰ ਐਕਸ ਐਕਸਿਸ ਹੈ। ਜ਼ੈਡ ਐਕਸਿਸ ਉੱਪਰ ਨੂੰ ਹੈ, ਜਿਹੜਾ ਕਿ ਟਾਈਮ ਨੂੰ ਦਰਸਾਉਂਦਾ। ਟਾਈਮ ਨੂੰ ਦਰਸਾਉਣ ਲਈ ਉੱਪਰ ਨੂੰ ਦਿਖਾਇਆ ਗਿਆ ਇਸ ਨੂੰ। ਅਤੇ ਇਸ ਦੇ ਵਿੱਚ 3 ਬਿੰਦੂ ਦਿਖਾਏ ਗਏ ਨੇ ਦੇਖੋ। ਇੱਕ ਤਾਂ ਇਹ ਹੈ ਜਿਹਦੇ ਵਿੱਚ ਜਿਹੜਾ ਐਕਸ ਹੈ ਇਹ ਲਾਈਟ ਕੋਨ ਦੇ ਅੰਦਰ ਹੈ। ਇਸ ਦੇ ਵਿੱਚ ਇਹ ਟਾਈਮ ਤੋਂ ਛੋਟਾ ਹੈ। ਐਕਸਸ ਹੈ ਜਿਹੜਾ ਐਕਸ ਹੈ ਜੋ ਟਾਈਮ ਤੋਂ ਛੋਟਾ ਹੈ। ਅਤੇ ਇੱਥੇ ਜਿਹੜਾ ਇੱਕ ਪੀ ਬਿੰਦੂ ਦਿਖਾਇਆ ਗਿਆ, ਇੱਥੇ ਐਕਸ ਟੀ ਦੇ ਬਰਾਬਰ ਹੈ। ਅਤੇ ਇੱਥੇ ਇੱਕ ਬੀ ਬਿੰਦੂ ਲਾਈਟ ਕੋਨ ਤੋਂ ਬਾਹਰ ਦਿਖਾਇਆ ਗਿਆ, ਇੱਥੇ ਐਕਸ ਟਾਈਮ ਤੋਂ ਵੱਡਾ ਹੈ। ਤਾਂ ਇਹਨਾਂ ਨੂੰ ਸਪੇਸ ਟਾਈਮ ਲਾਈਕ ਅਤੇ ਲਾਈਟ ਲਾਈਕ ਇਹ ਲਾਈਟ ਲਾਈਕ ਹੈ ਜਿਹੜਾ ਪੁਆਇੰਟ ਇੱਥੇ ਇਹਦੇ ਉੱਤੇ ਹੈ। ਅਤੇ ਇੱਥੇ ਇਹ ਸਪੇਸ ਲਾਈਕ ਹੈ, ਜਿੱਥੇ ਸਪੇਸ ਜਿਹੜਾ ਕਾਰਡੀ ਇਹਦੇ ਇਹਨਾਂ ਬਾਰੇ ਤੁਸੀਂ ਪਿਛਲੇ ਲੈਕਚਰ ਵਿੱਚ ਵੀ ਪੜ੍ਹਿਆ। ਤਾਂ ਆਓ ਇਹਨਾਂ ਦੇ ਬਾਰੇ ਅੱਗੇ ਹੋਰ ਅੱਜ ਗੱਲ ਕਰਦੇ ਹਾਂ। ਤਾਂ ਵੱਖ-ਵੱਖ ਕਿਸਮਾਂ ਦੇ ਵਿਭਾਜਨ ਇਨਵੇਰੀਐਂਟ ਮਾਤਰਾ ਐਸ ਦੇ ਇੱਕ ਨੈਗੇਟਿਵ, ਪੋਜ਼ੀਟਿਵ ਜਾਂ 0 ਮੁੱਲ ਦੇ ਨਾਲ ਮੇਲ ਖਾਂਦੇ ਹੈ। ਤਾਂ ਅਸੀਂ ਇਹ ਦਿਲਚਸਪ ਨਤੀਜਾ ਵੀ ਲੱਭਿਆ ਕਿ ਜੇਕਰ ਸਪੇਸ ਟਾਈਮ ਦੇ ਵਿੱਚ 2 ਬਿੰਦੂਆਂ ਦੇ ਵਿੱਚ 0 ਦਾ ਵਿਭਾਜਨ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਬਿੰਦੂ ਇੱਕੋ ਹੋਣੇ ਚਾਹੀਦੇ ਹਨ। ਤਾਂ ਅਸੀਂ ਇਹ ਵੀ ਨਤੀਜਾ ਇਸ ਵਿੱਚ ਕੱਢਿਆ ਕਿ ਸਪੇਸ ਟਾਈਮ ਦੇ ਵਿੱਚ ਅਗਰ 2 ਬਿੰਦੂਆਂ ਦੇ ਵਿੱਚ ਜਿਹੜੀ ਸੈਪਰੇਸ਼ਨ ਹੈ ਉਹ 0 ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਬਿੰਦੂ ਸੇਮ ਹੈ। ਤਾਂ ਇਹ ਸਪੇਸ ਲਾਈਕ, ਟਾਈਮ ਲਾਈਕ ਅਤੇ ਲਾਈਟ ਲਾਈਕ ਪਿਛਲੇ ਲੈਕਚਰ ਵਿੱਚ ਹੈ 1.2 ਵਿੱਚ, ਤੁਸੀਂ ਉੱਥੋਂ ਜ਼ਰੂਰ ਪੜ੍ਹ ਲਓ। ਇਸ ਦੇ ਵਿੱਚ ਮੈਂ ਰਿਪੀਟ ਨਹੀਂ ਕਰਾਂਗਾ ਉਹਨਾਂ ਨੂੰ। ਤਾਂ 0 ਵਿਭਾਜਨ ਦਾ ਸਿੱਧਾ ਮਤਲਬ ਹੈ ਕਿ 2 ਬਿੰਦੂ ਉਹਨਾਂ ਵਿੱਚੋਂ ਇੱਕ ਤੋਂ ਦੂਜੀ ਤੱਕ ਜਾਣ ਵਾਲੀ ਪ੍ਰਕਾਸ਼ ਕਿਰਨ ਦੀ ਸੰਭਾਵਨਾ ਦੇ ਨਾਲ ਸੰਬੰਧਿਤ ਹੈ। 0 ਵਿਭਾਜਨ ਦਾ ਮਤਲਬ ਹੈ ਸਿੱਧਾ ਕਿ 2 ਬਿੰਦੂ ਨੇ ਜੋ ਉਹਨਾਂ ਵਿੱਚ ਇੱਕ ਬਿੰਦੂ ਤੋਂ ਦੂਜੀ ਤੱਕ ਜਾਣ ਵਾਲੀ ਜਿਹੜੀ ਲਾਈਟ ਰੇ ਹੈ, ਉਸ ਦੀ ਸੰਭਾਵਨਾ ਦੇ ਨਾਲ ਉਹਨਾਂ ਦਾ ਰਿਲੇਸ਼ਨ ਹੈ। ਤਾਂ ਇਹ ਇੱਕ ਮਹੱਤਵਪੂਰਨ ਧਾਰਨਾ ਹੈ ਕਿ ਇੱਕ ਰੋਸ਼ਨੀ ਕਿਰਨ ਕਿਵੇਂ ਚੱਲਦੀ ਹੈ। ਇਹ ਇਸ ਤਰੀਕੇ ਨਾਲ ਚੱਲਦੀ ਹੈ ਕਿ ਇਸ ਦੀ ਟ੍ਰਜੈਕਟਰੀ ਹੈ, ਜਿਹੜਾ ਇਸਦਾ ਰਸਤਾ ਹੈ, ਇਸ ਦੇ ਨਾਲ ਪ੍ਰੋਪਰ ਟਾਈਮ ਜਿਹੜਾ ਵਿਕਲਪਿਕ ਤੌਰ 'ਤੇ ਸਪੇਸ ਟਾਈਮ ਅੰਤਰਾਲ ਵੀ ਕਹਿ ਸਕਦੇ ਹਾਂ, ਉਹ 0 ਹੁੰਦਾ ਹੈ। ਯਾਨੀ ਕਿ ਜੋ ਲਾਈਟ ਦੀ ਕਿਰਨ ਦੀ ਜਿਹੜੀ ਟ੍ਰਜੈਕਟਰੀ ਹੈ, ਉਸ ਦੇ ਵਿੱਚ ਸਪੇਸ ਟਾਈਮ ਅੰਤਰਾਲ 0 ਰਹਿੰਦਾ, ਕਿਉਂਕਿ ਉਹਦੇ ਬਰਾਬਰ ਹੁੰਦਾ, ਉਹਦੇ ਲਈ ਬਰਾਬਰ ਯੂਜ਼ ਕੀਤਾ ਜਾਂਦਾ। ਅਤੇ ਇੱਕ ਪ੍ਰਕਾਸ਼ ਕਿਰਨ ਦੀ ਟ੍ਰਜੈਕਟਰੀ ਜੋ ਮੂਲ ਤੋਂ ਸ਼ੁਰੂ ਹੁੰਦੀ, ਓਰੀਜਨਲ ਤੋਂ ਸ਼ੁਰੂ ਹੁੰਦੀ ਹੈ, ਅਤੇ ਸਪੇਸ ਟਾਈਮ ਦੇ ਉਹਨਾਂ ਖੇਤਰਾਂ ਦੇ ਵਿਚਕਾਰ ਇੱਕ ਕਿਸਮ ਦੀ ਸੀਮਾ ਦੇ ਤੌਰ 'ਤੇ ਕੰਮ ਕਰਦੀ ਹੈ, ਜੋ ਓਰੀਜਨ ਤੋਂ ਸਮੇਂ ਵਾਂਗ ਯਾਨੀ ਕਿ ਟਾਈਮ ਲਾਈਕ ਸੈਪਰੇਟ ਹੁੰਦੇ ਆ। ਅਤੇ ਜਿਹੜੇ ਸਪੇਸ ਲਾਈਕ ਸਪੇਸ ਵਰਗੇ ਵੱਖਰੇ ਹੁੰਦੇ ਹਨ। ਤਾਂ ਇੱਥੇ 2 ਸ਼ਬਦ ਨੇ, ਸਮੇਂ ਵਾਂਗ, ਇਸ ਨੂੰ ਟਾਈਮ ਲਾਈਕ ਕਹਿ ਸਕਦੇ ਹਾਂ, ਪੰਜਾਬੀ 'ਚ ਸਮੇਂ ਵਾਂਗ ਕਹਿ ਸਕਦੇ ਹਾਂ, ਲੇਕਿਨ ਮੈਂ ਰਿਕਮੈਂਡ ਕਰਾਂਗਾ ਕਿ ਇਸ ਨੂੰ ਟਾਈਮ ਲਾਈਕ ਹੀ ਕਿਹਾ ਜਾਵੇ, ਸਮੇਂ ਦੀ ਵਾਂਗ ਦੀ ਜਗ੍ਹਾ। ਅਤੇ ਜਿਹੜੇ ਸਪੇਸ ਵਰਗੇ, ਇਹ ਵੀ ਸਪੇਸ ਲਾਈਕ ਇਸਦਾ ਪੰਜਾਬੀ ਵਿੱਚ ਨਾਮ ਹੈ, ਸਪੇਸ ਵਰਗੇ। ਤਾਂ ਇਸ ਨੂੰ ਸਪੇਸ ਲਾਈਕ ਕਿਹਾ ਜਾਂਦਾ, ਅੰਗਰੇਜ਼ੀ 'ਚ ਵੀ ਸੌਖਾ ਹੀ ਹੈ। ਅਤੇ ਅੱਜ ਕੱਲ੍ਹ ਇੰਨੀ ਕੁ ਤਾਂ ਅੰਗਰੇਜ਼ੀ ਸਭ ਨੂੰ ਆਉਂਦੀ ਹੋ ਹੈ ਕਿ ਇਹ ਜਿਹੜੀ ਪ੍ਰਕਾਸ਼ ਕਿਰਨ ਦੀ ਟ੍ਰਜੈਕਟਰੀ ਜਿਹੜੀ ਕਿ 0 ਤੋਂ ਸ਼ੁਰੂ ਹੁੰਦੀ ਹੈ, ਤਾਂ ਸਪੇਸ ਟਾਈਮ ਦੇ ਉਹਨਾਂ ਖੇਤਰਾਂ ਦੇ ਵਿਚਕਾਰ ਜਿਹੜੀ ਲਾਈਟ ਲਾਈਕ ਹੈ, ਇਹ ਇੱਕ ਸੀਮਾ ਹੈ। ਉਹਨਾਂ ਨੂੰ ਉਹ ਟਾਈਮ ਲਾਈਕ ਅਤੇ ਸਪੇਸ ਲਾਈਕ ਵਾਲਿਆਂ ਤੋਂ ਵੱਖਰਾ ਕਰਨ ਲਈ ਇੱਕ ਬਾਉਂਡਰੀ ਹੈ। ਉਹਨਾਂ ਦੇ ਵਿਚਕਾਰ ਇੱਕ ਬਾਉਂਡਰੀ ਜਿਹੜੀ ਉਹ ਲਾਈਟ ਹੈ। ਇਹ ਕਾਫੀ ਇੱਕ ਬਹੁਤ ਗਹਿਰਾ ਗਿਆਨ ਹੈ ਇਹ, ਕਿ ਜਿਹੜਾ ਲਾਈਟ ਹੈ ਉਹ ਟਾਈਮ ਅਤੇ ਸਪੇਸ ਨੂੰ ਵੱਖਰਾ ਕਰਦੀ ਹੈ। ਤਾਂ ਡਾਇਗਰਾਮ 2.2 ਵਿੱਚ ਫਿਊਚਰ ਲਾਈਟ ਕੋਨ ਹੈ, ਇੱਥੇ ਮੈਂ ਡਾਇਗਰਾਮ ਬਣਾਈ ਵੀ ਉਹ ਹੈ, ਅਤੇ ਇਹਦੇ ਵਿੱਚ ਫਿਊਚਰ ਦੀ ਲਾਈਟ ਕੋਨ ਹੈ। ਤਾਂ ਉੱਪਰ ਨੂੰ ਹੈ ਜੋ ਥੱਲੇ ਨੂੰ ਪਾਸਟ ਵਾਲੀ ਹੁੰਦੀ ਹੈ। ਅਤੇ ਮੂਲ ਦੇ ਸਾਪੇਖਿਕ ਰਿਲੇਟਿਵ ਬਿੰਦੂ ਏ ਸਮੇਂ ਦੀ ਤਰ੍ਹਾਂ ਵੱਖ ਕੀਤਾ ਹੋਇਆ, ਬਿੰਦੂ ਏ ਜਿਹੜਾ ਹੈ ਟਾਈਮ ਲਾਈਕ ਹੈ, ਅਤੇ ਬਿੰਦੂ ਬੀ ਹੈ ਜੋ ਇਹ ਸਪੇਸ ਵਰਗਾ ਵੱਖ ਕੀਤਾ ਗਿਆ, ਸਪੇਸ ਲਾਈਕ ਸੈਪਰੇਸ਼ਨ ਹੈ ਇਸਦੀ। ਅਤੇ ਬਿੰਦੂ ਪੀ ਹੈ ਜਿਹੜਾ ਇਹ ਲਾਈਟ ਜਿਹਾ ਵੱਖ ਕੀਤਾ ਗਿਆ ਕਿ ਲਾਈਟ ਲਾਈਕ ਹੈ ਜਿਹੜਾ ਪੀ ਹੈ। ਤਾਂ ਸਿਰਫ 2 ਸਪੇਸ ਆਯਾਮ ਇੱਥੇ ਦਿਖਾਏ ਗਏ ਹੈ। ਤਾਂ ਤੁਸੀਂ ਇੱਕ ਵਾਰ ਫਿਰ ਤਸਵੀਰ ਦੇ ਉੱਤੇ ਕਰਸਰ ਲੈ ਕੇ ਚੱਲਦਾ ਕਿ ਜਿਹੜਾ ਇਸ ਦੇ ਵਿੱਚ ਇਹ ਬਿੰਦੂ ਹੈ, ਇਹ ਟਾਈਮ ਲਾਈਕ ਵੱਖ ਹੈ। ਬੀ ਹੈ ਜਿਹੜਾ ਇਹ ਸਪੇਸ ਲਾਈਕ ਵੱਖ ਹੈ, ਇਸਦੀ ਇਹ ਸਪੇਸ ਵੱਖਰੀ ਹੈ, ਇਸਦਾ ਟਾਈਮ ਵੱਖਰਾ, ਅਤੇ ਇਸ ਦੀ ਲਾਈਟ ਵੱਖਰੀ ਹੈ। ਤਾਂ ਇਹ ਲਾਈਟ ਦੀ ਤਰ੍ਹਾਂ ਵੱਖ ਹੈ ਜਿਹੜਾ ਪੀ ਬਿੰਦੂ ਹੈ। ਇਹ ਬਿੰਦੂ ਟਾਈਮ ਦੀ ਤਰ੍ਹਾਂ ਵੱਖ ਹੈ, ਇਹ ਟਾਈਮ ਤੋਂ ਜਿਹੜਾ ਇਸ ਵਿੱਚ ਐਕਸ ਹੈ ਜਿਹੜਾ ਇਹ ਟਾਈਮ ਤੋਂ ਛੋਟਾ ਹੈ, ਇਸ ਵਿੱਚ ਟਾਈਮ ਜ਼ਿਆਦਾ, ਇਸ ਦੇ ਵਿੱਚ ਟਾਈਮ ਘੱਟ ਹੈ, ਸਪੇਸ ਜ਼ਿਆਦਾ ਹੈ ਬੀ ਵਾਲੇ ਵਿੱਚ।
ਤਾਂ ਇਹਨਾਂ ਦਾ ਕੀ ਮਤਲਬ ਹੈ ਤੁਸੀਂ ਆਪੇ ਬਣਾਈ ਜਾਇਓ ਮਤਲਬ। ਤੇ ਫਿਲਹਾਲ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ ਕਿ ਫਿਜ਼ਿਕਸ ਦੇ ਵਿੱਚ ਇਹਨਾਂ ਨੂੰ ਕਿਵੇਂ ਪੜ੍ਹਿਆ ਜਾਂਦਾ ਹੈ। ਤਾਂ ਉਹਨਾਂ ਦੇ ਤੇ ਕਾਫੀ ਵੱਡੀ ਫਿਲਾਸਫੀ ਤੁਸੀਂ ਕਰ ਸਕਦੇ ਆ ਇਹਨਾਂ ਟਾਈਮ ਲਾਈਕ, ਸਪੇਸ ਲਾਈਕ ਅਤੇ ਲਾਈਟ ਲਾਈਕ ਬਾਰੇ ਆਮ ਲੋਕ ਇਹਨਾਂ ਨੂੰ ਨਹੀਂ ਜਾਣਦੇ ਹੈਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਭੌਤਿਕ ਵਿਗਿਆਨ ਵਾਲੀਆਂ ਚੀਜ਼ਾਂ ਨੇ ਤੇ ਬਹੁਤ ਸਾਰਾ ਇਹ ਗਿਆਨ ਹੈ, ਬਹੁਤ ਕੀਮਤੀ ਗਿਆਨ ਹੈ ਤੇ ਇੱਥੇ ਸਾਨੂੰ ਇਹ ਮਿਲ ਰਿਹਾ ਤੇ ਤੁਹਾਨੂੰ ਇਹ ਜ਼ਰੂਰ ਇਸ ਦੇ ਬਾਰੇ ਹੋਰ ਰਿਸਰਚ ਕਰਨੀ ਚਾਹੀਦੀ ਹੈ। ਤੇ ਆਓ ਅੱਗੇ ਪੜ੍ਹਦੇ ਹਾਂ ਇਸ ਨੂੰ। ਤੇ ਅੱਗੇ ਇਸ ਦੇ ਵਿੱਚ ਅੱਗੇ ਅਗਲਾ ਚੈਪਟਰ ਹੈ 4 ਵੈਕਟਰਾਂ ਦੇ ਨਾਲ ਜਾਣ ਪਛਾਣ। ਹੁਣ ਥੋੜ੍ਹਾ ਇਸਦਾ ਸਿੰਪਲ ਜਿਹਾ ਮੈਥ ਸ਼ੁਰੂ ਹੋਣ ਵਾਲਾ ਤੇ ਹੁਣ ਥੋੜ੍ਹਾ ਇਸ ਦੇ ਵਿੱਚ ਜਿਹੜਾ ਅਸਲੀ ਫਾਰਮੂਲੇ ਜਿਵੇਂ ਲਿਖੇ ਜਾਂਦੇ ਨੇ ਉਸ ਦੇ ਬਾਰੇ ਗੱਲ ਹੋਏਗੀ। ਤਾਂ ਸਾਡੇ ਕੋਲ ਵਾਈ ਅਤੇ ਜ਼ੈਡ ਸਪੇਸ਼ੀਅਲ ਡਾਇਮੈਂਸ਼ਨਾਂ ਨੂੰ ਤਸਵੀਰ ਵਿੱਚ ਵਾਪਸ ਲਿਆਉਣ ਦਾ ਇੱਕ ਕਾਰਨ ਹੈ। ਯਾਨੀ ਕਿ ਅਸੀਂ ਤਸਵੀਰ ਵਿੱਚ ਵਾਈ ਅਤੇ ਜ਼ੈਡ ਡਾਇਮੈਂਸ਼ਨਾਂ ਨੂੰ ਵੀ ਹੁਣ ਲਿਆਵਾਂਗੇ ਨਾਲ। ਇੱਥੇ ਦੇਖੋ ਇਹ ਸਪੈਸ਼ਲ ਡਾਇਮੈਂਸ਼ਨਾਂ ਨਹੀਂ, ਸਪੇਸ਼ੀਅਲ ਡਾਇਮੈਂਸ਼ਨਾਂ ਨੇ। ਸਪੇਸ ਵਾਲੀਆਂ ਡਾਇਮੈਂਸ਼ਨਾਂ ਨੇ ਜਿਹੜੀਆਂ ਵਾਈ ਅਤੇ ਜ਼ੈਡ, ਇਹਨਾਂ ਨੂੰ ਸਪੇਸ਼ੀਅਲ ਡਾਇਮੈਂਸ਼ਨਾਂ ਕਿਹਾ ਜਾਂਦਾ। ਇਹ ਇਸ ਤਰੀਕੇ ਨਾਲ ਇਹ ਇਹਨਾਂ ਦਾ ਜਿਹੜਾ ਸਪੈਲਿੰਗ ਹੈ ਉਹ ਵੀ ਸਪੈਸ਼ਲ ਤੋਂ ਡਿਫਰੈਂਟ ਹੁੰਦਾ। ਤਾਂ ਸਪੇਸ਼ੀਅਲ ਡਾਇਮੈਂਸ਼ਨਾਂ ਨੂੰ ਹੁਣ ਅਸੀਂ ਤਸਵੀਰ ਵਿੱਚ ਵਾਪਸ ਲਿਆਉਣ ਲੱਗੇ ਹਾਂ। ਤੇ ਰਿਲੇਟੀਵਿਟੀ ਦੀ ਗਣਿਤਿਕ ਭਾਸ਼ਾ 4 ਵੈਕਟਰ ਨਾਮਕ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਤੇ 4 ਵੈਕਟਰ ਸਪੇਸ ਦੇ ਸਾਰੇ 3 ਆਯਾਮਾਂ ਨੂੰ ਸ਼ਾਮਲ ਕਰਦੇ ਆ। ਮੈਂ ਇੱਥੇ ਜਿਹੜੀ ਸਕਰੀਨ ਹੈ ਦੂਜੀ ਲਾ ਲੈਣਾ ਵੱਡੀ, ਇਹ 'ਚ ਕੋਨ ਵਾਲੀ ਦੀ ਹਜੇ ਸਾਨੂੰ ਜ਼ਰੂਰਤ ਨਹੀਂ ਹੈਗੀ। ਤਾਂ 4 ਵੈਕਟਰ ਸਪੇਸ ਦੇ ਸਾਰੇ 3 ਆਯਾਮਾਂ ਨੂੰ ਸ਼ਾਮਲ ਕਰਦੇ ਆ ਤੇ ਅਸੀਂ ਉਹਨਾਂ ਨੂੰ ਇੱਥੇ ਪੇਸ਼ ਕਰਾਂਗੇ ਅਤੇ ਲੈਕਚਰ 3 ਦੇ ਵਿੱਚ ਉਹਨਾਂ ਨੂੰ ਹੋਰ ਵਿਕਸਿਤ ਕਰਾਂਗੇ। ਅਗਲੇ ਲੈਕਚਰ ਵਿੱਚ ਉਹਨਾਂ ਦੀ ਹੋਰ ਡਿਵੈਲਪਮੈਂਟ ਕਰਾਂਗੇ। ਫਿਲਹਾਲ ਇੱਥੇ ਅਸੀਂ ਉਹਨਾਂ ਨੂੰ ਪੇਸ਼ ਕਰਨ ਜਾ ਰਹੇ ਹਾਂ 4 ਵੈਕਟਰਾਂ ਨੂੰ। ਬੜੇ ਸਿੰਪਲ ਨੇ। 3 ਆਯਾਮਾਂ ਦੇ ਵਿੱਚ ਇੱਕ ਵੈਕਟਰ ਦੀ ਸਭ ਤੋਂ ਬੁਨਿਆਦੀ ਉਦਾਹਰਨ ਜਿਹੜੀ ਹੈ ਸਪੇਸ ਵਿੱਚ 2 ਬਿੰਦੂਆਂ ਦੇ ਵਿਚਕਾਰ ਇੱਕ ਅੰਤਰਾਲ ਹੈ, ਸਮੇਂ ਦਾ ਅੰਤਰਾਲ ਹੁੰਦਾ ਜਿਵੇਂ, ਤੇ ਇੱਕ ਦੂਰੀ ਵੀ ਹੁੰਦੀ ਹੈ। ਤਾਂ ਉਹ ਦੂਰੀ ਤੇ ਸਮੇਂ ਤੇ ਸਪੇਸ ਦੇ ਬਾਰੇ ਗੱਲ ਹੈ ਕਿ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਤਰ੍ਹਾਂ ਅਸੀਂ ਉਹਨੂੰ ਲਿਖਦੇ ਹਾਂ। 2 ਬਿੰਦੂ ਦਿੱਤੇ ਜਾਣ ਤੇ ਇੱਕ ਵੈਕਟਰ ਹੁੰਦਾ ਜੋ ਉਹਨਾਂ ਨੂੰ ਮਿਲਾਉਂਦਾ ਹੈ। ਤਾਂ ਵੈਕਟਰ ਦੇ ਨਾਲ ਉਹਨਾਂ ਨੂੰ ਮਿਲਾਇਆ ਜਾਂਦਾ, ਜੋ ਵੈਕਟਰ ਨੂੰ 4 ਵੈਕਟਰ ਕਿਹਾ ਜਾਂਦਾ। ਉਹ 3 ਡਾਇਮੈਂਸ਼ਨਲ ਨਹੀਂ ਹੁੰਦਾ, 4 ਡਾਇਮੈਂਸ਼ਨਲ ਹੁੰਦਾ। ਇਸ ਦੀ ਇੱਕ ਦਿਸ਼ਾ ਹੁੰਦੀ ਹੈ, ਇੱਕ ਮੈਗਨੀਚਿਊਡ ਹੁੰਦਾ। ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਵੈਕਟਰ ਕਿੱਥੋਂ ਸ਼ੁਰੂ ਹੁੰਦਾ ਹੈ। ਤਾਂ ਇਹ ਇਸਦੀ ਇੱਕ ਪ੍ਰੋਪਰਟੀ ਹੈ ਕਿ ਵੈਕਟਰ ਦੀ ਜਿਹੜੀ ਸਟਾਰਟਿੰਗ ਪੁਆਇੰਟ ਆ ਉਹ ਕਿਤੋਂ ਵੀ ਹੋ ਸਕਦਾ। ਤਾਂ ਜੇਕਰ ਅਸੀਂ ਇਸ ਨੂੰ ਗਤੀ ਕਰਾਉਂਦੇ ਹਾਂ, ਇਸ ਨੂੰ ਮੂਵਮੈਂਟ ਕਰਦੇ ਹਾਂ ਇਸ ਦੀ, ਤਾਂ ਇਹ ਅਜੇ ਵੀ ਉਹੀ ਵੈਕਟਰ ਹੁੰਦਾ। ਯਾਨੀ ਕਿ ਵੈਕਟਰ ਫਿਰ ਵੀ ਚੇਂਜ ਨਹੀਂ ਹੁੰਦਾ। ਤੁਸੀਂ ਇਸ ਨੂੰ ਇੱਕ ਅਧਿਐਨ ਯਾਤਰਾ ਦੇ ਰੂਪ ਦੇ ਵਿੱਚ ਸੋਚ ਸਕਦੇ ਹੋ ਜੋ ਮੂਲ ਤੋਂ ਸ਼ੁਰੂ ਹੁੰਦੀ ਹੈ, ਓਰੀਜਨ ਤੋਂ ਸ਼ੁਰੂ ਹੁੰਦੀ ਹੈ ਅਤੇ ਸਪੇਸ ਦੇ ਵਿੱਚ ਕਿਸੇ ਬਿੰਦੂ ਤੇ ਖਤਮ ਹੁੰਦੀ ਹੈ। ਸਾਡੇ ਵੈਕਟਰ ਕੋਲ ਕੋਆਰਡੀਨੇਟ ਇਸ ਕੇਸ ਵਿੱਚ ਐਕਸ, ਵਾਈ ਅਤੇ ਜ਼ੈਡ ਹੁੰਦੇ ਆ, ਜਿਵੇਂ ਆਪਾਂ ਆਮ ਯੂਜ਼ ਕਰਦੇ ਹਾਂ, ਜੋ ਅੰਤਿਮ ਬਿੰਦੂ ਦੀ ਸਥਿਤੀ ਨੂੰ ਪਰਿਭਾਸ਼ਿਤ ਕਰਦੇ ਆ। ਤਾਂ ਜਿਹੜਾ ਅੰਤ ਵਾਲਾ ਬਿੰਦੂ ਆ ਜਿਸ ਦੇ ਉੱਤੇ ਪੁਆਇੰਟ ਇਸ ਵੇਲੇ ਕੋਈ ਹੁੰਦਾ ਹੈ ਕੁਛ, ਉਹ ਉਸ ਵੇਲੇ ਕੋਈ ਘਟਨਾ ਹੁੰਦੀ ਹੈ ਜਾਂ ਇੱਕ ਬਿੰਦੂ ਹੁੰਦਾ, ਉਹ ਐਕਸ, ਵਾਈ, ਜ਼ੈਡ ਉਸਦੇ 3 ਕੋਆਰਡੀਨੇਟ ਹੁੰਦੇ ਜਿਵੇਂ ਅਸੀਂ ਆਮ ਪੜ੍ਹੇ ਹਾਂ, ਸੌਖਾ ਹੈ। ਥੋੜ੍ਹਾ ਉਸਨੂੰ ਹੁਣ ਉਸਦਾ ਐਡਵਾਂਸ ਵਰਜ਼ਨ ਹੈ ਜਿਹੜਾ ਉਹ ਸ਼ੁਰੂ ਹੋਣ ਵਾਲਾ। ਤਾਂ ਇਸ ਦੇ ਲਈ ਤੁਸੀਂ ਤਿਆਰ ਰਹੋ। ਤਾਂ ਸਭ ਤੋਂ ਪਹਿਲਾਂ ਇੱਕ ਨਵੀਨ ਨੋਟੇਸ਼ਨ ਦੀ ਗੱਲ ਆਏਗੀ ਇੱਥੇ ਕਿ 4 ਵੈਕਟਰਾਂ ਦੇ ਨਾਲ ਜਾਣ ਪਛਾਣ ਚੱਲ ਰਹੀ ਹੈ। ਇਸ ਦੇ ਵਿੱਚ ਇਹ ਨਵੀਂ ਇੱਕ ਨੋਟੇਸ਼ਨ ਹੈ, ਨਵਾਂ ਚਿੰਨ੍ਹ ਇੱਥੇ ਅਸੀਂ ਪੇਸ਼ ਕਰਾਂਗੇ। ਤਾਂ ਬੇਸ਼ੱਕ ਸਾਡੇ ਕੋਆਰਡੀਨੇਟਾਂ ਦੇ ਨਾਂ ਜ਼ਰੂਰੀ ਤੌਰ 'ਤੇ ਐਕਸ, ਵਾਈ ਅਤੇ ਜ਼ੈਡ ਹੋਣੇ ਜ਼ਰੂਰੀ ਨਹੀਂ ਹੁੰਦੇ। ਅਸੀਂ ਇਹਨਾਂ ਨੂੰ ਹੋਰ ਤਰੀਕੇ ਨਾਲ ਐਕਸ, ਆਈ ਵੀ ਲਿਖ ਸਕਦੇ ਇਹਨਾਂ ਨੂੰ। ਤਾਂ ਉਹਨਾਂ ਦਾ ਨਾਮ ਬਦਲਣ ਦੇ ਲਈ ਅਸੀਂ ਪੂਰੇ ਆਜ਼ਾਦ ਹਾਂ ਕਿ ਕੁਛ ਵੀ ਨਾਮ ਹੋਈ ਕੁੱਕੜ ਜੋ ਮਰਜ਼ੀ ਰੱਖ ਸਕਦੇ ਹਾਂ ਅਸੀਂ। ਤਾਂ ਇਹਨਾਂ ਨੂੰ ਅਸੀਂ ਐਕਸ ਆਈ ਕਹਿ ਸਕਦੇ ਹਾਂ। ਤੇ ਐਕਸ ਦੇ ਵਿੱਚ ਜਿਹੜਾ ਆਈ ਹੈ ਇਹ 1 2 3 ਤੱਕ ਹੁੰਦਾ, ਯਾਨੀ ਕਿ 3 ਡਾਇਮੈਂਸ਼ਨਾਂ ਹੁੰਦੀਆਂ ਨੇ ਐਕਸ, ਵਾਈ, ਜ਼ੈਡ 1 2 3। ਤੇ ਇਸ ਸੰਕੇਤ ਦੇ ਵਿੱਚ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਐਕਸ ਆਈ ਇਜ਼ ਇਕੁਅਲ ਟੂ ਐਕਸ, ਵਾਈ, ਜ਼ੈਡ। ਤਾਂ ਇਸ ਤਰੀਕੇ ਨਾਲ ਇਹ ਤਿੰਨ ਜਿਹੜੇ ਕੋਆਰਡੀਨੇਟ ਨੇ ਐਕਸ, ਵਾਈ, ਜ਼ੈਡ 3 ਦਿਸ਼ਾਵਾਂ ਦੇ ਵਿੱਚ, ਖੱਬੇ ਸੱਜੇ ਤੇ ਖੱਬੇ ਸੱਜੇ ਵਾਲੇ ਐਕਸ ਵਾਲੇ ਹੁੰਦੇ ਨੇ, ਅੰਦਰ ਬਾਹਰ ਵਾਲੇ ਵਾਈ ਵਾਲੇ ਅਤੇ ਜ਼ੈਡ ਵਾਲੇ ਆਮ ਤੌਰ 'ਤੇ ਉੱਪਰ ਨੂੰ ਲਏ ਜਾਂਦੇ ਨੇ, ਜਾਂ ਕਈ ਵਾਰ ਵਾਈ ਵਾਲੇ ਨੂੰ ਉੱਪਰ ਨੂੰ ਲੈ ਕੇ ਜ਼ੈਡ ਵਾਲੇ ਨੂੰ ਅੰਦਰ ਬਾਹਰ ਵੱਲ ਵੀ ਲਿਆ ਜਾ ਸਕਦਾ। ਤੇ ਇਹ ਐਕਸ ਆਈ ਇਸ ਦੀ ਸੁਪਰਸਕ੍ਰਿਪਟ ਉੱਪਰ ਲਿਖਣਾ ਹੁੰਦਾ ਇਸ ਦੇ ਵਿੱਚ। ਇਸ ਦਾ ਕਾਰਨ ਬਾਅਦ 'ਚੋਂ ਸਪਸ਼ਟ ਹੋਏਗਾ ਕਿ ਇਸ ਨੂੰ ਥੱਲੇ ਕਿਉਂ ਨਹੀਂ ਲਿਖਿਆ ਅਸੀਂ। ਐਕਸ ਨੂੰ ਥੱਲੇ ਪੈਰਾਂ ਵਿੱਚ ਵੀ ਲਿਖ ਸਕਦੇ ਹਾਂ ਲੇਕਿਨ ਉੱਪਰ ਲਿਖਿਆ ਜਾਂਦਾ ਆਮ ਤੌਰ 'ਤੇ। ਇਹਨਾਂ ਦੇ ਬਾਰੇ ਬਾਅਦ ਵਿੱਚ ਗੱਲ ਹੋਏਗੀ। ਮੈਂ ਫਿਲਹਾਲ ਇਸ ਦੇ ਵਿੱਚ ਜੋ ਅੱਗੇ ਆਉਣ ਵਾਲਾ ਚੈਪਟਰ ਨੇ ਉਹਨਾਂ ਦੇ ਵਿੱਚ ਜੋ ਜਿਹੜੀ ਨਵੀਂ ਪਰਿਭਾਸ਼ਾ ਉਹਦੀ ਹੁਣੇ ਗੱਲ ਨਹੀਂ ਕਰਾਂਗਾ, ਅੱਗੇ ਪੜ੍ਹਨੀ ਹੋ ਆਪਾਂ ਨੇ। ਤਾਂ ਐਕਸ ਆਈ ਇਜ਼ ਇਕੁਅਲ ਟੂ ਐਕਸ, ਵਾਈ, ਜ਼ੈਡ ਸਪੇਸ ਦੇ 3 ਕੋਆਰਡੀਨੇਟਾਂ ਦੇ ਨਾਮ ਇਸ ਤਰੀਕੇ ਨਾਲ ਐਕਸ ਆਈ ਦੇ ਤੌਰ 'ਤੇ ਅਸੀਂ ਲਿਖ ਸਕਦੇ ਹਾਂ। ਜਾਂ ਫਿਰ ਅਸੀਂ ਇਵੇਂ ਵੀ ਲਿਖ ਸਕਦੇ ਹਾਂ ਕਿ ਐਕਸ ਆਈ ਜਿਹੜਾ ਹੈ X1, X2 ਅਤੇ X3 ਦੇ ਬਰਾਬਰ ਹੈ।
ਇੱਥੇ ਧਿਆਨ ਦੇਣਾ ਕਿ x1 x2 ਅਤੇ x3 ਇਹ ਇਹਨਾਂ ਦੀਆਂ ਪਾਵਰਾਂ ਨਹੀਂ ਹੈਗੀਆਂ, ਜਿਵੇਂ ਆਪਾਂ ਐਕਸਪੋਨੈਂਟ ਯੂਜ਼ ਕਰਦੇ ਹਾਂ। ਇਹਨਾਂ ਦੀ ਸਿਰਫ ਨੋਟੇਸ਼ਨ ਹੈ, ਇਹਨਾਂ ਦਾ ਨਾਮ ਹੈ ਇਹ x1 x2 x3। ਇਸ ਦੀ ਬਜਾਏ ਅਤੇ ਉਸ ਨੋਟੇਸ਼ਨ ਨੂੰ ਵਿਆਪਕ ਤੌਰ 'ਤੇ ਵਰਤਣ ਦੀ ਯੋਜਨਾ ਬਣਾ ਰਹੇ ਹਾਂ ਅਸੀਂ, ਕਿ ਇਸ ਦੀ ਜਗ੍ਹਾ ਅਸੀਂ ਥੋੜ੍ਹਾ ਜਿਹਾ ਇਸ ਨੂੰ ਹੋਰ ਇਹਦੇ ਵਿੱਚ ਟਾਈਮ ਵੀ ਸ਼ਾਮਿਲ ਕਰਨਾ ਹੈ। ਤਾਂ ਕਿਉਂਕਿ ਅਸੀਂ ਕਿਸੇ ਓਰੀਜਨ ਦੇ ਸਪੈਸਿਫਿਕ ਸਪੇਸ ਅਤੇ ਸਮੇਂ ਨੂੰ ਨਾਪ ਰਹੇ ਹੁੰਦੇ ਹਾਂ। ਸਪੇਸ ਵੀ ਨਾਪਣੀ ਹੁੰਦੀ ਸੀ, ਸਮਾਂ ਵੀ ਨਾਪਣਾ ਹੁੰਦਾ। ਤਾਂ ਸਾਨੂੰ ਇੱਕ ਟਾਈਮ ਕੋਆਰਡੀਨੇਟ ਟੀ ਨੂੰ ਵੀ ਇਹਦੇ ਵਿੱਚ ਜੋੜਨ ਦੀ ਲੋੜ ਪੈਂਦੀ ਹੈ, ਅਤੇ ਟੀ ਨੂੰ ਜੋੜਨ ਦੇ ਵਾਸਤੇ ਫਿਰ ਅਸੀਂ ਇਸਦੇ ਵਿੱਚ ਇਹਦਾ ਚੌਥਾ ਜਿਹੜਾ ਕੋਆਰਡੀਨੇਟ ਆ ਇੱਕ ਹੋਰ ਸ਼ਾਮਿਲ ਕਰਦੇ ਹਾਂ, ਅਤੇ ਉਸ ਨੂੰ ਜਦੋਂ ਲਿਖਦੇ ਹਾਂ, ਦੇਖੋ ਇਹ ਐਕਸ ਆਈ 'ਤੇ ਅਸੀਂ ਲਿਖਤੇ ਐਕਸ ਵਾਈ ਜ਼ੈਡ ਲਿਖ ਸਕਦੇ ਹਾਂ ਇਹਨਾਂ ਨੂੰ, ਜਾਂ ਫਿਰ x1 x2 ਅਤੇ x3 ਲਿਖ ਸਕਦੇ ਹਾਂ। ਅਤੇ ਇਸਦੇ ਵਿੱਚ ਅਸੀਂ ਵੈਕਟਰ ਵਿੱਚ 4 ਅਯਾਮੀ ਫਿਰ ਵਸਤੂ ਬਣ ਜਾਂਦਾ ਹੈ ਕਿ 3 ਅਯਾਮੀ ਹੈ। ਇੱਕ ਸਮੇਂ ਦੇ ਹਿੱਸੇ ਵਾਲਾ ਜਿਹੜਾ 4 ਵੈਕਟਰ ਵਿੱਚ 3 ਸਪੇਸ ਕੰਪੋਨੈਂਟ ਹੁੰਦੇ ਆ ਉਸਦੇ, ਇੱਕ ਕੰਪੋਨੈਂਟ ਉਸਦਾ ਟਾਈਮ ਕੰਪੋਨੈਂਟ ਹੁੰਦਾ ਹੈ। ਤਾਂ ਇਹ ਉਸ ਨੂੰ ਅਸੀਂ ਇਹ ਪਰੰਪਰਾ ਦੇ ਹਿਸਾਬ ਨਾਲ ਰਿਵਾਜ ਆ ਜਿਹੜਾ, ਉਹ ਟਾਈਮ ਕੰਪੋਨੈਂਟ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ। ਤਾਂ ਇਸ ਨੂੰ ਐਕਸ ਮਿਊ ਦੇ ਨਾਲ ਲਿਖਦੇ ਹਾਂ। ਤਾਂ ਜਿਹੜੀ ਸੁਪਰਸਕ੍ਰਿਪਟ ਹੈ ਉਹ ਐਕਸ ਮਿਊ ਲਿਖਦੇ ਹਾਂ ਅਸੀਂ, ਐਕਸ ਸੁਪਰਸਕ੍ਰਿਪਟ ਮਿਊ, ਅਤੇ ਇਹ ਹੁੰਦੀ ਹੈ x0 x1 x2 x3। ਇਹ x1 x2 x3 ਤਾਂ ਉੱਪਰ ਵਾਲੇ ਹੈਗੇ ਹੀ ਨੇ ਐਕਸ ਆਈ, ਅਤੇ ਇੱਥੇ ਜਿਹੜਾ ਇਹ ਟਾਈਮ ਕੰਪੋਨੈਂਟ ਹੈ ਇਸ ਨੂੰ 0 ਕੰਪੋਨੈਂਟ ਲਿਖਿਆ ਜਾਂਦਾ ਹੈ। ਅਤੇ ਇਹ ਐਕਸ ਮਿਊ ਦੇ 4 ਕੰਪੋਨੈਂਟ ਹੁੰਦੇ ਆ, ਐਕਸ ਆਈ ਦੇ ਸਿਰਫ 3 ਕੰਪੋਨੈਂਟ ਹੁੰਦੇ। ਇਹ ਸਪੇਸ ਦੀਆਂ ਡਾਇਮੈਂਸ਼ਨਾਂ ਦਿਖਾਉਂਦੇ ਆ। ਇਹ ਟਾਈਮ ਦੀ ਡਾਇਮੈਂਸ਼ਨ ਪਲੱਸ 3 ਡਾਇਮੈਂਸ਼ਨਾਂ ਸਪੇਸ ਦੀਆਂ, 4 ਡਾਇਮੈਂਸ਼ਨਾਂ ਨੂੰ 4 ਵੈਕਟਰ ਨੂੰ ਦਿਖਾਉਂਦੇ, ਇਹਨਾਂ ਨੂੰ 4 ਵੈਕਟਰ ਕਿਹਾ ਜਾਂਦਾ, ਉਹਦੇ 'ਚ 4 ਡਾਇਮੈਂਸ਼ਨਾਂ ਹੁੰਦੀਆਂ ਨੇ। ਤਾਂ ਜਿੱਥੇ x0 x1 x2 ਅਤੇ x3 ਆ ਜਿਹੜੇ, ਇਹ ਉਹੀ ਅਰਥ ਰੱਖਦੇ ਜੋ ਟੀ ਐਕਸ ਵਾਈ ਜ਼ੈਡ ਅਰਥ ਰੱਖਦੇ ਆ ਸਾਡੇ ਲਈ। ਜਿਵੇਂ ਅਸੀਂ ਆਮ ਤੌਰ 'ਤੇ ਇਹਨਾਂ ਨੂੰ ਟੀ ਐਕਸ ਵਾਈ ਜ਼ੈਡ ਯੂਜ਼ ਕਰਦੇ ਹਾਂ ਇੱਕ ਟਾਈਮ ਲਈ ਅਤੇ 3 ਸਪੇਸ ਲਈ ਐਕਸ ਵਾਈ ਜ਼ੈਡ। ਉਸੇ ਤਰ੍ਹਾਂ ਇੱਥੇ ਉਹਨਾਂ ਦਾ ਕਾਮਨ ਨੇਮ ਅਸੀਂ ਸਰਬ ਸਧਾਰਨ ਨਾਮ ਜਾਂ ਜਰਨਲਾਈਜ਼ਡ ਨਾਮ ਆ ਜਿਹੜਾ x0 x1 x2 ਅਤੇ x3 ਰੱਖਦੇ ਹਾਂ। ਅਤੇ ਯਾਦ ਰੱਖੋ ਇਹ ਸੁਪਰਸਕ੍ਰਿਪਟ ਐਕਸਪੋਨੈਂਟ ਜਿਹੜੀ ਕਿ ਪਾਵਰ ਨਹੀਂ ਹੈਗੀ, ਇਹ ਜਿਹਨੂੰ ਪੰਜਾਬੀ 'ਚ ਘਾਤ ਵੀ ਕਹਿੰਦੇ ਆਪਾਂ। ਇਹ ਐਕਸ ਰੇਜ਼ ਟੂ ਪਾਵਰ 1 ਨਹੀਂ ਹੈਗੀ, ਐਕਸ ਰੇਜ਼ ਟੂ ਪਾਵਰ 2 ਜਾਂ 3 ਨਹੀਂ ਹੈਗੀ। ਇਹ ਸਿਰਫ ਇਸਦਾ ਨਾਮ ਹੈ। ਕੋਆਰਡੀਨੇਟ x3 ਦਾ ਮਤਲਬ ਹੁੰਦਾ ਤੀਸਰਾ ਸਪੇਸ ਕੋਆਰਡੀਨੇਟ, ਯਾਨੀ ਕਿ ਇਸਦਾ ਜਿਹੜਾ ਦਰਜਾ ਹੈ ਉਹ ਦੱਸਦਾ ਹੈ ਕਿ ਤੀਸਰਾ ਜਾਂ ਦੂਸਰਾ ਜਾਂ ਪਹਿਲਾ ਹੈ ਜਾਂ 0 ਵਾਲਾ। ਅਤੇ ਜੋ ਅਕਸਰ ਜ਼ੈਡ ਵੱਲੋਂ ਲਿਖਿਆ ਜਾਂਦਾ, ਤੀਸਰੇ ਨੂੰ ਅਸੀਂ ਜਿਵੇਂ ਜ਼ੈਡ ਵੱਲੋਂ ਯੂਜ਼ ਕਰਦੇ ਹਾਂ, ਦੂਜੇ ਨੂੰ ਵਾਈ ਵੱਲੋਂ, ਪਹਿਲੇ ਨੂੰ ਐਕਸ ਵੱਲੋਂ, ਅਤੇ ਟਾਈਮ ਵਾਲੇ ਨੂੰ ਟੀ ਵੱਲੋਂ ਯੂਜ਼ ਕਰਦੇ ਹਾਂ ਸਿੰਪਲੀ। ਅਤੇ ਇਸਦਾ ਮਤਲਬ ਐਕਸ ਰੇਜ਼ ਟੂ ਪਾਵਰ 3 ਦਾ ਮਤਲਬ ਐਕਸ ਗੁਣਾ ਐਕਸ ਨਹੀਂ ਹੈਗਾ, ਇਹ ਧਿਆਨ ਰੱਖਣਾ। ਤਾਂ ਇਹ ਪਾਵਰਾਂ ਅਤੇ ਸੁਪਰਸਕ੍ਰਿਪਟਾਂ ਦੇ ਵਿੱਚ ਜਿਹੜਾ ਅੰਤਰ ਹੈ ਪ੍ਰਸੰਗ ਤੋਂ ਸਪਸ਼ਟ ਹੋਣਾ ਚਾਹੀਦਾ। ਇੱਥੇ ਕਈ ਵਾਰ ਕਨਫਿਊਜ਼ਨ ਹੁੰਦੀ ਹੈ ਕਿ ਜਿਵੇਂ ਪੜ੍ਹਦੇ ਹਾਂ ਜਦੋਂ ਇਕੁਏਸ਼ਨਾਂ ਨੂੰ, ਅਤੇ ਮੈਂ ਵੀ ਪਿਛਲੇ ਕੁਆਂਟਮ ਮਕੈਨਿਕਸ ਵਾਲੇ ਉਹਦੇ ਵਿੱਚ ਕਨਫਿਊਜ਼ ਰਹਿੰਦਾ ਸੀ ਕਿ ਕਿਹੜੀਆਂ ਸੁਪਰਸਕ੍ਰਿਪਟਾਂ ਨੇ ਇਹ ਜਾਂ ਇਹ ਪਾਵਰਾਂ ਨੇ। ਤਾਂ ਉਹ ਥੋੜ੍ਹਾ ਧਿਆਨ ਰੱਖਣਾ ਪਏਗਾ ਕਿ ਉਹ ਸਪੇਸ ਟਾਈਮ ਦੀ ਗੱਲ ਹੋ ਰਹੀ ਹੈ ਜਾਂ ਹੋਰ ਕੋਈ ਉਸਦੇ ਵਿੱਚ ਨੋਟੇਸ਼ਨ ਹੈ ਜਿਹੜੀ, ਤਾਂ ਉੱਥੇ ਥੋੜ੍ਹਾ ਪੜ੍ਹਨ ਲਈ ਧਿਆਨ ਰੱਖਣਾ ਪੈਂਦਾ। ਤਾਂ ਇਹ ਨਵੀਂ ਨੋਟੇਸ਼ਨ ਅੱਗੇ ਕਾਫੀ ਵਰਤੀ ਜਾਏਗੀ, ਅਤੇ ਇਸ ਨੂੰ ਅਸੀਂ ਥੋੜ੍ਹਾ ਹੋਰ ਉਹਦੇ ਵਿੱਚ ਸਿੱਖਾਂਗੇ। ਤਾਂ ਹੁਣ ਤੋਂ ਜਦੋਂ ਅਸੀਂ 4 ਅਯਾਮੀ ਕੋਆਰਡੀਨੇਟ ਲਿਖਾਂਗੇ ਤਾਂ ਸਮਾਂ ਕੋਆਰਡੀਨੇਟ ਪਹਿਲਾਂ ਲਿਖਣਾ ਹੁੰਦਾ x0 ਵਾਲਾ, ਅਤੇ x0 ਹੀ ਬੋਲਦੇ ਹਾਂ ਇਸ ਨੂੰ। ਤਾਂ ਧਿਆਨ ਦਿਓ ਕਿ ਅਸੀਂ ਆਪਣੇ ਸੂਚਕਾਂਕ ਸੰਕੇਤ ਦੇ 2 ਮਾਮੂਲੀ ਵੱਖਰੇ ਰੂਪਾਂ ਦੀ ਵਰਤੋਂ ਕਰਾਂਗੇ, ਅਤੇ ਹੁਣ ਅਸੀਂ ਇੱਥੇ 2 ਥੋੜ੍ਹੇ ਡਿਫਰੈਂਟ ਜਿਹੜੇ ਇਸਦੇ 2 ਰੂਪਾਂ ਦੀ ਵਰਤੋਂ ਕਰਾਂਗੇ ਸੂਚਕਾਂਕ ਸੰਕੇਤਾਂ ਦੇ। ਇੱਕ ਤੇ ਐਕਸ ਮਿਊ ਦੀ, ਇਸ ਵਿੱਚ ਜਿਹੜਾ ਯੂਨਾਨੀ ਹੈ ਗ੍ਰੀਕ ਇੰਡੈਕਸ ਹੈ ਇਹ ਮਿਊ, ਅਤੇ ਇਸਦਾ ਮਤਲਬ ਹੈ ਕਿ ਸੂਚਕਾਂਕ ਸਾਰੇ ਜਿਹੜਾ ਮਿਊ ਹੈ 0 1 2 ਲੈ ਕੇ 0 1 2 ਅਤੇ 3 ਤੱਕ ਰੇਂਜ ਇਸਦੀ ਹੈਗੀ ਹੈ, ਕਿ 0 ਤੋਂ ਲੈ ਕੇ 3 ਤੱਕ ਜਾਂਦਾ, 0 1 2 3 ਯਾਨੀ ਕਿ 4 ਵੈਲਿਊਜ਼ ਲੈਂਦਾ ਇਹ ਜਿਹੜਾ ਸੂਚਕਾਂਕ ਹੈ। ਅਤੇ ਦੂਜੀ ਅਸੀਂ ਯੂਜ਼ ਕਰਦੇ ਹਾਂ ਐਕਸ ਆਈ, ਇਸ 'ਚ ਰੋਮਨ ਜਿਹੜਾ ਆਇਓਟਾ ਹੁੰਦਾ, ਜਿਵੇਂ ਵੈਸੇ ਓਟੇ ਨਾਲ ਵੀ ਇੱਥੇ ਥੋੜ੍ਹਾ ਡਿਫਰੈਂਟ ਰੱਖਣਾ ਪਏਗਾ। ਵੈਸੇ ਇਹਨਾਂ ਨੂੰ ਹੋਰ ਯੂਜ਼ ਕਰਨਾ ਚਾਹੀਦਾ ਸੀ ਕਿਉਂਕਿ ਓਟਾ ਆਮ ਫਿਜ਼ਿਕਸ ਵਿੱਚ ਉਹ ਵੀ ਯੂਜ਼ ਹੁੰਦਾ, ਇੱਥੇ ਆਈ ਵੀ ਇੱਥੇ ਯੂਜ਼ ਕਰ ਲਿਆ ਅਤੇ ਪੰਗਾ ਪੈਂਦਾ, ਫਿਰ ਇਹਨਾਂ ਨੂੰ ਪੜ੍ਹਨ ਵੇਲੇ ਦਿੱਕਤ ਆਉਂਦੀ ਹੈ ਕਿ ਉਹ ਓਟਾ ਹੈ ਜਾਂ ਫਿਰ ਇਹ ਸੂਚਕਾਂਕ ਹੈ। ਤਾਂ ਇੱਥੇ ਆਈ ਦਾ ਮਤਲਬ ਇਹ ਸੂਚਕਾਂਕ ਸਿਰਫ 3 ਸਪੇਸ਼ੀਅਲ ਕੰਪੋਨੈਂਟ 1 2 3 ਇਹਦੇ 3 ਹੁੰਦੇ ਨੇ ਆਈ ਦੇ, ਜਿਵੇਂ ਉੱਪਰ ਲਿਖੇ ਗਏ ਨੇ। ਤਾਂ ਜਿੱਥੇ ਐਕਸ ਆਈ ਹੈ ਉੱਥੇ ਸਿਰਫ ਸਪੇਸ ਦੀ ਗੱਲ ਹੈ, ਜਿੱਥੇ ਐਕਸ ਮਿਊ ਹੈ ਉੱਥੇ 4 ਵੈਕਟਰ ਦੀ ਗੱਲ ਹੈ, ਜਿਸ ਵਿੱਚ ਟਾਈਮ ਵੀ ਸ਼ਾਮਲ ਹੈ। ਅਤੇ ਓਰੀਜਨ ਤੋਂ ਪ੍ਰੋਪਰ ਟਾਈਮ ਅਤੇ ਸਪੇਸ ਟਾਈਮ ਅੰਤਰਾਲ ਬਾਰੇ ਕੀ ਖਿਆਲ ਹੈ? ਇੱਕ ਅਸੀਂ ਹੋਰ ਪ੍ਰੋਪਰ ਟਾਈਮ ਵਾਲਾ
ਇੱਕ ਹੋਰ ਜਿਹੜਾ ਉੱਪਰ ਲਿਖਿਆ ਵਾ ਜਿਵੇਂ ਟਾਊ ਸਕੇਅਰ ਇਜ਼ ਇਕੁਅਲ ਟੂ ਟੀ ਸਕੇਅਰ ਮਾਈਨਸ ਐਕਸ ਸਕੇਅਰ, ਇਹ ਖੋਜਿਆ ਸੀ। ਇਸ ਦੇ ਬਾਰੇ ਵੀ ਸਾਨੂੰ ਦੇਖਣਾ ਪਏਗਾ ਕਿ ਕਿੱਥੇ ਯੂਜ਼ ਹੋਏਗਾ, ਕਿਉਂਕਿ ਟਾਈਮ ਇਸ ਵੀ ਵੈਲੋਸਿਟੀ ਵਿੱਚ ਕੰਮ ਆਉਂਦਾ, ਤਾਂ ਵੈਲੋਸਿਟੀ ਯੂਜ਼ ਕਰਨ ਲਈ ਅਸੀਂ ਇਸ ਦੀ ਵਰਤੋਂ ਕਰਾਂਗੇ ਹੁਣ। ਤਾਂ ਇਸ ਦੇ ਵਿੱਚ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਫਿਰ, ਟਾਓ ਸਕੇਅਰ ਜਿਹੜਾ ਇਹ ਐਕਸ ਨੋਟ ਦਾ ਸਕੇਅਰ ਪਲੱਸ x1 ਦਾ ਸਕੇਅਰ ਪਲੱਸ x2 ਦਾ ਸਕੇਅਰ ਮਾਈਨਸ x3 ਦਾ ਸਕੇਅਰ, ਕਿਉਂਕਿ ਇਹਦੇ ਵਿੱਚ ਤਿੰਨੇ ਕੰਪੋਨੈਂਟ ਅਸੀਂ ਲੈਣੇ ਹੁੰਦੇ ਆ, ਐਕਸ ਵਾਈ ਜ਼ੈਡ ਤੇ ਟਾਈਮ ਵਾਲਾ। ਇਹ ਟਾਈਮ ਵਾਲਾ ਜਿਹੜਾ ਹੈ ਇਹ ਸਕੇਅਰ ਹੈ ਇੱਥੇ, ਇਹ ਬ੍ਰੈਕਟਾਂ ਦੇ ਅੰਦਰ ਇਹ ਨੋਟੇਸ਼ਨ ਹੈ ਜਿਹੜੀ ਅਸੀਂ ਬਣਾਈ ਹੈ। ਤੇ ਇਹ ਬਣਾਈ ਹੈ ਜਿਵੇਂ ਐਕਸ ਮਿਊ ਆ, ਜਿਹੜੇ 4 ਕੰਪੋਨੈਂਟ ਰੱਖਦਾ, x0 x1 x2 x3, ਇਹ ਇਸ ਦਾ ਸਕੇਅਰ ਆ ਬ੍ਰੈਕਟਾਂ ਤੋਂ ਬਾਹਰ ਜੋ ਉੱਪਰ ਲਿਖਿਆ ਹੋਇਆ ਪਾਵਰ ਇਸ ਦੀ। ਤਾਂ ਇਸ ਨੂੰ ਇਸ ਤਰੀਕੇ ਨਾਲ ਇਸ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਟਾਊ ਸਕੇਅਰ ਨੂੰ, ਇਹ ਟਾਈਮ ਦਾ ਸਕੇਅਰ ਮਾਈਨਸ ਅੱਗੇ ਸਪੇਸ ਦੇ ਤਿੰਨੇ ਕੋਆਰਡੀਨੇਟਾਂ ਦਾ ਮਾਈਨਸ ਦੇ ਵਿੱਚ ਸਕੇਅਰ ਹੈ। ਤੇ ਜਿਹੜਾ ਦੂਜਾ ਐਸ ਸਕੇਅਰ ਆ ਜੋ ਸਪੇਸ ਟਾਈਮ ਇੰਟਰਵਲ ਜਿਸ ਨੂੰ ਲਿਖਦੇ ਹਾਂ ਅਸੀਂ, ਇਹ ਟਾਈਮ ਇਸ ਤੋਂ ਉਲਟਾ ਹੈ, ਇਹ ਮਾਈਨਸ ਹੁੰਦਾ, ਬਾਕੀ ਸਾਰੇ ਪਲੱਸ ਵਾਲੇ ਹੁੰਦੇ ਨੇ। ਤੇ ਅਸੀਂ ਜ਼ਿਆਦਾਤਰ ਐਸ ਸਕੇਅਰ ਨੂੰ, ਤੁਸੀਂ ਕਿਤਾਬਾਂ ਦੇ ਵਿੱਚ ਵੀ ਇਹਦੇ ਬਾਰੇ ਕਿਤਾਬਾਂ ਦੇਖੋਗੇ, ਕੁਛ ਲੋਕ ਇਹ ਵਾਲਾ ਯੂਜ਼ ਕਰਦੇ ਆ, ਟਾਈਮ ਨੂੰ ਪੋਜ਼ੀਟਿਵ ਲੈਂਦੇ ਆ, ਸਪੇਸ ਟਾਈਮ ਨੂੰ ਨੈਗੇਟਿਵ ਲੈਂਦੇ ਆ। ਤੇ ਕੁਛ ਜਿਹੜੇ ਰਾਈਟਰ ਨੇ ਉਹ ਸਪੇਸ ਟਾਈਮ ਇੰਟਰਵਲ ਵਾਲਾ ਯੂਜ਼ ਕਰਦੇ ਆ ਕਿ ਇਸ ਵਿੱਚ ਟਾਈਮ ਨੂੰ ਨੈਗੇਟਿਵ ਲਿਆ ਜਾਂਦਾ, ਬਾਕੀ ਤਿੰਨੇ ਕੰਪੋਨੈਂਟ ਪੋਜ਼ੀਟਿਵ ਲਏ ਜਾਂਦੇ ਨੇ। ਇਹ ਮੈਟ੍ਰਿਕਸ ਦੇ ਵਿੱਚ ਵੀ ਇਹ ਯੂਜ਼ ਹੁੰਦੇ ਆ। ਅੱਗੇ ਪੜ੍ਹਾਂਗੇ ਇਸ ਨੂੰ, ਥੋੜ੍ਹਾ ਕੰਪਲੀਕੇਟਡ, ਅਤੇ ਇੱਥੇ ਫਿਲਹਾਲ ਸੌਖਾ ਅਸੀਂ ਪੜ੍ਹ ਰਹੇ ਹਾਂ। ਤਾਂ ਇੱਥੇ ਕੋਈ ਨਵੀਂ ਸਮੱਗਰੀ ਨਹੀਂ ਹੈਗੀ, ਸਿਰਫ ਸੰਕੇਤ ਹੈ ਇਹਦੇ ਵਿੱਚ, ਜਿਹੜੇ ਇਹ ਇੱਕ ਤਰ੍ਹਾਂ ਦੇ ਨੋਟੇਸ਼ਨ ਹੈ ਸਿਰਫ ਇਹ, ਪਰ ਨੋਟੇਸ਼ਨ ਮਹੱਤਵਪੂਰਨ ਹੁੰਦੇ ਆ ਇਸ ਮਾਮਲੇ 'ਚ ਸਾਡੇ 4 ਵੈਕਟਰ ਨੂੰ ਸੰਗਠਿਤ ਕਰਨ ਅਤੇ ਫਿਰ ਫਾਰਮੂਲੇ ਨੂੰ ਸਰਲ ਰੱਖਣ ਦਾ ਇੱਕ ਤਰੀਕਾ ਪ੍ਰਦਾਨ ਕਰਦੇ ਆ ਇਹ, ਕਿਉਂਕਿ ਇਕੁਏਸ਼ਨਾਂ ਨੂੰ ਥੋੜ੍ਹਾ ਸੌਖਾ ਕਰਕੇ ਲਿਖ ਦਿੰਦੇ ਆ, ਛੋਟਾ ਕਰਕੇ ਲਿਖ ਦਿੰਦੇ ਆ ਇਹ। ਤੇ ਜਦੋਂ ਤੁਸੀਂ ਇੱਕ ਮਿਊ ਸੂਚਕਾਂਕ ਦੇਖਦੇ ਹੋ ਤਾਂ ਸੂਚਕਾਂਕ ਸਪੇਸ ਅਤੇ ਸਮੇਂ ਦੀਆਂ 4 ਸੰਭਾਵਨਾਵਾਂ ਉੱਤੇ ਚੱਲਦਾ ਹੁੰਦਾ, ਤੇ ਜਦੋਂ ਦੂਜਾ ਜਿਹੜਾ ਦੇਖਦੇ ਆ XI ਵਾਲਾ, ਉੱਥੇ ਸਿਰਫ 3 ਸੰਭਾਵਨਾਵਾਂ ਹੁੰਦੀਆਂ, x1 x2 ਤੇ x3 ਵਾਲੀਆਂ। ਤੇ ਟਾਓ ਸਕੇਅਰ ਜਿਹੜਾ ਹੈ ਐਕਸ ਨੋਟ ਇਹ ਤੇ ਇੱਥੇ ਲਿਖ ਦਿੱਤਾ, ਐਸ ਵਾਲਾ ਇੱਥੇ ਲਿਖ ਦਿੱਤਾ। ਤੇ ਜਦੋਂ ਤੁਸੀਂ ਆਈ ਸੂਚਕਾਂਕ ਦੇਖਦੇ ਆ, ਇੰਡੈਕਸ ਜਿਹੜਾ ਜਦੋਂ ਆਈ ਦਿੱਤਾ ਹੁੰਦਾ ਐਕਸ ਦੇ ਉੱਪਰ, ਤਾਂ ਫਿਰ ਇਹ ਸਿਰਫ ਸਪੇਸ ਦੀ ਗੱਲ ਹੁੰਦੀ ਹੈ, ਉਸ ਦੇ ਵਿੱਚ ਸਪੇਸ ਦੇ 3 ਕੰਪੋਨੈਂਟ ਹੁੰਦੇ ਆ। ਤੇ ਜਿਵੇਂ ਐਕਸ ਆਈ ਨੂੰ ਸਪੇਸ ਦੇ ਵਿੱਚ ਇੱਕ ਵੈਕਟਰ ਦੇ ਬੁਨਿਆਦੀ ਸੰਸਕਰਣ ਵਜੋਂ ਵੀ ਸੋਚਿਆ ਜਾ ਸਕਦਾ, ਤੇ ਜਿਹੜਾ ਐਕਸ ਮਿਊ ਹੈ ਇਹ 4 ਕੰਪੋਨੈਂਟਾਂ ਵਾਲਾ ਸਪੇਸ ਟਾਈਮ ਦੇ ਵਿੱਚ ਇੱਕ 4 ਵੈਕਟਰ ਦਿਖਾਉਂਦਾ। ਤੇ ਜਿਵੇਂ ਕਿ ਜਦੋਂ ਤੁਸੀਂ ਕੋਆਰਡੀਨੇਟਾਂ ਨੂੰ ਘੁਮਾਉਂਦੇ ਆ ਤਾਂ ਵੈਕਟਰ ਬਦਲਦੇ ਆ, ਜਦੋਂ ਤੁਸੀਂ ਇੱਕ ਮੂਵਿੰਗ ਫਰੇਮ ਤੋਂ ਦੂਜੀ ਫਰੇਮ ਦੇ ਵਿੱਚ ਜਾਂਦੇ ਆ ਤਾਂ 4 ਵੈਕਟਰ ਲਾਰੈਂਸ ਟਰਾਂਸਫਾਰਮ ਹੁੰਦੇ ਆ, ਯਾਨੀ ਕਿ ਲਾਰੈਂਸ ਪਰਿਵਰਤਨ ਉਹਨਾਂ ਵਿੱਚ ਹੁੰਦਾ। ਤੇ ਉਹ ਲਾਰੈਂਸ ਪਰਿਵਰਤਨ ਜਿਵੇਂ ਅਸੀਂ ਪਹਿਲਾਂ ਪੜ੍ਹ ਵੀ ਚੁੱਕੇ ਹਾਂ, ਤੇ ਇਹਨਾਂ ਦੀ ਅੱਗੇ ਹੋਰ ਥੋੜ੍ਹਾ ਐਡਵਾਂਸ ਵਰਜ਼ਨ ਵਿੱਚ ਗੱਲ ਹੋਏਗੀ ਕਿ ਕੀ ਇਹ ਹੁੰਦਾ। ਤਾਂ ਇੱਥੇ ਸਾਡੇ ਨਵੇਂ ਨੋਟੇਸ਼ਨ ਦੇ ਵਿੱਚ ਲਾਰੈਂਸ ਪਰਿਵਰਤਨ ਇਸ ਤਰੀਕੇ ਨਾਲ ਹੁੰਦਾ ਕਿ ਐਕਸ ਪ੍ਰਾਈਮ ਨੋਟ ਹੈ ਜੋ ਯਾਨੀ ਕਿ ਐਕਸ ਨੋਟ ਦੀ ਜਗ੍ਹਾ ਇੱਥੇ ਜਿਵੇਂ ਐਕਸ ਨੋਟ x1 x2 x3 3 ਜਿਵੇਂ ਸਾਡੇ ਕੋਆਰਡੀਨੇਟ ਨੇ, ਇਹਨਾਂ ਦੀ ਜਗ੍ਹਾ ਅਸੀਂ ਪ੍ਰਾਈਮ ਯੂਜ਼ ਕਰਦੇ ਹਾਂ। ਸਿਰਫ ਜੋ ਅਸੀਂ ਪਹਿਲਾਂ ਜਿਹੜਾ ਪ੍ਰਾਈਮ ਵਾਲਾ ਕੋਆਰਡੀਨੇਟ ਹੈ ਐਕਸ ਪ੍ਰਾਈਮ ਦਾ ਜਿਹੜਾ ਜ਼ੀਰੋ ਕੰਪੋਨੈਂਟ ਹੈ ਜੋ ਟਾਈਮ ਵਾਲਾ ਕੰਪੋਨੈਂਟ, ਇਹ ਐਕਸ ਨੋਟ ਮਾਈਨਸ ਵੀ ਐਕਸ 1 ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਦੇ ਬਰਾਬਰ ਹੁੰਦਾ। ਜਿਵੇਂ ਇਹ ਉੱਪਰ ਇੱਥੇ 2.1 ਨੰਬਰ ਇਕੁਏਸ਼ਨ ਹੈ, ਇੱਥੋਂ ਤੁਸੀਂ ਦੇਖ ਸਕਦੇ ਆ ਇਹ ਐਕਸ ਪ੍ਰਾਈਮ ਹੈ ਜੋ ਇਹ 1 ਵਾਲਾ ਕੰਪੋਨੈਂਟ ਹੈ ਐਕਸ ਪ੍ਰਾਈਮ, ਤੇ ਪਹਿਲਾਂ ਉੱਪਰ 1 ਇਸ ਦੀ ਵੈਲਿਊ ਹੈ ਜਿਵੇਂ, ਤੇ ਇੱਥੇ ਐਕਸ ਮਾਈਨਸ ਵੀ ਟੀ ਹੈ, ਇੱਥੇ ਐਕਸ 1 ਮਾਈਨਸ ਵੀ ਟੀ ਜਿਹੜਾ ਹੁੰਦਾ ਹੈ ਟਾਈਮ ਵਾਲਾ ਕੰਪੋਨੈਂਟ ਐਕਸ ਨੋਟ ਕਿਹਾ ਜਾਂਦਾ। ਇੱਥੇ ਸਾਰੇ ਦੋਨੋਂ ਵੀ ਟੀ ਦੀ ਬਜਾਏ ਇੱਥੇ ਇਹਨੂੰ ਵੀ ਐਕਸ ਦੇ ਨਾਲ ਹੀ ਲਿਖਦੇ ਹਾਂ, ਕਿਉਂਕਿ ਇਹ 4 ਵੈਕਟਰ ਦਾ ਕੰਪੋਨੈਂਟ ਹੈ। ਤਾਂ ਇੱਥੇ ਜਿਵੇਂ ਵੀ ਟੀ ਯੂਜ਼ ਕਰਦੇ ਹਾਂ, ਇੱਥੇ ਵੀ ਯੂਜ਼ ਕਰਦੇ ਅਸੀਂ ਐਕਸ ਹੀ ਯੂਜ਼ ਕਰਦੇ ਹਾਂ, ਚਾਰਾਂ ਦੇ ਲਈ ਐਕਸ ਯੂਜ਼ ਕਰਦੇ ਹਾਂ, ਸਿਰਫ ਉਹਨਾਂ ਦੀ ਸੁਪਰ ਸਕ੍ਰਿਪਟ ਅਸੀਂ ਇੱਕ ਅਲੱਗ ਦੇ ਦਿੰਦੇ ਹਾਂ 0 1 2 3। ਤਾਂ ਟਾਈਮ ਵਾਲੇ ਕੰਪੋਨੈਂਟ ਨੂੰ ਅਸੀਂ ਲੇਕਿਨ ਇੱਥੇ ਪ੍ਰਾਈਮ ਕਰ ਰਹੇ ਹਾਂ, ਇੱਧਰ ਸਿੰਪਲ ਕੰਪੋਨੈਂਟ ਹੈ ਰੈਸਟ ਵਾਲਾ, ਅਤੇ ਇੱਧਰ ਪ੍ਰਾਈਮ ਵਾਲਾ ਇਸ ਦੇ ਨਾਲ ਇਹ 2.1 ਵਾਲੀ ਇਕੁਏਸ਼ਨ ਦੇ ਵਾਂਗੂ ਇਸ ਤਰ੍ਹਾਂ ਹੁੰਦਾ। ਅਤੇ ਅੱਗੇ ਜਿਹੜਾ 1 ਵਾਲਾ ਕੰਪੋਨੈਂਟ ਆ ਇਹ ਇਸ ਦੇ ਵਿੱਚ ਜਿਹੜੇ 1 ਵਾਲਾ ਜਿਹੜਾ ਐਕਸ ਵਾਲਾ ਕੰਪੋਨੈਂਟ ਆ ਇਹ ਐਕਸ ਵਾਲੇ ਕੰਪੋਨੈਂਟ 'ਤੇ ਮਾਈਨਸ ਵੀ ਟੀ ਇੱਥੇ ਟਾਈਮ ਵਾਲੇ ਕੰਪੋਨੈਂਟ ਦਾ
ਇਸ ਤਰ੍ਹਾਂ ਨਿਊਮਰੇਟਰ ਵਿੱਚ ਹੁੰਦਾ ਅਤੇ ਇੱਧਰ ਜਿਹੜਾ ਟਾਈਮ ਵਾਲਾ ਕੰਪੋਨੈਂਟ ਹੈ ਆਹ ਦੂਜਾ 2.2 ਵਾਲਾ ਇੱਥੇ ਪਹਿਲਾਂ ਆ ਗਿਆ। ਇੱਥੇ ਟਾਈਮ ਜਿਹੜਾ ਟੀ ਦਾ ਪ੍ਰਾਈਮ ਹੈ ਯਾਨੀ ਕਿ ਐਕਸ ਪ੍ਰਾਈਮ ਦਾ ਜਿਹੜਾ 0 ਕੰਪੋਨੈਂਟ ਹੈ ਯਾਨੀ ਕਿ ਟੀ ਕੰਪੋਨੈਂਟ ਹੈ ਇਹ ਟੀ ਮਾਈਨਸ ਵੀ ਐਕਸ ਹੈ ਯਾਨੀ ਕਿ ਇਹ x0 ਟੀ ਹੈ ਮਾਈਨਸ ਵੀ ਐਕਸ ਹੈ। ਐਕਸ ਹੈ ਜਿਹੜਾ ਉਹ x1 ਹੀ ਹੈ ਸਾਡਾ। ਹਾਂ ਇਸ ਤਰ੍ਹਾਂ ਨਾਲ ਤੁਸੀਂ ਅੱਗੇ ਦੂਜੇ 2 ਹੋਰ ਵੀ ਨੇ, ਇਹ 2 ਨੀਚੇ ਲਿਖਦੇ ਨੇ ਕਿ ਜਿਹੜਾ ਸੈਕੰਡ ਕੋਆਰਡੀਨੇਟ ਹੈ y ਵਾਲਾ ਇਹ ਸੇਮ ਹੀ ਹੁੰਦਾ ਅਤੇ ਐਕਸ ਸਕੇਅਰ ਅਤੇ ਥਰਡ ਜਿਹੜਾ ਜ਼ੈਡ ਵਾਲਾ ਜਿਸ ਨੂੰ ਅਸੀਂ ਐਕਸ ਪ੍ਰਾਈਮ 3 ਲਿਖਦੇ ਹਾਂ ਜ਼ੈਡ ਪ੍ਰਾਈਮ ਹੈ ਇਹ ਜ਼ੈਡ ਵਾਲਾ ਹੀ ਹੁੰਦਾ ਅਤੇ ਵਾਈ ਵਾਲਾ ਵੀ ਜ਼ੈਡ ਵਾਲਾ ਹੀ ਹੁੰਦਾ। ਇੱਥੇ ਸਿਰਫ ਐਕਸ ਵਾਲੇ ਦੇ ਵਿੱਚ ਟਰਾਂਸਫਰਮੇਸ਼ਨ ਹੋਈ ਹੈ, ਲੋਰੈਂਸ ਟਰਾਂਸਫਰਮੇਸ਼ਨ, ਅਤੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹੋ, ਬੜਾ ਸਿੰਪਲ ਹੀ ਹੈ। ਅਤੇ ਅਸੀਂ ਇਸ ਨੂੰ ਕਿਸੇ ਵੀ 4 ਵੈਕਟਰ ਦੇ ਪਰਿਵਰਤਨ ਦੇ ਵਿਸ਼ੇਸ਼ਤਾਵਾਂ ਦੇ ਲਈ ਇੱਕ ਨਿਯਮ ਦੇ ਵਿੱਚ ਸਰਵ ਸਧਾਰਨ ਬਣਾ ਸਕਦੇ ਹਾਂ ਯਾਨੀ ਕਿ ਕੋਈ ਵੀ ਜਿਹੜਾ ਇਸਦਾ ਇੱਕ ਸਰਵ ਸਧਾਰਨ ਰੂਪ ਲਿਖ ਸਕਦੇ ਹਾਂ ਅਸੀਂ। ਉਸ ਨੂੰ ਲਿਖਣ ਦੇ ਲਈ ਅਸੀਂ ਇਸਦਾ ਨਾਮ ਹੈ ਜਿਹੜਾ ਹੋਰ ਰੱਖਾਂਗੇ ਕੁਛ। ਇੱਥੇ ਐਕਸ ਆਈ ਜਿਵੇਂ ਲਿਖਿਆ ਗਿਆ ਐਕਸ ਆਈ ਇਹ 3 ਕੰਪੋਨੈਂਟ ਨੇ, ਮਿਊ ਆ ਜਿਹੜਾ ਇਹ 4 ਕੰਪੋਨੈਂਟ ਹੈ ਅਤੇ ਟਾਓ ਇੱਥੇ ਲਿਖਿਆ ਅਤੇ ਇਹ ਐਸ ਵਾਲਾ ਲਿਖਿਆ ਇਸਦਾ ਬਦਲਵਾਂ ਰੂਪ ਹੈ, ਇਸਦਾ ਨੈਗੇਟਿਵ ਹੈ ਅਤੇ ਇਹ ਚਾਰੇ ਕੰਪੋਨੈਂਟ ਵੀ ਅਸੀਂ ਇੱਥੇ ਲਿਖਤੇ ਨੇ। ਐਕਸ ਪ੍ਰਾਈਮ ਨੋਟ ਜਿਹੜਾ ਇਸ ਨਾਲ ਸੰਬੰਧਿਤ ਹੈ ਲੋਰੈਂਸ ਟਰਾਂਸਫਰਮੇਸ਼ਨ ਦੇ ਵਿੱਚ ਐਕਸ ਪ੍ਰਾਈਮ 1 ਵਾਲਾ ਜਿਹੜਾ ਇਹ 1 ਅਤੇ 0 ਵਾਲੀ ਇੱਥੇ ਇਹ ਐਕਸ ਹੈ ਅਤੇ ਐਕਸ ਨੋਟ ਹੈ ਜਿਹੜਾ ਇਹ ਟਾਈਮ ਹੈ। ਸਿੰਪਲ ਜੋ ਅਸੀਂ ਪਹਿਲਾਂ ਪੜ੍ਹਿਆ ਉਹੀ ਚੀਜ਼ ਹੈ, ਸਿਰਫ ਇਸ ਨੋਟੇਸ਼ਨ ਦਾ ਜਿਹੜਾ ਲਿਖਣ ਦਾ ਤਰੀਕਾ ਹੈ ਉਹ ਡਿਫਰੈਂਟ ਕੀਤਾ। ਤਾਂ ਪਰਿਭਾਸ਼ਾ ਦੇ ਅਨੁਸਾਰ ਇੱਕ 4 ਵੈਕਟਰ ਐਕਸ ਮਿਊ ਕੰਪੋਨੈਂਟਾਂ ਦਾ ਕੋਈ ਵੀ ਸਮੂਹ ਹੁੰਦਾ ਜੋ ਐਕਸ ਐਕਸਿਸ ਦੀ ਦਿਸ਼ਾ ਵਿੱਚ ਇੱਕ ਬੂਸਟ ਦੇ ਨਾਲ ਇਸ ਦੇ ਅਨੁਸਾਰ ਬਦਲਦਾ। ਤਾਂ ਪਰਿਭਾਸ਼ਾ ਹੁਣ ਇਹਦੇ ਵਿੱਚ ਇਹ ਹੈ ਕਿ 4 ਵੈਕਟਰ ਜਿਹੜਾ ਐਕਸ ਮਿਊ ਹੈ ਇਹ ਕੰਪੋਨੈਂਟਾਂ ਦਾ ਕੋਈ ਅਜਿਹਾ ਸਮੂਹ ਹੁੰਦਾ, ਅਜਿਹੀ ਕਲੈਕਸ਼ਨ ਹੁੰਦੀ ਹੈ ਜਿਹੜਾ ਐਕਸ ਐਕਸਿਸ ਦੀ ਦਿਸ਼ਾ ਵਿੱਚ ਇੱਕ ਬੂਸਟ ਦੇ ਨਾਲ ਇਸ ਦੇ ਅਨੁਸਾਰ ਬਦਲਦਾ, ਜੋ ਅੱਗੇ ਲਿਖ ਰਹੇ ਹਾਂ। ਇੱਥੇ ਸਿਰਫ ਇਹਨਾਂ ਇਕੁਏਸ਼ਨਾਂ ਨੂੰ ਇੱਕ ਕਾਮਨ ਵੈਕਟਰ ਅਸੀਂ ਲਿਖਤਾ ਇੱਥੇ ਐਕਸ ਲਿਖਿਆ, ਇਹ ਐਕਸ ਦੇ ਲਈ ਹੈ ਅਤੇ ਇਹ ਅਗਰ ਐਕਸ ਦੇ ਵਿੱਚ ਜਿਹੜੀ ਇਸਦੀ ਟਰਾਂਸਫਰਮੇਸ਼ਨ ਹੈ, ਪਰਿਵਰਤਨ ਹੈ ਜਿਹੜਾ ਅਗਰ ਐਕਸ ਦਿਸ਼ਾ ਵਿੱਚ ਹੈ ਤਾਂ ਉਹ ਇਹ ਪਰਿਵਰਤਨ ਹੋਏਗਾ ਜੋ ਆ ਸੇਮ ਇਹੀ ਕੁਐਸਚਨ ਹੈ, ਸਿਰਫ ਐਕਸ ਦੀ ਜਗ੍ਹਾ ਅਸੀਂ ਯੂਜ਼ ਕਰਦੇ ਹਾਂ ਇੱਥੇ ਕਿ ਏ ਪ੍ਰਾਈਮ ਹੈ ਜਿਹੜਾ ਇਹ ਪ੍ਰਾਈਮ ਨੋਟ ਮਾਈਨਸ ਵੀ A1 ਡਿਵਾਈਡ ਬਾਏ ਸਾਰਾ ਡਿਨੋਮੀਨੇਟਰ ਸਾਰਾ 1 ਮਾਈਨਸ ਵੀ ਸਕੁਏਅਰ ਹੀ ਰਹੇਗਾ ਸਭ ਦਾ। ਅਤੇ ਇੱਥੇ ਜਿਹੜਾ A ਪ੍ਰਾਈਮ 1 ਵਾਲਾ ਕੰਪੋਨੈਂਟ ਹੈ ਇਹ A1 ਮਾਈਨਸ ਵੀ A0 ਡਿਵਾਈਡ ਬਾਏ 1 ਮਾਈਨਸ ਵੀ ਸਕੁਏਅਰ ਅਤੇ ਬਾਕੀ ਦੋਨੋਂ ਕੰਪੋਨੈਂਟ ਸੈਕੰਡ ਅਤੇ ਥਰਡ ਵਾਲੇ ਪ੍ਰਾਈਮ ਅਤੇ ਅਨਪ੍ਰਾਈਮ ਬਰਾਬਰ ਹੀ ਹੁੰਦੇ ਨੇ। 2.15 ਨੰਬਰ ਇਕੁਏਸ਼ਨ ਹੈ। ਇਹ ਹੈ ਉਹੀ ਚੀਜ਼ ਹੈ ਜੋ ਅਸੀਂ ਪੜ੍ਹੀ ਹੈ, ਲੇਕਿਨ ਥੋੜ੍ਹਾ ਦੇਖਣ ਲਈ ਕੰਪਲੀਕੇਟਡ ਬਣਾ ਦਿੱਤੀ ਗਈ ਹੈ ਥੋੜ੍ਹੀ। ਦੇਖਣ ਨੂੰ ਇਹਦੇ ਵਿੱਚ ਪ੍ਰਾਈਮ ਅਲੱਗ ਲੱਗ ਗਿਆ, ਉੱਪਰ ਇੱਕ ਹੋਰ ਸੁਪਰਸਕ੍ਰਿਪਟ ਲੱਗ ਗਈ, 2 ਸੁਪਰਸਕ੍ਰਿਪਟਾਂ ਲੱਗ ਗਈਆਂ, ਪ੍ਰਾਈਮ ਵਾਲੀ ਲੱਗ ਗਈ ਅਤੇ ਇੱਕ ਇਹ ਇਸ ਵਿੱਚ ਸਿਰਫ ਐਕਸ ਵਾਈ ਜ਼ੈਡ ਅਤੇ ਟੀ ਚਾਰਾਂ ਦੀ ਇੱਥੇ ਵਰਤੋਂ ਨਹੀਂ ਹੁੰਦੀ, ਇੱਥੇ ਏ ਦੀ ਵਰਤੋਂ ਹੁੰਦੀ। ਇਹਦੇ ਵਿੱਚ ਐਕਸ ਦੀ ਵਰਤੋਂ ਕੀਤੀ ਗਈ ਸੀ ਸਪੇਸ ਟਾਈਮ ਲਈ, ਇਹ ਸਪੇਸ ਟਾਈਮ ਲਈ ਹੈ ਸਪੈਸ਼ਲ। ਐਕਸ ਵਾਲੀ ਜਿਹੜੀ ਐਕਸ ਮਿਊ ਵਾਲਾ ਨੋਟੇਸ਼ਨ ਹੈ ਇਹ ਏ ਵਾਲੀ ਜਿਹੜੀ ਕਿਸੇ ਵੀ ਚੀਜ਼ ਲਈ ਹੈ ਮੈਥੇਮੈਟਿਕਲੀ ਇਹ ਇੱਕ ਸਰਵ ਸਧਾਰਨ ਰੂਪ ਹੈ ਇਸਦਾ 4 ਵੈਕਟਰ ਦਾ ਕਿ 4 ਵੈਕਟਰ ਇਸ ਤਰੀਕੇ ਦੀ ਚੀਜ਼ ਹੁੰਦੀ ਹੈ ਜਿਹੜੇ ਐਕਸਿਸ ਦੀ ਦਿਸ਼ਾ ਦੇ ਵਿੱਚ ਜਦੋਂ ਬੂਸਟ ਹੁੰਦਾ, ਜਦੋਂ ਇੱਕ ਬੂਸਟ ਦਾ ਮਤਲਬ ਉਸਦੀ ਵੈਲੋਸਿਟੀ ਚੇਂਜ ਹੁੰਦੀ ਹੈ ਤਾਂ ਲੋਰੈਂਸ ਟਰਾਂਸਫਰਮੇਸ਼ਨ ਹੁੰਦੀ ਹੈ ਅਤੇ ਉਹ ਇਸ ਤਰੀਕੇ ਨਾਲ ਰਿਲੇਟਡ ਹੁੰਦੀ ਹੈ ਪ੍ਰਾਈਮ ਅਤੇ ਅਨਪ੍ਰਾਈਮ ਕੰਪੋਨੈਂਟਾਂ ਦੇ ਨਾਲ। ਅਸੀਂ ਇਹ ਮੰਨਦੇ ਹਾਂ ਕਿ ਸਥਾਨਿਕ ਹਿੱਸੇ ਨੇ ਜਿਹੜੇ ਸਥਾਨਿਕ ਮਤਲਬ ਸਪੇਸ ਵਾਲੇ ਹਿੱਸੇ ਨੇ ਜਿਹੜੇ A1 A2 ਅਤੇ A3 ਇਹ ਤੀਜਨ ਅਤੇ ਇਹ ਨੋਟ ਨੂੰ ਛੱਡ ਕੇ A0 ਟਾਈਮ ਵਾਲਾ ਇਹ ਸਪੇਸ ਦੀਆਂ ਰੋਟੇਸ਼ਨਾਂ ਦੇ ਅਧੀਨ ਇੱਕ ਪਰੰਪਰਾਗਤ 3 ਵੈਕਟਰ ਦੇ ਰੂਪ ਦੇ ਵਿੱਚ ਚੇਂਜ ਹੁੰਦੇ ਆ ਅਤੇ ਇਹ A0 ਵੀ ਚੇਂਜ ਨਹੀਂ ਹੁੰਦਾ, ਯਾਨੀ ਕਿ ਇਹ ਵੀ ਇਨਵੇਰੀਐਂਟ ਰਹਿੰਦੇ ਨੇ ਸਪੇਸ ਵਾਲੇ ਜਦੋਂ ਰੋਟੇਸ਼ਨ ਹੁੰਦੀ ਹੈ ਕੋਈ, ਅਤੇ A0 ਵੀ ਚੇਂਜ ਨਹੀਂ ਹੁੰਦਾ ਅਤੇ ਇਹ ਵੀ ਬਦਲਦੇ ਨਹੀਂ ਵੈਕਟਰ ਦੇ ਰੂਪ ਵਿੱਚ। ਪਰੰਪਰਾਗਤ 3 ਵੈਕਟਰ ਦੇ ਰੂਪ ਦੇ ਵਿੱਚ ਚੇਂਜ ਹੁੰਦੇ ਆ ਇਹ ਅਤੇ A0 ਬਦਲਿਆ ਨਹੀਂ ਹੁੰਦਾ, A0 ਉਹੀ ਰਹਿੰਦਾ। ਇਹ ਸਾਰੀਆਂ ਇਕੁਏਸ਼ਨਾਂ ਅਸੀਂ ਇੱਥੇ ਫੇਰ ਲਿਖ ਰਹੇ ਹਾਂ ਦੁਬਾਰਾ ਅਤੇ ਇਹ ਪ੍ਰਾਈਮ ਵਾਲੇ ਸਾਰੇ ਇਹਨਾਂ ਦੇ ਲੋਰੈਂਸ ਟਰਾਂਸਫਰਮੇਸ਼ਨ ਨੇ ਜਿਹੜੀ ਇਹ ਸਾਰੀ ਇੱਥੇ ਲਿਖਤੀ ਹੈ। ਅਤੇ 3 ਵੈਕਟਰਾਂ ਦੇ ਵਾਂਗ 4 ਵੈਕਟਰਾਂ ਨੂੰ ਕਿਸੇ ਸੰਖਿਆ ਦੇ ਨਾਲ ਕੰਪੋਨੈਂਟਾਂ ਨੂੰ ਗੁਣਾ ਕਰਨਾ ਇੱਕ ਸਧਾਰਨ ਸੰਖਿਆ ਦੇ ਨਾਲ ਗੁਣਾ ਕੀਤਾ ਜਾ ਸਕਦਾ। ਤਾਂ ਜਿਵੇਂ 3 ਵੈਕਟਰ ਦੇ ਵਿੱਚ ਅਸੀਂ ਕਿਸੇ ਸੰਖਿਆ ਦੇ ਨਾਲ ਗੁਣਾ ਕਰਨਾ ਹੁੰਦਾ 3 ਵੈਕਟਰਾਂ ਨੂੰ, ਉਵੇਂ 4 ਵੈਕਟਰਾਂ ਨੂੰ ਵੀ ਗੁਣਾ ਕਰ ਸਕਦੇ ਹਾਂ ਕਿ ਉਹ ਸਾਰਿਆਂ ਚਾਰਾਂ ਨੂੰ ਗੁਣਾ ਕਰ ਦੇਣੀ ਉਸਦੇ ਨਾਲ। ਸਿੰਪਲ ਗੱਲ ਹੈ ਕਿ ਜਿਵੇਂ
3 ਵੈਕਟਰ ਨੂੰ ਅਸੀਂ ਕਿਸੇ ਸੰਖਿਆ ਨਾਲ ਗੁਣਾ ਕਰਨਾ ਤਾਂ 3 ਨੂੰ ਗੁਣਾ ਕਰ ਦਿੰਦੇ ਹਾਂ। 4 ਵੈਕਟਰ ਨੂੰ ਅਸੀਂ ਕਿਸੇ ਸੰਖਿਆ ਨਾਲ ਗੁਣਾ ਕਰਦੇ ਹਾਂ ਤਾਂ ਉਹਦੇ ਕੰਪੋਨੈਂਟਾਂ ਨੂੰ ਉਸ ਸਧਾਰਨ ਸੰਖਿਆ ਦੇ ਨਾਲ ਗੁਣਾ ਕੀਤਾ ਜਾ ਸਕਦਾ ਹੈ। ਸਧਾਰਨ ਸੰਖਿਆ ਵੀ ਹੋ ਸਕਦੀ ਹੈ, ਕੰਪਲੈਕਸ ਨੰਬਰ ਵੀ ਹੋ ਸਕਦਾ, ਬੜੀ ਕੰਪਲੀਕੇਟਡ ਅੱਗੇ ਫਾਰਮੂਲੇ ਬਣਦੇ ਨੇ। ਅਤੇ ਅਸੀਂ ਵਿਅਕਤੀਗਤ ਜਿਹੜੇ ਕੰਪੋਨੈਂਟ ਨੇ ਇਹਨਾਂ ਨੂੰ ਜੋੜ ਕੇ ਫਿਰ 4 ਵੈਕਟਰ ਵੀ ਜੋੜ ਸਕਦੇ ਹਾਂ। ਤਾਂ ਜਿਹੜੇ ਇੰਡੀਵਿਜੂਅਲ ਕੰਪੋਨੈਂਟ ਨੇ ਉਹਨਾਂ ਨੂੰ ਫਿਰ ਜੋੜ ਕੇ ਦੁਬਾਰਾ 4 ਵੈਕਟਰ ਜਿਹੜਾ ਉਹ ਬਣ ਜਾਂਦਾ ਹੈ। ਅਤੇ ਅਜਿਹੇ ਆਪਰੇਸ਼ਨ ਦਾ ਨਤੀਜਾ ਇੱਕ 4 ਵੈਕਟਰ ਰਹਿੰਦਾ ਹੈ। ਯਾਨੀ ਕਿ ਜਦੋਂ ਅਜਿਹਾ ਆਪਰੇਸ਼ਨ ਕੀਤਾ ਜਾਂਦਾ ਕਿ ਕਿਸੇ ਨੂੰ ਅਸੀਂ ਕਿਸੇ ਸੰਖਿਆ ਨਾਲ ਗੁਣਾ ਕਰਨਾ ਵੈਕਟਰ ਨੂੰ, ਤਾਂ ਉਹਦੇ ਕੰਪੋਨੈਂਟਾਂ ਨੂੰ ਗੁਣਾ ਕਰਕੇ ਦੁਬਾਰਾ ਜੋੜਦੇ ਹਾਂ ਤਾਂ ਉਹ ਇੱਕ ਨਵਾਂ 4 ਵੈਕਟਰ ਬਣਦਾ ਅਤੇ ਉਹ ਵੀ ਇੱਕ 4 ਵੈਕਟਰ ਹੀ ਹੁੰਦਾ। ਅਗਲਾ ਚੈਪਟਰ ਪੜ੍ਹਾਂਗੇ ਇਸ ਵਿੱਚ ਵੈਲੋਸਿਟੀ ਬਾਰੇ, ਅਤੇ ਇਸ ਦੇ ਵਿੱਚ ਅਸੀਂ ਦੇਖਾਂਗੇ ਕਿ ਹੁਣ ਆਮ ਵੈਲੋਸਿਟੀ ਅਸੀਂ ਕਿਵੇਂ ਕਰਦੇ ਹਾਂ ਅਤੇ ਇੱਧਰ ਅਸੀਂ ਰਿਲੇਟਿਵਿਟੀ ਦੇ ਵਿੱਚ ਕਿਵੇਂ ਕਰਦੇ ਹਾਂ। ਅਤੇ ਆਓ ਇੱਕ ਹੋਰ 4 ਵੈਕਟਰ ਨੂੰ ਵੇਖੀਏ। ਤਾਂ ਕਿਸੇ ਰੀਜਨ ਦੇ ਸਾਪੇਖਿਕ ਕੰਪੋਨੈਂਟਾਂ ਦੇ ਬਾਰੇ ਗੱਲ ਕਰਨ ਦੀ ਬਜਾਏ ਅਸੀਂ ਇਸ ਵਾਰੀ ਸਪੇਸ ਟਾਈਮ ਟਰਜੈਕਟਰੀ ਦੇ ਨਾਲ ਇੱਕ ਛੋਟੇ ਇੰਟਰਵਲ 'ਤੇ ਵਿਚਾਰ ਕਰਾਂਗੇ। ਸਪੇਸ ਟਾਈਮ ਟਰਜੈਕਟਰੀ ਦੇ ਨਾਲ ਛੋਟੇ ਇੰਟਰਵਲ ਦੇ ਉੱਤੇ, ਛੋਟੇ ਅੰਤਰਾਲ 'ਤੇ ਵਿਚਾਰ ਕਰਾਂਗੇ। ਅੰਤ ਵਿੱਚ ਅਸੀਂ ਇਸ ਇੰਟਰਵਲ ਨੂੰ ਇੱਕ ਇਨਫਿਨਿਟ ਡਿਸਪਲੇਸਮੈਂਟ ਤੱਕ ਸੁੰਗੇੜ ਦਿਆਂਗੇ ਅਤੇ ਬਹੁਤ ਛੋਟੇ ਡਿਸਪਲੇਸਮੈਂਟ ਦੇ ਵਿੱਚ ਇਸ ਨੂੰ ਸੂਖਮ ਡਿਸਪਲੇਸਮੈਂਟ ਤੱਕ ਸੁੰਗੇੜ ਦਿਆਂਗੇ। ਅਤੇ ਹੁਣ ਅਸੀਂ ਇਸ ਨੂੰ ਛੋਟਾ ਪਰ ਸੀਮਤ ਸਮਝੋ। ਫਿਲਹਾਲ ਅਸੀਂ ਇਸ ਨੂੰ ਥੋੜ੍ਹਾ ਛੋਟਾ ਸਮਝਦੇ ਹਾਂ ਅੰਤਰਾਲ ਨੂੰ, ਫਿਲਹਾਲ ਇਸ ਨੂੰ ਘਟਾਇਆ ਨਹੀਂ ਹੈ। ਜਿਵੇਂ ਅਸੀਂ ਡੈਲਟਾ ਲੈਂਦੇ ਹੁੰਦੇ ਹਾਂ, ਡੈਲਟਾ ਵੀ ਉਸ ਤਰ੍ਹਾਂ ਨਾਲ ਡੈਲਟਾ ਟੀ। ਅਤੇ ਚਿੱਤਰ 2.3 ਵਿੱਚ ਉਹ ਤਸਵੀਰ ਦਿਖਾਉਂਦਾ ਜੋ ਸਾਡੇ ਮਨ ਵਿੱਚ ਹੈ। ਅਤੇ ਅਸੀਂ ਇੱਥੇ ਇੱਕ ਆਪਣਾ ਇਸ ਦੇ ਵਿੱਚ ਤੀਜਾ ਦੂਜੀ ਸਕਰੀਨ ਲੈਂਦੇ ਹਾਂ ਫੋਟੋ ਵਾਲੀ। ਇਸ ਦੇ ਵਿੱਚ ਅਸੀਂ ਇੱਕ ਫੋਟੋ 'ਤੇ ਚੱਲਦੇ ਹਾਂ ਆਪਣੀ ਅਗਲੀ 2.3 ਵਿੱਚ। ਇਸ ਵਿੱਚ ਜਿਵੇਂ ਇੱਕ ਸਪੇਸ ਟਾਈਮ ਅੰਤਰਾਲ ਦਿਖਾਇਆ ਗਿਆ A ਤੋਂ ਲੈ ਕੇ B ਤੱਕ ਦਾ, ਅਤੇ ਇਸ ਦੇ ਵਿੱਚ ਡੈਲਟਾ ਐਕਸ ਮਿਊ ਦਿਖਾਇਆ ਗਿਆ। ਅਤੇ 4 ਵੈਕਟਰ ਇੱਕ ਛੋਟਾ ਜਿਹਾ ਲਿਆ ਅਸੀਂ A ਤੋਂ ਲੈ ਕੇ B ਤੱਕ ਦਾ, ਅਤੇ ਇਹ ਜਿਹੜਾ ਇਸ ਦੇ 4 ਕੰਪੋਨੈਂਟ ਨੇ ਡੈਲਟਾ ਟੀ, ਡੈਲਟਾ ਐਕਸ, ਡੈਲਟਾ ਵਾਈ, ਡੈਲਟਾ ਜ਼ੈਡ। ਜਿਵੇਂ ਉਸ ਦੇ ਵਿੱਚ ਅਸੀਂ ਆਮ ਡਿਫਰੈਂਸ਼ੀਏਸ਼ਨ ਵੇਲੇ ਛੋਟਾ ਜਿਵੇਂ ਡਿਸਪਲੇਸਮੈਂਟ ਲੈਂਦੇ ਹਾਂ, ਛੋਟੀ ਦੂਰੀ ਲੈਂਦੇ ਹਾਂ, ਉਸੇ ਤਰ੍ਹਾਂ ਇਹ 4 ਕੰਪੋਨੈਂਟਸ ਵਿੱਚ ਇਸ ਟਾਈਮ ਦੀ ਵੀ ਛੋਟੀ ਦੂਰੀ ਲਈ ਵੀ ਹੁੰਦੀ ਹੈ। ਇਹ ਮਿਕਸ ਕੀਤੇ ਹੋਏ ਨੇ ਚਾਰੇ ਕੰਪੋਨੈਂਟ ਜਿਹੜਾ 4 ਵੈਕਟਰ ਹੈ। ਇਹ ਸਪੇਸ ਟਾਈਮ ਇਸ ਤਰ੍ਹਾਂ ਦਾ ਹੁੰਦਾ, ਇਸ ਵਿੱਚ ਨਾ ਇਕੱਲੀ ਸਪੇਸ ਹੁੰਦੀ ਹੈ, ਨਾ ਇਕੱਲਾ ਟਾਈਮ ਹੁੰਦਾ। ਇਸ ਵਿੱਚ ਚਾਰਾਂ ਦਾ ਇੱਕ ਮਿਕਸਚਰ ਹੁੰਦਾ A ਤੇ B ਤੱਕ। ਇਹ ਬੜੀ ਅਜੀਬ ਜਿਓਮੈਟਰੀ ਹੈ ਇਸਦੀ। ਅਤੇ ਜਿਓਮੈਟਰੀ ਦੇ ਵਿੱਚ ਤਾਂ ਤੁਸੀਂ ਪਿਛਲੇ ਲੈਕਚਰ ਦੇ ਵਿੱਚ ਦੇਖਿਆ ਜਿਵੇਂ ਜਿਹੜਾ ਤਿਕੋਣ ਦਾ ਹਾਈਪੋਟੈਨਸ ਹੁੰਦਾ ਉਹ ਆਮ ਸਾਈਡ ਤੋਂ ਵੱਡਾ ਹੁੰਦਾ ਆਮ ਤੌਰ 'ਤੇ, ਪਰ ਰਿਲੇਟਿਵਿਟੀ ਦੇ ਵਿੱਚ ਜਿਹੜਾ ਹਾਈਪੋਟੈਨਸ ਆ ਉਹ ਇਸ ਦੇ ਵਿੱਚ ਸਾਈਡ ਵੱਡੀ ਹੈ, ਹਾਈਪੋਟੈਨਸ ਛੋਟਾ ਹੁੰਦਾ। ਅਤੇ ਇਸ ਤਰ੍ਹਾਂ ਨਾਲ ਤੁਸੀਂ ਪਿਛਲੇ ਲੈਕਚਰਾਂ ਵਿੱਚ ਪੜ੍ਹ ਵੀ ਸਕਦੇ ਇਸ ਦੇ ਬਾਰੇ। ਅਤੇ ਹੁਣ ਆਪਾਂ ਇਸ ਨੂੰ ਪੜ੍ਹਦੇ ਹਾਂ ਕਿ ਇਸ ਦੇ ਵਿੱਚ ਕੀ ਦਿਖਾਇਆ ਗਿਆ ਤਸਵੀਰ ਵਿੱਚ। ਤਾਂ ਇੰਟਰਵਲ ਜੋ ਟਰਜੈਕਟਰੀ ਦੇ ਨਾਲ A ਤੋਂ B ਨੂੰ ਵੱਖ ਕਰਦਾ ਹੈ, 2 ਵੱਖਰੇ ਬਿੰਦੂ ਨੇ। ਇਹ ਡੈਲਟਾ ਐਕਸ ਮਿਊ ਇੰਟਰਵਲ ਹੈ, ਡੈਲਟਾ ਐਕਸ ਮਿਊ। ਇਹ ਨਾ ਤਾਂ ਧਿਆਨ ਦਿਓ ਕਿ ਇਹ ਨਾ ਤਾਂ ਟਾਈਮ ਹੈ, ਨਾ ਇਹ ਇਕੱਲੀ ਸਪੇਸ ਹੈ, ਇਹ ਸਪੇਸ ਟਾਈਮ ਦਾ ਮਿਕਸਚਰ ਹੈ। 4 ਵੈਕਟਰ ਹੈ A ਤੋਂ ਲੈ ਕੇ B ਤੱਕ ਦਾ। ਇਸ ਦਾ ਸਿੱਧਾ ਮਤਲਬ ਹੈ ਕਿ ਇੱਕ ਵੈਕਟਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਾਲੇ 4 ਕੋਆਰਡੀਨੇਟਾਂ ਦੇ ਵਿੱਚ ਤਬਦੀਲੀਆਂ ਹੁੰਦੀਆਂ ਇਹਦੇ ਵਿੱਚ। ਇਹ 'ਚ ਇਕੱਲਾ ਉਹੀ ਨਹੀਂ ਚੇਂਜ ਹੁੰਦਾ, ਸਪੇਸ ਦੇ 3 ਕੋਆਰਡੀਨੇਟ ਨਹੀਂ ਇਕੱਲੇ ਚੇਂਜ ਹੁੰਦੇ, ਨਾ ਹੀ ਇਕੱਲਾ ਕੋਆਰਡੀਨੇਟ ਟਾਈਮ ਦਾ ਚੇਂਜ ਹੁੰਦਾ। ਇਹ 'ਚ ਚਾਰੇ ਕੋਆਰਡੀਨੇਟ ਇੱਕ ਆਪਣਾ ਹੀ ਮਿਕਸਚਰ ਜਿਹਾ ਬਣਾ ਕੇ, ਜਿਹਦੀ ਤਸਵੀਰ ਤਾਂ ਆਪਾਂ ਵੈਸੇ ਬਣਾ ਲਈ, ਤਸਵੀਰ ਬਣਾਉਣੀ ਨਹੀਂ ਚਾਹੀਦੀ ਇਸਦੀ, ਐਵੇਂ ਹੀ ਇਸਨੂੰ ਥਿਓਰੀਟੀਕਲੀ ਉਹ ਪੜ੍ਹਨਾ ਚਾਹੀਦਾ। ਤਾਂ ਇਹਦੇ ਵਿੱਚ ਚਾਰਾਂ ਕੋਆਰਡੀਨੇਟਾਂ ਦੇ ਵਿੱਚ ਤਬਦੀਲੀ ਹੁੰਦੀ ਹੈ। ਅਤੇ ਉਹ ਤਬਦੀਲੀ ਦੇ ਲਈ ਫਿਰ ਇਸ ਦਾ ਜਿਹੜਾ ਡਿਫਰੈਂਸ਼ੀਏਸ਼ਨ ਅਸੀਂ ਵੈਲੋਸਿਟੀ ਲਈ ਜਿਵੇਂ ਕਰਦੇ ਹੁੰਦੇ ਹਾਂ, ਉਹ ਕਿਵੇਂ ਕਰਨੇ ਆ, ਤਾਂ ਇਸ ਦੇ ਵਿੱਚ ਅਸੀਂ ਉਹਦੇ ਬਾਰੇ ਪੜ੍ਹਾਂਗੇ। ਤਾਂ ਇਸ ਦੇ ਵਿੱਚ ਡੈਲਟਾ ਟੀ, ਡੈਲਟਾ ਐਕਸ, ਡੈਲਟਾ ਵਾਈ ਅਤੇ ਡੈਲਟਾ ਜ਼ੈਡ ਹੁੰਦੇ ਆ। ਤਾਂ ਚਾਰਾਂ ਦਾ ਛੋਟਾ ਛੋਟਾ ਹਿੱਸਾ ਇਸ ਵਿੱਚ, ਟਾਈਮ ਦਾ ਛੋਟਾ ਜਿਹਾ ਹਿੱਸਾ, ਐਕਸ ਦਾ, ਵਾਈ ਦਾ ਅਤੇ ਜ਼ੈਡ ਦਾ। ਡੈਲਟਾ ਡੈਲਟਾ ਦੇ ਨਾਲ ਲਿਖਿਆ ਗਿਆ ਸਭ ਨੂੰ। ਅਤੇ ਹੁਣ ਅਸੀਂ 4 ਵੈਲੋਸਿਟੀ ਦੀ ਧਾਰਨਾ ਨੂੰ ਪੇਸ਼ ਕਰਨ ਦੇ ਲਈ ਤਿਆਰ ਹਾਂ ਕਿ 4 ਵੈਲੋਸਿਟੀ ਦੀ ਜਿਹੜੀ ਕੰਸੈਪਟ ਆ ਸਾਡਾ ਉਹ ਕੀ ਹੁੰਦਾ। ਤਾਂ ਪਹਿਲਾਂ ਅਸੀਂ 4 ਵੈਕਟਰ ਪੜ੍ਹਿਆ, ਹੁਣ 4 ਵੈਲੋਸਿਟੀ ਪੜ੍ਹਨੀ ਆ। ਤਾਂ 4 ਅਯਾਮੀ ਵੈਲੋਸਿਟੀ, ਇਸ ਨੂੰ 4 ਡਾਇਮੈਂਸ਼ਨਲ ਵੈਲੋਸਿਟੀ ਜਿਹੜੀ, ਇਹ ਵੈਲੋਸਿਟੀ ਦੀ ਆਮ ਧਾਰਨਾ ਤੋਂ ਥੋੜ੍ਹੀ ਜਿਹੀ ਵੱਖਰੀ ਧਾਰਨਾ ਹੈ। ਤਾਂ ਇਹਦੇ ਵਿੱਚ ਜਿਹੜਾ ਤਸਵੀਰ ਦੇ ਵਿੱਚ ਇੱਕ ਕਣ ਦੀ ਟਰਜੈਕਟਰੀ ਦੇ ਤੌਰ 'ਤੇ ਇੱਕ ਜਿਹੜੀ ਵਕਰ ਅਸੀਂ ਲਈ ਹੈ A ਤੋਂ B ਤੱਕ ਦੀ, ਤਾਂ ਇਸ ਨੂੰ ਲੈਂਦੇ ਹਾਂ। ਅਤੇ ਮੈਨੂੰ ਸੈਗਮੈਂਟ A ਤੋਂ B ਤੱਕ ਦੇ ਨਾਲ ਇੱਕ ਖਾਸ ਪਲ ਦੇ ਉੱਤੇ, ਸਮੇਂ ਦੇ ਖਾਸ ਪਲ ਦੇ ਉੱਤੇ ਵੈਲੋਸਿਟੀ ਦੀ ਧਾਰਨਾ ਵਿੱਚ ਦਿਲਚਸਪੀ ਹੈ ਕਿ ਵੈਲੋਸਿਟੀ ਕਿੰਨੀ ਹੈ, ਇੱਕ ਖਾਸ AB ਦੇ ਵਿੱਚ ਕਿੰਨੀ ਹੈ। ਜੇਕਰ ਅਸੀਂ ਇੱਕ ਸਧਾਰਨ ਵੈਲੋਸਿਟੀ ਦੇ ਨਾਲ ਕੰਮ ਕਰ ਰਹੇ ਸੀ ਤਾਂ ਡੈਲਟਾ ਐਕਸ ਲਵਾਂਗੇ ਅਤੇ ਇਹਨੂੰ ਡੈਲਟਾ ਟੀ ਨਾਲ ਡਿਵਾਈਡ ਕਰ ਦਾਂਗੇ, ਉਹ ਆਮ ਵੈਲੋਸਿਟੀ ਬਣ ਜਾਏਗੀ ਜਿਵੇਂ ਅਸੀਂ ਬਣਾਉਂਦੇ ਹਾਂ। ਫਿਰ ਅਸੀਂ ਲਿਮਿਟ ਲੈਂਦੇ ਹੁੰਦੇ ਹਾਂ ਡੈਲਟਾ ਟੀ ਦੀ, ਕੋ 0 ਦੇ ਨੇੜੇ ਜਦੋਂ ਡੈਲਟਾ ਟੀ ਅਪਰੋਚਸ ਟੂ 0, ਉਹ ਡਿਫਰੈਂਸ਼ੀਏਸ਼ਨ ਬਣ ਜਾਂਦੀ ਹੈ।
ਹਾਂ, ਲੇਕਿਨ ਇਸ ਦੇ ਵਿੱਚ ਥੋੜ੍ਹਾ ਜਿਹਾ ਫ਼ਰਕ ਹੈ। ਇਸ ਵਿੱਚ ਅਸੀਂ ਡੈਲਟਾ ਟੀ ਦੀ ਜਗ੍ਹਾ ਇਹ ਟਾਓ ਯੂਜ਼ ਕਰਦੇ ਹੁੰਦੇ ਹਾਂ, ਕਿਉਂਕਿ ਉਹ ਪ੍ਰੋਪਰ ਟਾਈਮ ਹੈ। ਜੋ ਦੂਜਾ ਟੀ ਨਹੀਂ ਸਾਡੇ ਕੰਮ ਆਉਂਦਾ। ਇਸ ਦੇ ਵਿੱਚ ਸਧਾਰਨ ਵੈਲੋਸਿਟੀ ਦੇ 3 ਕੰਪੋਨੈਂਟ ਹੁੰਦੇ ਹੈ, ਐਕਸ ਕੰਪੋਨੈਂਟ, ਵਾਈ ਕੰਪੋਨੈਂਟ ਅਤੇ ਜ਼ੈਡ ਕੰਪੋਨੈਂਟ। ਤਾਂ ਵੈਲੋਸਿਟੀ ਦੇ ਜਿਵੇਂ 3 ਕੰਪੋਨੈਂਟ ਹੁੰਦੇ ਆ, ਵੈਲੋਸਿਟੀ ਵੀ ਐਕਸ, ਵੀ ਵਾਈ, ਵੀ ਜ਼ੈਡ, ਜਿਵੇਂ ਉਹਨਾਂ ਨੂੰ ਲਿਖਦੇ ਆ। ਇੱਥੇ ਪੰਜਾਬੀ 'ਚ ਐਕਸ ਕੰਪੋਨੈਂਟ, ਵਾਈ ਕੰਪੋਨੈਂਟ ਅਤੇ ਜ਼ੈਡ ਕੰਪੋਨੈਂਟ ਲਿਖਤਾ। ਤਾਂ ਕੋਈ ਚੌਥਾ ਭਾਗ ਨਹੀਂ ਹੁੰਦਾ ਉਸ ਵਿੱਚ, ਤਿੰਨੇ ਕੰਪੋਨੈਂਟ ਹੁੰਦੇ, ਲੇਕਿਨ ਇਸ ਦੇ ਵਿੱਚ 4 ਹੁੰਦੇ ਆ। 4 ਵੈਲੋਸਿਟੀ ਇਸ ਲਈ ਇਸ ਨੂੰ ਕਿਹਾ ਜਾਂਦਾ ਇਸ ਦਾ ਨਾਮ। ਤਾਂ ਅਸੀਂ 4 ਡਾਇਮੈਂਸ਼ਨਲ ਵੈਲੋਸਿਟੀ ਨੂੰ ਇਸ ਤਰੀਕੇ ਬਣਾਵਾਂਗੇ। ਡੈਲਟਾ ਐਕਸ ਮਿਊ ਦੇ ਨਾਲ ਅਸੀਂ ਸ਼ੁਰੂ ਕਰਾਂਗੇ। ਜਿਹੜਾ ਡਿਸਪਲੇਸਮੈਂਟ ਹੈ ਡੈਲਟਾ ਐਕਸ ਮਿਊ ਹੈ, ਇਹ ਇੱਕ ਸਪੇਸ ਦੀ ਡਿਸਪਲੇਸਮੈਂਟ ਨਹੀਂ ਹੈਗਾ, ਪੂਰੇ ਸਪੇਸ ਟਾਈਮ ਦਾ ਡਿਸਪਲੇਸਮੈਂਟ ਹੈ। ਇਹ ਚਾਰੇ ਕੰਪੋਨੈਂਟ ਉਸਦੇ ਚੇਂਜ ਹੋਏ ਨੇ, ਪਰ ਉਹਨਾਂ ਨੂੰ ਸਧਾਰਨ ਕੋਆਰਡੀਨੇਟ ਟਾਈਮ ਡੈਲਟਾ ਟੀ ਦੇ ਨਾਲ ਵੰਡਣ ਦੀ ਬਜਾਏ ਅਸੀਂ ਉਹਨਾਂ ਨੂੰ ਪ੍ਰੋਪਰ ਟਾਈਮ ਡੈਲਟਾ ਟਾਓ ਦੇ ਨਾਲ ਡਿਵਾਈਡ ਕਰਨਾ ਹੈ। ਹੁਣ ਜਿਵੇਂ ਆਮ ਅਸੀਂ ਵੈਲੋਸਿਟੀ ਟਾਈਮ ਦੇ ਨਾਲ ਡਿਵਾਈਡ ਕਰਕੇ ਬਣਾਉਂਦੇ ਹਾਂ, ਇੱਥੇ ਪ੍ਰੋਪਰ ਟਾਈਮ ਦੇ ਡੈਲਟਾ ਟੀ ਦੇ ਨਾਲ ਡਿਵਾਈਡ ਕਰਕੇ ਬਣਾਉਣੀ ਹੈ। ਅਤੇ ਕਾਰਨ ਇਹ ਹੈ ਕਿ ਡੈਲਟਾ ਟੀ ਜਿਹੜਾ ਇਨਵੇਰੀਐਂਟ ਹੁੰਦਾ, ਇਹ ਚੇਂਜ ਨਹੀਂ ਹੁੰਦਾ। ਡੈਲਟਾ ਟੀ ਤਾਂ ਚੇਂਜ ਹੁੰਦਾ ਰਹਿੰਦਾ, ਤਾਂ ਡੈਲਟਾ ਟਾਊ ਹੈ ਜਿਹੜਾ, ਇਹ ਇਨਵੇਰੀਐਂਟ ਰਹਿੰਦਾ, ਸਥਿਰ ਰਹਿੰਦਾ। ਦਾ ਪੰਜਾਬੀ ਸ਼ਬਦ ਹੈ ਇਨਵੇਰੀਐਂਟ ਦਾ ਸਥਿਰ। ਤੁਸੀਂ ਅਗਰ ਗੂਗਲ ਦੇ ਉੱਤੇ ਟਰਾਂਸਲੇਟ ਕਰੋਗੇ ਇਸ ਨੂੰ ਇਨਵੇਰੀਐਂਟ ਸ਼ਬਦ ਨੂੰ, ਤਾਂ ਉਹ ਤੁਹਾਨੂੰ ਇਸ ਨੂੰ ਅਸਥਿਰ ਦੱਸੇਗਾ। ਹੋਰ ਵੀ ਕਈ ਸ਼ਬਦ ਨੇ ਜਿਹੜਾ ਗੂਗਲ ਬੜਾ ਗਲਤ ਦੱਸਦਾ। ਅਗਰ ਕਿਸੇ ਨੇ ਭੌਤਿਕ ਵਿਗਿਆਨ ਨੂੰ ਪੜ੍ਹਨ ਲਈ ਗੂਗਲ ਟਰਾਂਸਲੇਸ਼ਨ ਦੀ ਯੂਜ਼ ਕੀਤੀ, ਤਾਂ ਉਹ ਬਿਲਕੁਲ ਪੁੱਠਾ ਹੀ ਅਰਥ ਦਿੰਦਾ। ਕਈ ਵਾਰ ਤਾਂ ਗੂਗਲ ਬਿਲਕੁਲ ਗਲਤ ਉਲਟਾ ਹੀ ਅਰਥ ਪੜ੍ਹਾਉਂਦਾ। ਇਨਫਿਨਿਟੈਸੀਮਲ ਨੂੰ ਉਹ ਇਨਫਿਨਿਟ ਦੱਸਦਾ, ਜਦ ਕਿ ਉਸਦਾ ਸੂਖਮ ਨਾਮ ਹੁੰਦਾ ਕਿ ਇਨਫਿਨਿਟ ਅਤੀ ਸੂਖਮ ਉਸਦਾ ਨਾਮ ਹੁੰਦਾ, ਲੇਕਿਨ ਉਸਨੂੰ ਅਨੰਤ ਦੱਸਦਾ, ਇਨਫਿਨਿਟ ਦੱਸਦਾ ਉਹ। ਹਾਂ, ਅਤੇ ਗੂਗਲ ਟਰਾਂਸਲੇਟ ਦੇ ਉੱਤੇ ਜ਼ਿਆਦਾ ਭਰੋਸਾ ਨਾ ਕਰਿਓ। ਥੋੜ੍ਹਾ ਜਿਹਾ ਇਸਦਾ ਜਿਹੜਾ ਅਨੁਵਾਦ ਹੈ ਉਹ ਮੈਨੂਅਲੀ ਤੁਹਾਨੂੰ ਆਪ ਉਸਦਾ ਅਰਥ ਅਲੱਗ ਤੋਂ ਪੜ੍ਹਨਾ ਪਏਗਾ। ਤਾਂ ਇਹ ਇੱਥੇ ਡੈਲਟਾ ਟਾਓ ਯੂਜ਼ ਹੁੰਦਾ, ਜਿਹੜਾ ਕਿ ਇਨਵੇਰੀਐਂਟ ਹੁੰਦਾ। ਇਸ ਨੂੰ ਇਨਵੇਰੀਐਂਟ ਮੈਂ ਵਾਰ-ਵਾਰ ਲਿਖਾਂਗਾ, ਸਥਿਰ ਨਹੀਂ ਲਿਖਾਂਗਾ, ਕਿਉਂਕਿ ਸਥਿਰ ਵੈਸੇ ਸਿੱਧਾ ਦੱਸਦਾ ਸਾਨੂੰ ਕਿ ਉਹ ਜਿਹੜੀ ਚੀਜ਼ ਚੇਂਜ ਨਹੀਂ ਹੁੰਦੀ ਉਸਦਾ ਨਾਮ ਹੈ, ਲੇਕਿਨ ਇਨਵੇਰੀਐਂਟ ਇਸਦਾ ਪ੍ਰੋਪਰ ਫਿਜ਼ਿਕਸ ਵਾਲਾ ਨਾਮ ਹੈ। ਤੁਸੀਂ ਅਗਰ ਫਿਜ਼ਿਕਸ ਪੜ੍ਹਨਾ ਚਾਹੁੰਦੇ, ਫਿਜ਼ਿਕਸ ਸਮਝਣੀ ਚਾਹੁੰਦੇ ਹੋ, ਤਾਂ ਤੁਹਾਨੂੰ ਫਿਜ਼ਿਕਸ ਵਾਲੇ ਹੀ ਜਿਹੜੇ ਸ਼ਬਦ ਨੇ ਉਹਨਾਂ ਦੀ ਆਦਤ ਪਾਉਣੀ ਪਏਗੀ। ਉਹ ਜਿਹੜੇ ਆਮ ਆਪਣੇ, ਮੈਂ ਤਾਂ ਬਲਕਿ ਊਰਜਾ ਹੈ ਜੋ ਅਸੀਂ ਲਿਖਦੇ ਹਾਂ ਐਨਰਜੀ ਨੂੰ, ਮੈਂ ਊਰਜਾ ਦੇ ਵਿਰੋਧ ਵਿੱਚ ਹਾਂ। ਮੈਂ ਊਰਜਾ ਨੂੰ ਬਹੁਤ ਘੱਟ ਲਿਖਦਾ, ਸਿਰਫ ਐਨਰਜੀ ਹੀ ਲਿਖਦਾ। ਹਾਲਾਂਕਿ ਊਰਜਾ ਦਾ ਐਨਰਜੀ ਤੋਂ ਹੀ ਮੀਨਿੰਗ ਹੁੰਦਾ, ਲੇਕਿਨ ਫਿਰ ਵੀ ਫਿਜ਼ਿਕਸ ਦੇ ਲਈ ਉਹ ਐਨਰਜੀ ਹੀ ਸ਼ਬਦ ਸਹੀ ਸ਼ਬਦ ਹੈ। ਊਰਜਾ ਅਸੀਂ ਹੋਰ ਸੰਦਰਭ ਦੇ ਵਿੱਚ ਵੀ ਬਹੁਤ ਕੁਝ ਕਹਿੰਦੇ ਹਾਂ। ਸਮੇਂ ਨੂੰ ਵੀ ਅਸੀਂ ਆਮ ਜਿਵੇਂ ਕਹਿ ਦਿੰਦੇ ਚੰਗਾ ਸਮਾਂ ਆ ਗਿਆ ਜਾਂ ਮਾੜਾ ਸਮਾਂ ਆ ਗਿਆ, ਲੇਕਿਨ ਇਹ ਟਾਈਮ ਹੈ ਜਿਹੜਾ ਫਿਜ਼ਿਕਸ ਦੇ ਵਿੱਚ ਜੋ ਯੂਜ਼ ਹੁੰਦਾ ਉਹ ਟਾਈਮ ਹੀ ਹੁੰਦਾ। ਉਸਨੂੰ ਅਗਰ ਉਹ ਸਮਾਂ ਹੈ ਜਿਹੜਾ ਉਹ ਥੋੜ੍ਹਾ ਹੋਰ ਮਤਲਬ ਦਾ ਬਣ ਜਾਂਦਾ, ਉਹਦੇ ਕਈ ਅਰਥ ਨਿਕਲਦੇ ਨੇ ਪੰਜਾਬੀ ਵਿੱਚ। ਤਾਂ ਇੱਥੇ ਅਸੀਂ ਡੈਲਟਾ ਟਾਓ ਯੂਜ਼ ਕਰਦੇ ਹਾਂ, ਇਨਵੇਰੀਐਂਟ ਹੁੰਦਾ ਇਹ। ਇਸ ਵਿੱਚ ਸਮਾਂ ਚੱਕਿਆ ਗਿਆ, ਸਮਾਂ ਨਹੀਂ ਯੂਜ਼ ਹੁੰਦਾ। ਅਤੇ ਇੱਕ 4 ਵੈਕਟਰ ਡੈਲਟਾ ਐਕਸ ਮਿਊ, ਇਹਦਾ 4 ਵੈਕਟਰ ਦਾ ਜਿਹੜਾ ਛੋਟਾ ਕੰਪੋਨੈਂਟ ਹੈ, ਇਹ ਇਸ ਨੂੰ ਇੱਕ ਇਨਵੇਰੀਐਂਟ ਦੁਆਰਾ ਵੰਡਣਾ 4 ਵੈਕਟਰ ਦੀਆਂ ਪਰਿਵਰਤਨ ਵਿਸ਼ੇਸ਼ਤਾਵਾਂ ਨੂੰ ਸੁਰੱਖਿਅਤ ਕਰਦਾ। ਕਿਉਂਕਿ ਅਗਰ ਅਸੀਂ ਇਹ ਇਨਵੇਰੀਐਂਟ ਲਵਾਂਗੇ, ਕਿਉਂਕਿ ਡੈਲਟਾ ਐਕਸ ਜਿਵੇਂ ਸਪੇਸ ਟਾਈਮ ਇੰਟਰਵਲ ਹੈ, ਇੱਥੇ ਅਸੀਂ ਜਿਵੇਂ ਐਸ ਪੜ੍ਹਿਆ ਉੱਪਰ, ਇਹ ਸਪੇਸ ਟਾਈਮ ਇੰਟਰਵਲ ਹੈ, ਇਹ 4 ਕੰਪੋਨੈਂਟ ਇਸ ਵਿੱਚ ਹੁੰਦੇ ਨੇ। ਇਹ ਵੀ ਇਨਵੇਰੀਐਂਟ ਆ, ਅਤੇ ਅੱਗੇ ਡੈਲਟਾ ਟੀ ਵੀ ਇਨਵੇਰੀਐਂਟ ਆ। ਜਾਂ ਇਹ ਜਦੋਂ ਚੇਂਜ ਹੁੰਦਾ, ਚਾਰੇ ਵੈਕਟਰ ਉੱਪਰ ਵਾਲੇ ਚੇਂਜ ਹੁੰਦੇ ਆ, ਅਤੇ ਡੈਲਟਾ ਟਾਓ ਫਿਰ ਵੀ ਕਾਂਸਟੈਂਟ ਰਹਿੰਦਾ। ਤਾਂ ਇਹ ਚਾਰੇ ਕੰਪੋਨੈਂਟਾਂ ਨੂੰ ਫਿਰ ਇਸ ਦੇ ਨਾਲ ਡਿਵਾਈਡ ਕਰਕੇ ਹੀ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਉਹ ਬਚੀਆਂ ਰਹਿੰਦੀਆਂ। ਦੂਜੇ ਸ਼ਬਦਾਂ ਵਿੱਚ ਡੈਲਟਾ ਐਕਸ ਮਿਊ ਡਿਵਾਈਡ ਬਾਏ ਡੈਲਟਾ ਟਾਓ ਹੁੰਦਾ ਜਿਹੜਾ, ਇਹ 4 ਵੈਕਟਰ ਹੁੰਦਾ, ਜਦ ਕਿ ਡੈਲਟਾ ਐਕਸ ਬਾਈ ਡੈਲਟਾ ਟੀ 4 ਵੈਕਟਰ ਨਹੀਂ ਹੁੰਦਾ, ਕਿਉਂਕਿ ਡੈਲਟਾ ਟੀ ਹੈ ਜਿਹੜਾ ਇਹ ਇਨਵੇਰੀਐਂਟ ਨਹੀਂ ਹੁੰਦਾ, ਇਹ ਤਾਂ ਚੇਂਜ ਹੁੰਦਾ ਰਹਿੰਦਾ। ਤਾਂ ਕਰਕੇ ਡੈਲਟਾ ਟਾਓ ਦੇ ਨਾਲ ਡਿਵਾਈਡ ਕਰਕੇ ਸਾਨੂੰ ਵੈਲੋਸਿਟੀ ਮਿਲਦੀ ਹੈ। ਅਤੇ ਇਸ ਨੂੰ ਅਸੀਂ ਅਗਲੇ ਵੈਸੇ ਹੋਰ ਚੈਪਟਰਾਂ ਦੇ ਵਿੱਚ ਹੋਰ ਚੰਗੀ ਤਰ੍ਹਾਂ ਪੜ੍ਹਾਂਗੇ। ਤਾਂ 4 ਵੈਲੋਸਿਟੀ ਨੂੰ ਆਮ 3 ਵੈਲੋਸਿਟੀ ਦੇ ਨਾਲੋਂ ਵੱਖ ਕਰਨ ਦੇ ਲਈ ਅਸੀਂ ਇਸ ਨੂੰ ਵੀ ਦੀ ਬਜਾਏ ਫਿਰ ਯੂ ਦੇ ਵਿੱਚ ਲਿਖਦੇ ਹਾਂ। ਅਸੀਂ ਵੀ ਨਹੀਂ ਲਿਖਦੇ, ਇਸ ਨੂੰ ਯੂ ਲਿਖਦੇ ਹਾਂ ਹਮੇਸ਼ਾ। ਤਾਂ ਯੂ ਦੇ 4 ਕੰਪੋਨੈਂਟ ਯੂ ਮਿਊ ਲਿਖਿਆ ਜਾਂਦਾ ਇਸ ਨੂੰ, ਜੋ ਇਸ ਤਰ੍ਹਾਂ ਪਰਿਭਾਸ਼ਿਤ ਹੁੰਦੇ ਆ ਆਮ ਉਸੇ ਤਰ੍ਹਾਂ। ਯੂ ਨੋਟ ਆ ਜਿਹੜਾ, ਇਹ ਡੀ ਐਕਸ ਨੋਟ ਡਿਵਾਈਡ ਬਾਈ ਡੀ ਟਾਓ। ਜਿਵੇਂ ਇਹ ਟਾਈਮ ਵਾਲੇ ਕੰਪੋਨੈਂਟ ਦਾ ਵੀ ਟਾਓ ਦੇ ਨਾਲ ਡਿਫਰੈਂਸ਼ੀਏਸ਼ਨ ਹੈ। ਦੇਖੋ ਇੱਥੇ ਟਾਈਮ ਦੇ ਨਾਲ ਡਿਫਰੈਂਸ਼ੀਏਸ਼ਨ ਹੈ, ਡੀ ਐਕਸ ਨੋਟ ਦੀ ਡੀ ਟਾਓ ਦੇ ਨਾਲ ਡਿਫਰੈਂਸ਼ੀਏਸ਼ਨ ਹੈ। ਅਤੇ ਫਿਰ U1 ਆ ਜਿਹੜਾ, ਇਹ X1 ਦੀ ਡੀ ਟਾਓ ਦੇ ਨਾਲ ਡਿਫਰੈਂਸ਼ੀਏਸ਼ਨ ਨੂੰ ਡੀ ਐਕਸ ਬਾਈ ਡੀ ਟਾਓ ਲਿਖਦੇ ਹਾਂ ਇਸ ਨੂੰ ਅਸੀਂ। ਅਤੇ U2 ਨੂੰ ਡੀ ਐਕਸ ਸਕੇਅਰ ਡੀ ਐਕਸ ਟੂ ਡਿਵਾਈਡ ਬਾਏ, ਇਸ ਨੂੰ ਸਕੇਅਰ ਨਹੀਂ ਬੋਲਣਾ, ਡੀ ਐਕਸ ਟੂ ਬੋਲਣਾ ਹੈ। ਤਾਂ ਡੀ ਐਕਸ ਟੂ ਡਿਵਾਈਡ ਬਾਏ ਡੀ ਟਾਓ ਹੈ ਇਹ, ਯਾਨੀ ਕਿ ਡੀ ਵਾਈ ਬਾਈ ਡੀ ਟਾਓ। ਅਤੇ U3, ਇਹ ਯੂ ਕਿਊਬ ਨਹੀਂ ਹੈਗਾ, ਇਹ U3 ਹੈ, ਅਤੇ ਇਹ ਡੀ ਐਕਸ 3 ਹੈ, ਐਕਸ ਕਿਊਬ ਨਹੀਂ ਹੈਗਾ। ਅਤੇ ਇਸ ਨੂੰ ਡੀ ਟਾਓ ਦੇ ਨਾਲ ਇਸ ਦੀ ਡਿਫਰੈਂਸ਼ੀਏਸ਼ਨ ਹੈ,
ਡੈਰੀਵੇਟਿਵ ਇਸ ਦਾ ਅਤੇ ਇਹ dy dt ਹੁੰਦਾ ਹੈ। ਬੜਾ ਸਿੰਪਲ ਹੈ, ਸਾਰਾ ਕੁਝ ਜੋ ਅਸੀਂ ਪਹਿਲਾਂ ਹੀ ਪੜ੍ਹਿਆ ਉਹੀ ਚੀਜ਼ ਆ, ਸਿਰਫ ਨੋਟੇਸ਼ਨਾਂ ਦਾ ਇੱਕ ਨਵਾਂ ਰੂਪ ਦੇ ਦਿੱਤਾ ਗਿਆ ਤਾਂ ਜੋ ਥੋੜ੍ਹਾ ਹੋਰ ਕੰਪਲੀਕੇਟ ਤਰੀਕੇ ਨਾਲ ਫਿਜ਼ਿਕਸ ਨੂੰ ਬਣਾਇਆ ਜਾ ਸਕੇ, ਪੜ੍ਹਾਇਆ ਜਾ ਸਕੇ ਜਾਂ ਥੋੜ੍ਹਾ ਸ਼ਾਰਟ ਦੇ ਵਿੱਚ ਪੜ੍ਹਿਆ ਜਾ ਸਕੇ, ਕਿਉਂਕਿ ਉਹ ਕਾਫੀ ਲੰਬੇ ਇਹਨਾਂ ਦੇ ਵਿੱਚ ਛੋਟੇ-ਛੋਟੇ ਦੇ ਵਿੱਚ ਜਿਵੇਂ ਇਹਦੇ ਵਿੱਚ 4 ਇਕੁਏਸ਼ਨਾਂ ਬਣ ਜਾਂਦੀਆਂ ਨੇ। ਜਿਵੇਂ ਯੂ ਮਿਊ ਹੈ, ਇਹ 4 ਇਕੁਏਸ਼ਨਾਂ ਯੂ ਮਿਊ ਬਾਈ ਯੂ ਟਾਓ ਲਿਖੀਏ ਅਗਰ, ਤਾਂ ਉਹ 4 ਇਕੁਏਸ਼ਨਾਂ ਤੱਕ ਮਤਲਬ ਹੁੰਦਾ, ਤਾਂ ਇੱਕ ਦੀਆਂ 4 ਇਕੁਏਸ਼ਨਾਂ ਬਣ ਜਾਂਦੀਆਂ ਇਸ ਤਰ੍ਹਾਂ, ਕਿਉਂਕਿ ਉਹ ਥੋੜ੍ਹੀ ਜਗ੍ਹਾ 'ਚ ਲਿਖੀਆਂ ਜਾਂਦੀਆਂ ਨੇ। 2.16 ਨੰਬਰ ਇਕੁਏਸ਼ਨ ਹੈ, ਅੱਗੇ ਵਰਤੀ ਜਾਏਗੀ ਦੁਬਾਰਾ। ਅਤੇ ਅਸੀਂ ਅਗਲੇ ਲੈਕਚਰ ਦੇ ਵਿੱਚ 4 ਵੈਲੋਸਿਟੀ ਅਤੇ ਡੂੰਘਾਈ ਦੇ ਨਾਲ ਵਿਚਾਰ ਕਰਾਂਗੇ ਅਗਲੇ ਲੈਕਚਰ ਦੇ ਵਿੱਚ, ਅਤੇ ਇਹ ਕਣਾਂ ਦੀ ਗਤੀ ਦੇ ਸਿਧਾਂਤ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਕਣ ਗਤੀ ਦੇ ਇੱਕ ਸਪੇਖਿਕ ਸਿਧਾਂਤ ਦੇ ਲਈ ਸਾਨੂੰ ਪੁਰਾਣੇ ਸੰਕਲਪਾਂ ਜਿਵੇਂ ਕਿ ਵੈਲੋਸਿਟੀ, ਪੋਜੀਸ਼ਨ, ਗਤੀ, ਐਨਰਜੀ, ਕਾਇਨੈਟਿਕ ਐਨਰਜੀ ਅਤੇ ਹੋਰਾਂ ਦੀਆਂ ਨਵੀਆਂ ਧਾਰਨਾਵਾਂ ਦੀ ਲੋੜ ਪਏਗੀ, ਅਤੇ ਸਾਰਾ ਕੁਝ ਚੇਂਜ ਹੋ ਜਾਣਾ ਹੁਣ ਰਿਲੇਟਿਵਿਟੀ ਦੇ ਲਈ। ਰਿਲੇਟਿਵਿਟੀ ਸਿਧਾਂਤ ਦੇ ਵਿੱਚ ਇਹ ਸਾਰਾ ਕੁਝ ਜਿੰਨਾ ਅਸੀਂ ਆਮ ਪੜ੍ਹਿਆ ਪਹਿਲਾਂ, ਵੈਲੋਸਿਟੀ, ਪੋਜੀਸ਼ਨ, ਮੋਸ਼ਨ, ਐਨਰਜੀ, ਕਾਇਨੈਟਿਕ ਐਨਰਜੀ ਅਤੇ ਹੋਰ ਵੀ ਕਈ ਚੀਜ਼ਾਂ ਅਤੇ ਫੋਰਸ ਵਗੈਰਾ, ਸਾਰਾ ਉਹ ਇਹਨਾਂ ਦੇ ਲਈ ਨਵੀਆਂ ਧਾਰਨਾਵਾਂ ਸਾਨੂੰ ਬਣਾਉਣੀਆਂ ਪੈਣਗੀਆਂ ਰਿਲੇਟਿਵਿਟੀ ਦੇ ਮੁਤਾਬਕ। ਹੁਣ ਜਿਵੇਂ ਸੈਕੰਡ ਕੁਆਂਟਾਈਜੇਸ਼ਨ ਉਸਨੂੰ ਕਹਿੰਦੇ ਆ ਵੈਸੇ। ਤਾਂ ਜਦੋਂ ਅਸੀਂ ਨਿਊਟਨ ਦੇ ਸੰਕਲਪਾਂ ਦੇ ਰਿਲੇਟਿਵ ਸਰਵ ਸਧਾਰਨੀਕਰਨ ਰਚਨਾ ਹੁੰਦਾ, ਤਾਂ ਅਸੀਂ ਇਸ ਨੂੰ 4 ਵੈਕਟਰਾਂ ਦੇ ਰੂਪ ਦੇ ਵਿੱਚ ਕਰਾਂਗੇ। ਤਾਂ ਨਿਊਟਨ ਦੇ ਸੰਕਲਪਾਂ ਦੇ ਮੁਤਾਬਕ ਜਦੋਂ ਰਿਲੇਟਿਵ ਸਰਵ ਸਧਾਰਨੀਕਰਨ ਕਰਨਾ ਹੁੰਦਾ ਉਸਦਾ, ਜਾਣੀ ਕਿ ਉਸਨੂੰ ਜਨਰਲਾਈਜ਼ ਕਰਨਾ ਹੁੰਦਾ ਨਿਊਟਨ ਦੇ ਮੁਤਾਬਕ, ਤਾਂ ਫਿਰ ਅਸੀਂ ਇਸ ਨੂੰ 4 ਵੈਕਟਰਾਂ ਦੇ ਵਿੱਚ ਕਰਿਆ ਜਾਂਦਾ। ਤਾਂ ਇਸ ਦੇ ਨਾਲ ਇਹ ਚੈਪਟਰ ਸਮਾਪਤ ਹੁੰਦਾ। ਅਗਲਾ ਇੱਕ ਲੰਬਾ ਚੈਪਟਰ ਰਹੇਗਾ, ਹੋ ਸਕਦਾ 2.5 ਘੰਟੇ ਤੱਕ ਦਾ ਜਾਵੇ। ਇਸ ਵਿੱਚ ਕਾਫੀ ਟੌਪਿਕ ਨੇ, ਮੈਂ ਮੋਟਾ ਜਿਹਾ ਇਹਨਾਂ 'ਤੇ ਇੱਕ ਨਜ਼ਰ ਮਾਰਦਾ। ਪਹਿਲਾ ਇੰਟਰਵਲਾਂ ਬਾਰੇ ਹੋਰ, ਅਤੇ ਇਸ ਦੇ ਵਿੱਚ 2 ਪਾਰਟ ਨੇ, ਸਪੇਸ ਲਾਈਕ ਇੰਟਰਵਲ, ਟਾਈਮ ਲਾਈਕ ਇੰਟਰਵਲ। ਅਤੇ ਇਸ ਤੋਂ ਬਾਅਦ 3.2 ਨੰਬਰ ਵਿੱਚ ਪੜ੍ਹਾਂਗੇ ਅਸੀਂ, ਵੈਸੇ ਇਸਦਾ ਟੌਪਿਕ ਦਾ ਨਾਮ ਰਹੇਗਾ ਸਾਰੇ ਦਾ ਲੈਕਚਰ ਦਾ, ਗਤੀ ਦੇ ਰਿਲੇਟਿਵਿਸਟਿਕ ਨਿਯਮ। ਇਸ ਵਿੱਚ 3.2 ਵਿੱਚ ਪੜ੍ਹਾਂਗੇ ਅਸੀਂ 4 ਵੈਲੋਸਿਟੀ ਉੱਤੇ ਇੱਕ ਧੀਮੀ ਨਜ਼ਰ। ਅਤੇ ਅਗਲਾ ਇਸਦਾ ਚੈਪਟਰ ਹੈ, ਇਸਦਾ ਜਿਹੜਾ ਟੌਪਿਕ ਹੈ ਜ਼ਰੂਰੀ ਗਣਿਤ ਆਏਗਾ, ਇੰਟਰਵਲ ਰਹੇਗਾ ਮੈਥੇਮੈਟੀਕਲ, ਇੱਕ ਸੰਖੇਪਤਾ ਟੂਲ, ਅਪਰੋਕਸੀਮੇਸ਼ਨ ਟੂਲ ਦੀ ਗੱਲ ਹੋਏਗੀ ਇਸ ਦੇ ਵਿੱਚ ਇੱਕ। ਇਸ ਤੋਂ ਬਾਅਦ ਪਾਰਟੀਕਲ ਮਕੈਨਿਕਸ ਆਏਗਾ, ਜਿਸ ਦੇ ਵਿੱਚ ਅੱਗੇ 5 ਟੌਪਿਕ ਨੇ। ਲੀਸਟ ਐਕਸ਼ਨ ਪ੍ਰਿੰਸੀਪਲ ਇੱਕ ਵਾਰ ਦੁਬਾਰਾ ਆਏਗਾ, ਫਿਰ ਗੈਰ ਰਿਲੇਟਿਵਿਸਟਿਕ ਐਕਸ਼ਨ ਦਾ ਇੱਕ ਫਟਾਫਟ ਰਿਵਿਊ ਆਏਗਾ, ਫਿਰ ਰਿਲੇਟਿਵਿਸਟਿਕ ਐਕਸ਼ਨ ਆਏਗਾ, ਫਿਰ ਗੈਰ ਰਿਲੇਟਿਵਿਸਟਿਕ ਲਿਮਿਟ ਆਏਗੀ, ਅਤੇ ਅੱਗੇ ਰਿਲੇਟਿਵਿਸਟਿਕ ਮੋਮੈਂਟਮ ਆਏਗਾ। ਇਸ ਤੋਂ ਬਾਅਦ ਫਿਰ 3.5 ਵਿੱਚ ਪੜ੍ਹਾਂਗੇ ਅਸੀਂ ਰਿਲੇਟਿਵਿਸਟਿਕ ਐਨਰਜੀ, ਜਿਸ ਦੇ ਵਿੱਚ 3 ਟੌਪਿਕ ਪੜ੍ਹਾਂਗੇ। ਇੱਕ ਧੀਮੇ ਕਣ ਸ਼ਬਦਾਵਲੀ ਆਏਗੀ, ਟਰਮਨੋਲੋਜੀ, ਮਾਸ ਅਤੇ ਰੈਸਟ ਮਾਸ, ਪੁੰਜ ਅਤੇ ਆਰਾਮ ਦੇ ਵਿੱਚ ਜੋ ਪੁੰਜ ਹੈ ਜਿਸ ਦੀ ਕੋਈ ਗਤੀ ਨਹੀਂ ਕਰ ਰਿਹਾ ਹੁੰਦਾ, ਰੈਸਟ ਮਾਸ ਦੀ ਇਸ ਵਿੱਚ ਪਰਿਭਾਸ਼ਾ ਆਏਗੀ। ਅਤੇ ਇਸ ਤੋਂ ਬਾਅਦ ਦੂਜਾ ਆਏਗਾ ਇਸ ਵਿੱਚ ਪੁੰਜ ਰਹਿਤ ਕਣ, ਮਾਸਲੈਸ ਪਾਰਟੀਕਲ। ਅਤੇ ਫਿਰ ਇੱਕ ਉਦਾਹਰਣ ਆਏਗੀ ਪੋਜ਼ੀਟ੍ਰੋਨੀਅਮ ਡਿਸੇ, ਪੋਜ਼ੀਟ੍ਰੋਨੀਅਮ ਵਿਕਿਰਣ ਵੀ ਕਹਿ ਸਕਦੇ ਹਾਂ। ਇਹ ਕਾਫੀ ਲੰਬਾ ਲੈਕਚਰ ਆਏਗਾ, ਮੈਂ ਇੱਕ ਵਿੱਚੇ ਬਣਾਵਾਂਗਾ ਇਸ ਨੂੰ, 2 ਜਾਂ 2.5 ਘੰਟੇ ਦੇ ਕਰੀਬ ਬਣੇਗਾ। ਮਿਲਦੇ ਹਾਂ ਅਗਲੇ ਲੈਕਚਰ ਵਿੱਚ, ਅਤੇ ਵੀਡੀਓ ਦੇਖਣ ਲਈ ਧੰਨਵਾਦ। ਥੋੜ੍ਹਾ ਪਿਛਲੇ ਲੈਕਚਰ ਵਿੱਚ ਇਸਦਾ ਇੱਕ ਥੋੜ੍ਹਾ ਪਾਰਟ ਰਹਿ ਗਿਆ ਸੀਗਾ 1 ਮਿੰਟ ਦਾ, ਮੈਂ ਉਸਨੂੰ ਇੱਥੇ ਦੁਬਾਰਾ ਮੈਂ ਲਗਾ ਦਿੰਦਾ। ਪਿਛਲੇ ਲੈਕਚਰ ਦਾ ਥੋੜ੍ਹਾ ਜਿਹਾ ਪਾਰਟ ਰਹਿ ਗਿਆ ਸੀ 1-2 ਮਿੰਟ ਦਾ, ਉਸ ਤੋਂ ਪਹਿਲਾਂ ਇਹ ਥੋੜ੍ਹੀ ਟੈਕਨੀਕਲ ਸਮੱਸਿਆ ਆ ਗਈ ਸੀ, ਤਾਂ ਮੈਂ ਉਸਦੇ ਵਿੱਚ ਇਸ ਨੂੰ ਐਡ ਕਰ ਦਿੰਦਾ, ਥੋੜ੍ਹਾ ਰੁਕੋ। ਤਾਂ ਪਿਛਲੇ ਲੈਕਚਰ ਵਿੱਚ ਇੱਕ ਇਤਿਹਾਸਿਕ ਪਹਿਲੂ ਦੇ ਬਾਰੇ ਲੋਰੈਂਟਸ ਬਾਰੇ ਗੱਲ ਰਹਿ ਗਈ ਸੀਗੀ, ਆਈਨਸਟਾਈਨ ਵਾਲੀ ਅਸੀਂ ਪੜ੍ਹ ਲਈ ਸੀ। ਤਾਂ ਲੋਰੈਂਟਸ ਬਾਰੇ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ, 1-2 ਮਿੰਟ ਲੱਗਣਗੇ। ਤਾਂ ਲੋਰੈਂਟਸ ਨੂੰ ਮਾਈਕਲਸਨ ਮੋਰਲੇ ਪ੍ਰਯੋਗ ਦੇ ਬਾਰੇ ਪਤਾ ਸੀ। ਉਹ ਇੱਕੋ ਹੀ ਪਰਿਵਰਤਨ ਸਮੀਕਰਨਾਂ ਦੇ ਨਾਲ ਆਇਆ ਸੀ, ਪਰ ਉਹਨਾਂ ਦੀ ਵੱਖਰੇ ਤੌਰ 'ਤੇ ਵਿਆਖਿਆ ਕੀਤੀ ਉਸਨੇ। ਉਸਨੇ ਉਹਨਾਂ ਨੂੰ ਈਥਰ ਦੁਆਰਾ ਉਹਨਾਂ ਦੀ ਗਤੀ ਦੇ ਕਾਰਨ ਚੱਲਦੀਆਂ ਵਸਤੂਆਂ 'ਤੇ ਪ੍ਰਭਾਵਾਂ ਦੇ ਰੂਪ ਦੇ ਵਿੱਚ ਕਲਪਨਾ ਕੀਤੀ, ਅਤੇ ਕਈ ਤਰ੍ਹਾਂ ਦੇ ਈਥਰ ਦਬਾਅ ਦੇ ਕਾਰਨ ਵਸਤੂਆਂ ਨੂੰ ਨਿਚੋੜਿਆ ਜਾਵੇਗਾ ਅਤੇ ਇਸ ਲਈ ਛੋਟਾ ਕੀਤਾ ਜਾਵੇਗਾ। ਉਸਨੇ ਇਸ ਤਰ੍ਹਾਂ ਸੋਚਿਆ ਉਸਨੂੰ, ਅਤੇ ਕੀ ਉਹ ਗਲਤ ਸੀ? ਮੇਰਾ ਖਿਆਲ ਹੈ ਕਿ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਤਰੀਕੇ ਨਾਲ ਉਹ ਗਲਤ ਨਹੀਂ ਸੀ। ਅਤੇ ਇਸ ਦੇ ਵਿੱਚ ਇਹ ਮੋਰਲੇ ਬਾਰੇ ਗੱਲ ਹੋ ਰਹੀ ਹੈ ਕਿ ਪਰ ਉਹ ਉਸ ਕੋਲ ਯਕੀਨੀ ਤੌਰ 'ਤੇ ਆਈਨਸਟਾਈਨ ਦੀ ਸਮਰੂਪਤਾ ਬਣਤਰ ਦਾ ਦ੍ਰਿਸ਼ਟੀਕੋਣ ਨਹੀਂ ਸੀ। ਸਪੇਸ ਅਤੇ ਸਮੇਂ ਦੇ ਲਈ ਲੋੜੀਂਦੀ ਸਮਿਟਰੀ ਹੁੰਦੀ ਹੈ ਜੇ ਤਾਂ ਜੋ ਇਹ ਰਿਲੇਟਿਵਿਟੀ ਦੇ
ਸਿਧਾਂਤ ਅਤੇ ਪ੍ਰਕਾਸ਼ ਦੀ ਸਪੀਡ ਦੀ ਗਤੀ ਦੇ ਨਾਲ ਇਹ ਸਹਿਮਤ ਹੋਵੇ। ਉਸ ਕੋਲੇ ਸਿਮੈਟਰੀ ਵਾਲਾ ਜਿਹੜਾ ਦ੍ਰਿਸ਼ਟੀਕੋਣ ਵਿਊ ਪੁਆਇੰਟ ਸੀਗਾ ਉਸ ਕੋਲ ਨਹੀਂ ਸੀ। ਤੇ ਕਿਸੇ ਨੇ ਇਹ ਨਹੀਂ ਕਿਹਾ ਹੋਵੇਗਾ ਕਿ ਲਾਰੈਂਸ ਨੇ ਉਹੀ ਕੀਤਾ ਜੋ ਆਈਨਸਟਾਈਨ ਨੇ ਕੀਤਾ। ਇਸ ਤੋਂ ਇਲਾਵਾ ਲਾਰੈਂਸ ਨੇ ਇਹ ਨਹੀਂ ਸੋਚਿਆ ਕਿ ਇਹ ਸਹੀ ਸੀ। ਉਸਨੇ ਪਰਿਵਰਤਨ ਸਮੀਕਰਨਾਂ ਨੂੰ ਇੱਕ ਪਹਿਲਾ ਅਨੁਮਾਨ ਮੰਨਿਆ। ਕਿਸੇ ਕਿਸਮ ਦੇ ਤਰਲ ਵਿੱਚੋਂ ਲੰਘਣ ਵਾਲੀ ਵਸਤੂ ਨੂੰ ਛੋਟਾ ਕੀਤਾ ਜਾਵੇਗਾ ਅਤੇ ਪਹਿਲਾ ਅਨੁਮਾਨ ਲਾਰੈਂਸ ਕੰਟਰੈਕਸ਼ਨ ਹੋਵੇਗਾ। ਤਾਂ ਲਾਰੈਂਸ ਨੂੰ ਪੂਰੀ ਉਮੀਦ ਸੀ ਕਿ ਮਾਈਕਲਸਨ ਮੋਰਲੇ ਪ੍ਰਯੋਗ ਸਹੀ ਨਹੀਂ ਸੀ। ਤਾਂ ਉਸਨੇ ਸੋਚਿਆ ਕਿ V/C ਦੀਆਂ ਉੱਚ ਪਾਵਰਾਂ ਦੇ ਵਿੱਚ ਸੁਧਾਰ ਹੋਣਗੇ ਅਤੇ ਐਕਸਪੈਰੀਮੈਂਟਲ ਤਕਨੀਕਾਂ ਅੰਤ ਦੇ ਵਿੱਚ ਪ੍ਰਕਾਸ਼ ਦੀ ਵੈਲੋਸਿਟੀ ਦੇ ਵਿੱਚ ਜਿਹੜਾ ਅੰਤਰ ਹੈ ਉਸਦਾ ਪਤਾ ਲਾਉਣ ਲਈ ਕਾਫੀ ਸਟੀਕ ਬਣ ਜਾਣਗੀਆਂ, ਕਾਫੀ ਸ਼ੁੱਧ ਬਣ ਜਾਣਗੀਆਂ। ਤਾਂ ਇਹ ਆਈਨਸਟਾਈਨ ਸੀ ਜਿਸ ਨੇ ਕਿਹਾ ਕਿ ਇਹ ਅਸਲ ਵਿੱਚ ਭੌਤਿਕ ਵਿਗਿਆਨ ਦਾ ਇੱਕ ਨਿਯਮ ਹੁੰਦਾ, ਇੱਕ ਸਿਧਾਂਤ ਹੁੰਦਾ ਹੈ। ਆਈਨਸਟਾਈਨ ਨੇ ਇਸ ਨੂੰ ਭੌਤਿਕ ਵਿਗਿਆਨ ਦੇ ਨਿਯਮ ਦੇ ਤੌਰ 'ਤੇ ਪੇਸ਼ ਕਰਤਾ। ਤੇ ਇਸ ਤਰੀਕੇ ਨਾਲ ਇਹ ਅਸੀਂ ਪੜ੍ਹਿਆ ਤੇ ਵੈਲੋਸਿਟੀਆਂ ਤੇ 4 ਵੈਕਟਰ ਵਾਲਾ ਅਸੀਂ ਅੱਜ ਪੜ੍ਹ ਚੁੱਕੇ ਹਾਂ। ਹਾਂ, ਇਹ ਪਿਛਲੇ ਲੈਕਚਰ ਦਾ ਥੋੜ੍ਹਾ ਹਿੱਸਾ ਰਹਿ ਗਿਆ ਸੀ, ਉਸਦੀ ਤੇ ਮੈਂ ਇਸ ਦੇ ਵਿੱਚ ਪਿੱਛੇ ਐਡ ਕਰਤਾ। ਤੇ ਵੀਡੀਓ ਦੇਖਣ ਲਈ ਧੰਨਵਾਦ।